ਟੈਕਸੀ ਕਰਕੇ ਕੰਮ ਹੋਰ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਹੋਰ ਨਹੀਂ ਹੁੰਦਾ। ਟੈਕਸੀ ਡਰਾਈਵਰ ਵਾਲਾ ਜਿਹੜਾ ਇਹ ਕੋਈ ਸਿਰਫ ਟੈਗ ਲਵਾਉਣਾ ਸੀਗਾ ਕਿ ਮੈਂ ਬਈ ਜਿਹੜਾ ਕਹਿੰਦਾ ਪਹਿਲੀ ਟੈਕਸੀ ਡਰਾਈਵਰ ਬਣ ਜਾਂ ਜਾਂ ਵੈਸੇ ਹੀ ਸ਼ੌਕ 'ਚ ਸ਼ਾਮਲ ਹੈ? ਮੈਨੂੰ ਸ਼ੌਕ ਸੀ ਡਰਾਈਵਿੰਗ ਦਾ, ਮੈਂ ਵੈਰੀ ਸੋਸ਼ਲ ਪਰਸਨ। ਮੈਂ ਕਿਹਾ ਚਲੋ ਮੈਂ ਵੀ ਟਰਾਈ ਕਰਕੇ ਦੇਖ ਲਾਂ, ਤੇ ਮੈਂ ਪਹਿਲੀ ਖਤੂਨ ਮੁਸਲਿਮ ਪਾਕਿਸਤਾਨੀ ਫੀਮੇਲ ਟੈਕਸੀ ਡਰਾਈਵਰ। ਪਾਕਿਸਤਾਨ ਦੇ ਅੰਦਰ ਤੁਹਾਨੂੰ ਡਰਾਈਵਿੰਗ ਕੈਸੀ ਲੱਗੀ ਹੈ? ਇੱਥੇ ਬਹੁਤ ਮੁਸ਼ਕਲ ਹੈ, ਵੱਡੇ ਸ਼ਹਿਰਾਂ ਵਿੱਚ ਤੇ ਇੱਥੇ ਹੈ ਕਿ ਚਲੋ ਲਾਈਨ 'ਚ ਰਹਿੰਦੇ ਨੇ। ਜੇ ਮੈਂ ਆਪਣੇ ਮੁਹੱਲੇ ਸ਼ੇਖੂਪੁਰਾ ਟੁਰ ਜਾਵਾਂ ਤਾਂ ਉੱਥੇ ਵਿੱਚ ਹੀ ਸਾਈਕਲ ਵਾਲਿਆਂ ਨੇ ਵੜ ਜਾਣਾ, ਵਿੱਚ ਹੀ ਖੋਤੀ ਰੇਹੜੀ ਵਾਲਿਆਂ ਨੇ ਵੜ ਜਾਣਾ। ਜਿਹੜਾ ਲਾਈਵ ਦਾ ਤੁਹਾਨੂੰ ਸ਼ੌਕ ਹੈ ਇਹ ਕਿਦੋਂ ਤੁਹਾਨੂੰ ਚੜਿਆ ਤੇ ਤੁਸੀਂ ਉਸ ਤੋਂ ਬਾਅਦ? ਹਾਏ ਭਾਜੀ, ਘਰੋਂ ਇਜਾਜ਼ਤਾਂ ਹੁੰਦੀਆਂ ਨਾ, ਮੈਂ ਸਟੇਜ ਐਕਟਰੈਸ ਹੋਣਾ ਸੀਗਾ। ਤੁਹਾਨੂੰ ਉੱਥੋਂ ਦੇ ਬਾਬਿਆਂ 'ਚ ਤੇ ਇੱਥੇ ਦੇ ਬਾਬਿਆਂ 'ਚ ਕੀ ਫਰਕ ਮਹਿਸੂਸ ਹੋਇਆ? ਹਾਏ ਸਦਕੇ ਜਾਵਾਂ ਯੂਕੇ ਦੇ ਬਾਬਿਆਂ ਤੋਂ, ਮੈਂ ਤੇ ਆਪ ਬੜਾ ਪਸੰਦ ਕਰਦੀ ਭਾਈ ਇਹਨਾਂ ਨੂੰ। ਸਾਨੂੰ ਵੀ ਲੈ ਚੱਲ ਨਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ, ਕਰਦੇ ਮਜ਼ਾਕ ਤੇਰੇ ਨਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ। ਤੁਸੀਂ ਸਮਝਦੇ ਕਿ ਜਿਸ ਤਰ੍ਹਾਂ ਤੁਹਾਨੂੰ ਇੱਕ ਖਿਤਾਬ ਉੱਥੇ ਮਿਲ ਗਿਆ ਜਨਾਬ ਫਸਟ ਲੇਡੀ ਡਰਾਈਵਰ, ਇੱਥੇ ਹੁੰਦੇ ਤੇ ਤੁਹਾਨੂੰ ਕਿਸ ਤਰ੍ਹਾਂ ਟਰੀਟ ਹੁੰਦੇ? ਇੱਥੇ ਘਰ ਆਣਾ ਨਾ 2 ਲੀਟਰ ਲਾ ਕੇ ਬਿਠਾਇਆ ਹੋਣਾ ਸੀ ਘਰ, ਨੋ ਇਜਾਜ਼ਤ, ਸਵਾਲ ਹੀ ਨਹੀਂ ਪੈਦਾ ਹੁੰਦਾ ਵਾ ਇੱਥੇ ਪਾਕਿਸਤਾਨ 'ਚ ਟੈਕਸੀ ਡਰਾਈਵਰ ਹੁੰਦੀ। ਥਾਣੇਦਾਰਾ ਟਿਕਟ ਲਾਈ ਵੀ ਕਰਾਂ ਵੇ, ਮੈਂ ਕਿਹਾ ਮੈਚ ਤੂੰ ਮੇਰੇ ਨਾਲ ਲਾ, ਤੂੰ ਵੀ ਖੇਡੇ ਮੈਂ ਵੀ ਖੇਡਾਂ, ਤੂੰ ਵੀ ਖੇਡੇ ਮੈਂ ਵੀ ਖੇਡਾਂ, ਗਿਫਟਿੰਗ ਕਰੇਗੀ ਤੇਰੀ ਮਾਂ ਵੇ ਥਾਣੇਦਾਰਾ 2 ਮੰਜਿਆਂ ਦੀ ਥਾਂ। ਇੱਕ ਚੀਜ਼ ਭੁੱਲ ਗਈ ਜੀ, ਆਪ ਹੀ ਬਹੁਤ ਖੂਬਸੂਰਤ रूह। क्या बात, तारीफा कर पे आंदिया, तारीफा लिया डाला। अस्सलाम वालेकुम सज्जनों ते मित्रों, अंदाज़े नजम च जी आया नूं। अज साडे कोल बड़े सोहने परौने आए ने स्कॉटलैंड तो। ਡੰਬਰਾ ਦੇ ਵਿੱਚ ਪਹਿਲੀ ਵਾਰੀ ਇਹਨਾਂ ਨਾਲ ਮੁਲਾਕਾਤ ਹੋਈ, ਇਹਨਾਂ ਦੇ ਗਾਣੇ ਸੁਣੇ, ਮੈਂ ਕਹਿੰਦਾ ਇਹਨਾਂ ਨੇ ਚਸ ਕਰਾ ਦਿੱਤੀ। ਤੇ ਫਿਰ ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਆਏ ਤੇ ਮੈਂ ਕਿਹਾ ਜੀ ਆਓ ਸਾਡੇ ਘਰ, ਸਾਡੇ ਕੋਲ ਬੈਠੋ, ਸਾਨੂੰ ਵੀ ਕੁਝ ਗੱਲਾਂ ਬਾਤਾਂ ਸੁਣਾਓ, ਸਾਨੂੰ ਵੀ ਗੀਤ ਸੁਣਾਓ। ਤੇ ਸਾਡੇ ਕੋਲ ਆ ਗਏ ਨੇ। ਅੱਛਾ, ਪੇਸ਼ੇ ਦੇ ਹਿਸਾਬ ਨਾਲ ਇਹ ਇੱਕ ਟੈਕਸੀ ਡਰਾਈਵਰ ਨੇ ਔਰ ਇਹਨਾਂ ਨੂੰ ਇੱਕ ਐਜ਼ਾਜ਼ ਜਿਹੜਾ ਸਭ ਤੋਂ ਵੱਡਾ ਹਾਸਿਲ ਹੈ ਉਹ ਹੈ ਕਿ ਪਾਕਿਸਤਾਨ ਦੀ ਪਹਿਲੀ ਖਾਤੂਨ ਜਿਹੜਾ ਟੈਕਸੀ ਡਰਾਈਵਰ ਨੇ ਸਕਾਟਲੈਂਡ यूके ਦੇ ਅੰਦਰ। ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਤੇ ਸਾਡੇ ਨਾਲ ਅੱਜ ਜੁੜੇ ਨੇ ਸ਼ਮਸ਼ਾਦ ਜੀ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਨੇ ਤੁਹਾਡੇ? ਅਲਹਮਦੁਲਿਲਾ ਨਜਮ ਸਾਹਿਬ। ਪਹਿਲੇ ਤਾਂ ਤੁਹਾਨੂੰ ਨਜਮ ਫੈਲੋਜ਼ ਅੰਦਾਜ਼ੇ ਨਜਮ ਚ ਜੀ ਆਇਆਂ ਨੂੰ ਵੈਲਕਮ ਜਨਾਬ, ਬਹੁਤ ਸ਼ੁਕਰੀਆ। ਸਟੂਡੀਓ ਕਿਹੋ ਜਿਹਾ ਲੱਗਿਆ ਤੁਹਾਨੂੰ? ਬੜਾ ਹੀ ਵਧੀਆ ਜੀ, ਮੈਂ ਤਾਂ ਹੈਰਾਨ ਪਰੇਸ਼ਾਨ ਹੋ ਗਈ ਹਾਂ ਕਿ ਕੋਈ ਆਪਣੇ ਸ਼ੌਕ ਲਈ ਇੰਨਾ ਕੁਝ ਵੀ ਕਰ ਸਕਦਾ। ਬਹੁਤ ਅੱਛਾ ਲੱਗਾ। ਅੱਜ ਕੱਲ ਬੜਾ ਮੁਸ਼ਕਿਲ ਹੈ ਆਪਣੇ ਸ਼ੌਕ ਨੂੰ ਇਤਨਾ ਜ਼ਿਆਦਾ ਪ੍ਰਵਾਨ ਚੜਾਉਣਾ, ਤੇ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਮੁਬਾਰਕ ਪੇਸ਼ ਕਰਦੀ ਹਾਂ ਕਿ ਅੱਜ ਕੱਲ ਦੇ ਏਡੇ ਮਹਿੰਗਾਈ ਦੇ ਦੌਰ ਵਿੱਚ ਵੀ ਤੁਸੀਂ ਵਾਹਵਾ ਖਰਚਾ ਕਰਕੇ ਸਟੂਡੀਓ ਚਲਾ ਰਹੇ ਹੋ। ਐਕਸੀਲੈਂਟ। ਅੱਛਾ, ਤੁਹਾਡਾ ਤਾਲੁਕ ਸ਼ੇਖੂਪੁਰਾ ਦੇ ਨਾਲ ਹੈ ਤੇ ਤੁਹਾਨੂੰ 38 ਸਾਲ ਹੋ ਗਏ ਨੇ ਸਕਾਟਲੈਂਡ ਸ਼ਿਫਟ ਹੋਏ ਹੋਏ ਨੇ। ਥੋੜ੍ਹਾ ਜਿਹਾ ਦੱਸੋ ਆਪਣੇ ਬਾਰੇ 'ਚ ਤਾਂ ਕਿ ਸਾਡੇ ਦੋਸਤਾਂ ਨੂੰ, ਜਿਹੜੇ ਦੇਖਣ ਵਾਲੇ ਨਾਜ਼ਰੀਨ, ਉਹਨਾਂ ਨੂੰ ਪਤਾ ਲੱਗੇ। ਹਾਂਜੀ, ਸ਼ੇਖੂਪੁਰਾ ਦੀ ਮੇਰੀ ਪੈਦਾਇਸ਼ ਹੈ ਤੇ ਸਟੱਡੀ ਮੇਰੀ ਰਾਵਲਪਿੰਡੀ 'ਚ ਵੀ ਹੋਈ, ਸ਼ੇਖੂਪੁਰਾ 'ਚ ਵੀ ਹੋਈ, ਲਾਹੌਰ ਪੰਜਾਬ ਯੂਨੀਵਰਸਿਟੀ ਤੋਂ ਮੈਂ MA ਕੀਤਾ। ਉਸ ਤੋਂ ਬਸ ਫੌਰਨ ਬਾਅਦ ਮੈਂ ਚਲੀ ਗਈ ਬਾਹਰ UK, ਤੇ ਫਿਰ ਉਸ ਤੋਂ ਬਾਅਦ ਡਿਗਰੀ ਤੱਕ ਨਹੀਂ ਚੁੱਕੀ। ਇਤਨੀ ਬਿਜ਼ੀ ਲਾਈਫ ਹੋ ਗਈ, ਜਾਂਦੇ ਮਾਸ਼ਾਅੱਲਾ ਬੱਚਿਆਂ 'ਚ ਬਿਜ਼ੀ ਹੋ ਗਈ। 4 ਬੱਚੇ, ਹੁਣ ਤੇ ਬੱਚਿਆਂ ਦੇ ਵੀ ਬੱਚੇ, ਤੇ ਹੋਸ਼ ਨਹੀਂ ਸੰਭਾਲੀ, ਬਿਜ਼ੀ। ਤੇ ਇਹ ਟੈਕਸੀ ਡਰਾਈਵਰ ਵਾਲਾ ਜਿਹੜਾ ਇਹ ਕੋਈ ਸਿਰਫ ਟੈਗ ਲਵਾਉਣਾ ਸੀਗਾ ਕਿ ਮੈਂ ਬਈ ਜਿਹੜਾ ਕਹਿੰਦਾ ਪਹਿਲੀ ਟੈਕਸੀ ਡਰਾਈਵਰ ਬਣ ਜਾਂ ਜਾਂ ਵੈਸੇ ਹੀ ਸ਼ੌਕ 'ਚ ਸ਼ਾਮਲ ਹੈ? ਆਮ ਆਲਵੇਜ਼ ਬੀਨ ਅ ਬਿਜ਼ਨਸ ਵੂਮਨ। ਸਾਡੇ ਆਪਣੇ ਸਟੋਰ ਸੀਗੇ, ਦੁਕਾਨਾਂ ਸੀ, ਉਹਦੇ 'ਤੇ ਵੀ ਕੰਮ ਕਰਦੇ ਸੀ। ਬਸ ਫਿਰ ਇੱਕ ਦਫਾ ਫਿਰ ਬਿਜ਼ਨਸ ਡਾਊਨ ਹੋਇਆ ਤੇ ਫਿਰ ਨਵੇਂ ਸਿਰੇ ਤੋਂ ਕੁਝ ਬਿਜ਼ਨਸ ਸ਼ੁਰੂ ਕਰਨਾ ਸੀ। ਫਿਰ ਮੇਰੇ ਹਸਬੈਂਡ ਨੇ ਟੈਕਸੀਆਂ ਦਾ ਬਿਜ਼ਨਸ ਸ਼ੁਰੂ ਕੀਤਾ। ਉਹਨਾਂ ਨੇ ਟੈਕਸੀਆਂ ਵੀ ਕਿਰਾਏ 'ਤੇ ਦਿੱਤੀਆਂ ਸੀ, ਖੁਦ ਵੀ ਚਲਾਉਂਦੇ ਸੀ। ਤੇ ਮੈਨੂੰ ਸ਼ੌਕ ਸੀ ਡਰਾਈਵਿੰਗ ਦਾ, ਮੈਂ ਵੈਰੀ ਸੋਸ਼ਲ ਪਰਸਨ। ਮੈਂ ਕਿਹਾ ਚਲੋ ਮੈਂ ਵੀ ਟਰਾਈ ਕਰਕੇ ਦੇਖ ਲਾਂ। ਮੈਂ ਕੀਤਾ, ਮੈਨੂੰ ਬਹੁਤ ਹੀ ਅੱਛਾ ਲੱਗਾ। ਮੇਰੇ ਨਾਲ ਮੈਚ ਕਰਦਾ ਸੀ ਕਿ ਵੀ ਟੈਕਸੀ ਇਜ਼ ਅ ਵੈਰੀ ਫਲੈਕਸੀਬਲ ਜੋਬ। ਬਹੁਤ ਤੁਸੀਂ ਆਪਣੇ ਸਾਰੇ ਕੰਮ ਕਰ ਸਕਦੇ ਹੋ ਨਾ। ਜਦੋਂ ਸਹੇਲੀ ਦੀ ਕਾਲ ਆਈ ਤੇ ਇੱਧਰ ਜਨਾਬ ਉੱਧਰ ਪਹੁੰਚ ਗਏ। ਕੋਈ ਕੰਮ ਹੈ ਤੇ ਜਨਾਬ ਮੀਟਰ ਆਫ ਕੀਤਾ ਤਾਂ ਤੁਸੀਂ ਫ੍ਰੀ ਹੋ। ਪਾਕਿਸਤਾਨ ਵਾਲਾ ਕੋਈ ਕਿਸੇ ਬੌਸ ਕੋਲ ਛੁੱਟੀਆਂ ਲੈਣ ਦੀ ਲੋੜ ਨਹੀਂ ਹੈਗੀ, ਬੰਦ ਕਰੋ ਤੇ ਤੁਸੀਂ ਫ੍ਰੀ। ਸੋ ਉਹ ਇਹ ਜਿਹੜੀ ਜੋਬ ਦੀ ਫਲੈਕਸੀਬਿਲਿਟੀ ਸੀ ਨਾ, ਉਹਨੇ ਮੈਨੂੰ ਇਹਦੇ 'ਤੇ ਬਿਲਕੁਲ ਪੱਕਿਆਂ ਕਰ ਦਿੱਤਾ। ਤੇ ਮੈਂ ਪਹਿਲੀ ਖਤੂਨ ਮੁਸਲਿਮ ਪਾਕਿਸਤਾਨੀ ਫੀਮੇਲ ਟੈਕਸੀ ਡਰਾਈਵਰ। ਦੁਕਾਨਾਂ ਵੀ ਨਾਲ ਨਾਲ ਰੱਖੀਆਂ ਨੇ। ਇਹ ਹੁਣੇ ਕੋਈ 3 ਸਾਲ ਪਹਿਲਾਂ ਹੀ ਛੱਡੀ ਸ਼ੌਪ।
ਲੇਕਿਨ ਮੈਂ ਅੱਛਾ ਮੁੜ ਕੇ ਸ਼ੌਪ 'ਚ ਨਹੀਂ ਵੜੀ, ਸ਼ੌਪ 'ਚ ਵੱਜਣਾ ਪੈ ਜਾਂਦਾ ਹੈ। ਅੱਛਾ ਤਾਂ ਵੱਜਣਾ ਤੇ ਬਾਜੀ ਸ਼ਮਸ਼ਾਦ ਨੇ ਹੁਣ ਬੜੀ ਦੇਰ ਦਾ ਛੜਾ ਦਿੱਤਾ। ਹਾਂ ਤੇ ਗੱਡੀ 'ਚ ਬੈਠ ਕੇ ਸਾਰੇ ਕੰਮ ਕੀਤੇ। ਮੈਂ ਫਿਰ ਸਾਰੇ ਉਹ ਕੰਮ ਕੀਤੇ ਜਿਹੜੇ ਤੁਸੀਂ ਗੱਡੀ 'ਚ ਬੈਠ ਕੇ ਕਰ ਸਕਦੇ ਹੋ। ਸਹੀ ਮਸਲਨ ਕਿਤਾਬਾਂ ਲਿਖੀਆਂ, 4 ਕਿਤਾਬਾਂ ਲਿਖੀਆਂ, ਆਪਣੇ ਮੈਂ ਗੀਤ ਲਿਖਦੀ ਹਾਂ, ਉਹਨਾਂ ਨੂੰ ਕੰਪੋਜ਼ ਕਰਦੀ ਹਾਂ, ਮਿਊਜ਼ਿਕ ਬਣਵਾਉਂਦੀ ਹਾਂ, ਗਾਉਂਦੀ ਹਾਂ, ਮੌਜ ਕਰੀਦੀ ਹੈ। ਸੋ ਐਜ਼ ਏ ਆਰਟਿਸਟ ਜਾਂ ਕੋਈ ਸਟੂਡੈਂਟ ਹੈ ਤੇ ਉਹਨਾਂ ਲਈ ਇਹ ਬੈਸਟ ਜੌਬ ਹੈ ਕਿ ਤੁਸੀਂ ਆਪਣੇ ਸਾਰੇ ਕੰਮ ਵੀ ਕਰ ਸਕਦੇ ਹੋ, ਆਪਣੀ ਤਾਲੀਮ ਜਾਰੀ ਰੱਖ ਸਕਦੇ ਹੋ, ਆਪਣੇ ਫਨਕਾਰੀ ਦੇ ਸਾਰੇ ਸ਼ੌਕ ਪੂਰੇ ਕਰ ਸਕਦੇ ਹੋ। ਟੈਕਸੀ ਜੌਬ ਜ਼ਿੰਦਾਬਾਦ। ਮੈਂ ਉਹਦੇ ਕਿਆ ਤੇ ਇੱਕ ਬਾਤ ਨਜ਼ਮ ਵੀ ਲਿਖੀ, ਨਜ਼ਮ ਅੱਛਾ ਕੁਛ ਇਸ ਤਰ੍ਹਾਂ ਦੀ ਸ਼ੁਰੂ ਹੁੰਦੀ, ਟੈਕਸੀ ਕਰਕੇ ਕੰਮ ਹੋਰ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਹੋਰ ਨਹੀਂ ਹੁੰਦਾ, ਉਹ ਲੋਰੀ ਮਿਲੇ ਸਵਾਰੀ ਬੰਦਾ ਬੋਰ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਬੰਦ। ਇਸ ਤਰ੍ਹਾਂ ਕਰਕੇ ਨਾ ਕਾਫੀ ਲੰਬੀ ਹੈ। ਹਾਂ ਸੋ ਸੁਣਾ ਦਿਓ ਜੇ ਆਂਦੀ ਥੋੜੀ ਬਹੁਤ ਵਿੱਚ ਤੇ ਵਾਕਈ ਜਿਹੜਾ ਬੰਦਾ ਇੱਕ ਵਾਰੀ ਡਰਾਈਵਰ ਬਣ ਜਾਏ ਨਾ ਜੀ, ਹੂੰ ਉਹਨੂੰ ਹੋਰ ਕੋਈ ਸ਼ੈ ਪਸੰਦ ਹੀ ਨਹੀਂ ਆਉਂਦੀ। ਇਸ ਮੈਂ ਮੁੜ ਅੱਛਾ ਕੇ ਉੱਥੇ ਜਿਹੜੀ ਗੱਡੀ ਚਲਾਣਾ ਵਾ ਉੱਥੇ ਹਾਂ ਇੱਕ ਖਾਤੂਨ ਦਾ ਗੱਡੀ ਚਲਾਣਾ ਉਹਨੂੰ ਉਹ ਮੁਆਸ਼ਰਾ ਕਿਸ ਨਜ਼ਰ ਨਾਲ ਵੇਖਦਾ ਹੈ? ਬੜੀ ਪਿਆਰੀ ਨਜ਼ਰ ਨਾਲ ਵੇਖਦਾ, ਅੱਛਾ ਬੜੀ ਅੱਛੀ ਜੌਬ ਹੈ, ਢੇਰ ਪੈਸੇ ਕਸਮੇ। ਹਾਂ ਐਂਡ ਉੱਥੇ ਤੇ ਇਸ ਚੀਜ਼ ਨੂੰ ਗੁਨਾਹ ਸਮਝਿਆ ਜਾਂਦਾ, ਤੁਸੀਂ ਕਹੋਗੇ ਇਹ ਕੰਮ ਬੁੱਢੀਆਂ ਲਈ ਹੈ ਤੇ ਇਹ ਕੰਮ ਬੰਦਿਆਂ ਲਈ ਹੈ, ਹੂੰ ਜਾਂ ਇਹ ਕੰਮ ਔਰਤਾਂ ਨੂੰ ਥੋੜੀ ਵੇਚ ਦੇਣੀ ਜਾਂ ਬੰਦਿਆਂ ਨੂੰ ਜ਼ਿਆਦਾ ਦੇਣੀ, ਕੋਈ ਫਰਕ ਨਹੀਂ ਹੈ ਉੱਥੇ। ਹਰ ਹੂੰ ਕੰਮ ਹਰ ਬੰਦਾ ਹੀ ਕਰਦਾ ਹੈ, ਹੂੰ ਭਾਵੇਂ ਟੈਕਸੀ ਉਡਾਣੀ ਹੈ ਤੇ ਭਾਵੇਂ ਜੱਟ ਉਡਾਣਾ ਨਾ, ਲੇਡੀਜ਼ ਅੱਛਾ ਵੀ ਕਰ ਰਹੀਆਂ, ਬੰਦੇ ਵੀ ਕਰ ਰਹੇ, ਕੋਈ ਸਹੀ ਰੌਲਾ ਨਹੀਂ, ਬਿਲਕੁਲ ਕੋਈ ਨਹੀਂ। ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਉਹ ਲੋਰੀ ਮਿਲੇ ਸਵਾਰੀ ਬੰਦਾ ਬੋਰ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਬੰਦਾ ਹੋ ਨਹੀਂ ਆਹ ਹੁੰਦਾ। ਸਭ ਤੋਂ ਵੱਧ ਕਮਾ ਕੇ ਫਿਰ ਵੀ ਐਵੇਂ ਹੀ ਰੌਲਾ ਪਾਨੇ ਆ, ਜਦ ਮਰਜ਼ੀ ਅਸੀਂ ਖਾਂਦੇ ਪੀਂਦੇ, ਜਦ ਮਰਜ਼ੀ ਸੌ ਜਾਂਦੇ ਆ, ਭਾਜੀ ਆਪਣੇ ਬੌਸ ਹਾਂ ਖੁਦ ਹੀ, ਹੋਰ ਕਿਤੇ ਇਹ ਟੌਰ ਨਹੀਂ ਹੁੰਦਾ, ਹਾਂ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। ਲੱਖਾਂ ਆ ਗਈਆਂ ਰੋਡ ਤੇ ਗੱਡੀਆਂ, ਬਾਕੀ ਕਸਰਾਂ ਊਬਰ ਕੱਢੀਆਂ, ਅੱਗੇ ਸੀ ਬਣਦੇ ਚੰਗੇ ਪੈਸੇ, ਹੁਣ ਪਹਿਲਾਂ ਵਰਗਾ ਜ਼ੋਰ ਨਹੀਂ ਹੁੰਦਾ, ਕਿਆ ਬਾਤ ਹੈ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। ਆਹ ਚੰਗੇ ਮੰਦੇ ਲੋਕ ਸਤਾਵਣ, ਆਫਿਸ ਵਾਲੇ ਰੋਬ ਵੀ ਪਾਵਣ, ਪੈਸੇ ਮਾਰ ਕੇ ਭੱਜ ਗਿਆ ਮੁੰਡਾ, ਉਹਦੇ ਪਿੱਛੇ ਦੌੜ ਨਹੀਂ ਹੁੰਦਾ, ਬਈ ਬਹੁਤ ਟੈਕਸੀ ਅੱਛੇ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। ਰਿਸ਼ਤੇਦਾਰ ਵੀ ਨੱਕ ਚੜਾਵਣ, ਸਹੇਲੀਆਂ ਮੈਨੂੰ ਜੁਗਤਾ ਮਾਰਨ, ਅਸੀਂ ਵੀ ਆਪਣੇ ਬਿੱਲ ਭਰਨੇ ਨੇ, ਇਸ ਬਾਰੇ ਕਿਉਂ ਗੌਰ ਨਹੀਂ ਹੁੰਦਾ, ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। ਗੱਲਾਂ ਤੋਂ ਤੂੰ ਨਾ ਘਬਰਾਈ, ਦੁਨੀਆ ਦਾ ਇਹ ਕੰਮ ਹੈ ਸਾਈਂ, ਰਿਜ਼ਕ ਥੋੜੀ ਖਾ ਕੇ ਖੁਸ਼ ਰਹਿੰਦੇ ਹਾਂ, ਰਿਜ਼ਕ ਹਲਾਲ ਕਮਜ਼ੋਰ ਨਹੀਂ ਹੁੰਦਾ, ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। ਟੈਕਸੀ ਦੇ ਵਿੱਚ ਆ ਬੈਠੀਆਂ, ਖਾਸਾ ਵਜ਼ਨ ਵਧਾ ਬੈਠੀਆਂ, ਡਾਈਟਿੰਗ ਸ਼ਾਈਟਿੰਗ ਕੰਮ ਨਾ ਆਵੇ, ਇਹਦਾ ਹੁਣ ਕੋਈ ਤੋੜ ਨਹੀਂ ਹੁੰਦਾ, ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। ਫੇਸਬੁੱਕ ਤੇ ਅਪਡੇਟਸ ਹਜ਼ਾਰਾਂ, ਵਟਸਐਪ ਦੀ ਹੈ ਮੱਤ ਮੈਂ ਮਾਰਾਂ, ਚੈਟਿੰਗ ਕਰਕੇ ਟਾਈਮ ਟਪਾਵਾਂ, ਗਾਣੇ ਬਿਨ ਕੰਮ ਹੋਰ ਨਹੀਂ ਹੁੰਦਾ, ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। ਟੈਕਸੀ ਦੇ ਵੀ ਬੜੇ ਸਿਆਪੇ, ਪੰਕਚਰ ਟਾਇਰ ਕਿਵੇਂ ਬਦਲਾਂ ਆਪੇ, ਡੀਜ਼ਲ ਮਹਿੰਗਾ ਮਕੈਨਿਕ ਦੇ ਨਖਰੇ, ਟੁੱਟਾ ਇੰਜਣ ਜੋੜ ਨਹੀਂ ਹੁੰਦਾ, ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। ਸਹੇਲੀ ਦੀ ਇੱਕ ਕਾਲ ਜੇ ਆਵੇ, ਸ਼ਾਦਾਂ ਟੈਕਸੀ ਗੀਰ ਚ ਪਾਵੇ, ਜਿਹੜਾ ਮਰਜ਼ੀ ਕੰਮ ਕਰਾ ਲੋ, ਡਰਾਈਵਰ ਕਦੇ ਕੰਮ ਚੋਰ ਨਹੀਂ ਹੁੰਦਾ, ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂ ਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ।
ਉਸ ਤੋਂ ਬਾਅਦ ਥੋੜਾ ਜਿਹਾ ਮੈਂ ਫਿਲ ਵਧੀ ਹੋ ਗਈ। ਟੈਕਸੀ ਮੈਨੂੰ ਬਹੁਤ ਪਿਆਰੀ ਕਰਦੀ ਰੋਜ਼ ਇਹ ਜੇਬ ਹੈ ਭਾਰੀ, ਇਹਦੇ ਨਾਲ ਮੈਂ ਕਰਦੀ ਗੱਲਾਂ ਦੂਜਿਆਂ ਨਾਲ ਮੈਂ ਕਰਦੀ ਸੰਗਾਂ, ਇਹ ਓਈ ਮੇਰੇ ਦਿਲ ਦਾ ਦਰਦੀ ਲੋਕਾਂ ਨਾਲ ਮੈਂ ਕਹਿੰਦੀ ਡਰਦੀ, ਲੋਕਾਂ ਨਾਲ ਮੈਂ ਕਹਿੰਦੀ ਡਰਦੀ, ਲੋਕਾਂ ਨਾਲ ਮੈਂ ਕਹਿੰਦੀ ਡਰਦੀ, ਜਿਹੜਾ ਮੇਰੇ ਬੋਝ ਵੰਡਾਵੇ ਇਹ ਉਹ ਜਿਹਾ ਵਮਖੋਰ ਨਹੀਂ ਹੁੰਦਾ, ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। ਵੀਕਐਂਡ ਸਾਨੂੰ ਬੜੇ ਫੱਬਣ ਟਿੱਪਾਂ ਬੋਨਸ ਚੰਗੇ ਲੱਗਣ, ਨਿਊ ਈਅਰ ਤੇ ਕ੍ਰਿਸਮਸ ਨਾਲੋਂ ਸੀਜ਼ਨ ਚੰਗਾ ਹੋਰ ਨਹੀਂ ਹੁੰਦਾ, ਹਾਏ 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 ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। ਫਿਰ ਟੈਕਸੀ ਵਾਲਿਆਂ ਨੇ ਪਿੱਛੇ ਮੁੜ ਮੁੜ ਵੀ ਵੇਖਣਾ ਹੁੰਦਾ, ਮੁੰਡੇ ਨਾਲ ਗਵਾਂਢਣ ਵੇਖੇ ਨਵੇਂ ਨੋਟ ਹੀ ਲਾਂਦੇ ਵੇਖੇ, ਠਰਕੀ ਠਰਕੀ ਬਾਬਾ ਜੀ ਵੀ ਗਰਲ ਫਰੈਂਡ ਮਨਾਉਂਦੇ ਵੇਖੇ, ਉਮਰਾਂ ਦੇ ਵਿੱਚ ਕੀ ਰੱਖਿਆ ਏ ਉਹ ਬਾਬੇ ਦਾ ਦਿਲ ਪਿਸ਼ੋਰ ਨਹੀਂ ਹੁੰਦਾ, ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। ਕੱਲ ਟੈਕਸੀ ਵਿੱਚ ਬੈਠਾ ਬੰਦਾ ਸ਼ਰਾਬ ਦੀ ਬਹੁਤ ਗੰਦਾ ਮੰਦਾ, ਮੈਂ ਕਿਹਾ ਲੈ ਵੀ ਪੈ ਗਿਆ ਪੰਗਾ, ਪਰ ਦਿੱਤਾ ਉਹਨੇ ਟਿਪ ਸੀ ਚੰਗਾ, ਸ਼ਕਲੋਂ ਮੈਨੂੰ ਚੋਰ ਸੀ ਲੱਗਦਾ ਉਹ ਹਰ ਬੰਦਾ ਅੰਦਰੋਂ ਚੋਰ ਨਹੀਂ ਹੁੰਦਾ, ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ ਭਾਜੀ, ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। 15 ਵਰੇ ਹੁਣ ਨੂੰ ਆਏ ਸਾਰੇ ਕਰਜ਼ੇ ਤੋਣ ਨੂੰ ਆਏ, ਨੱਕੋ ਨੱਕੀ ਰੋਣ ਨੂੰ ਆਏ, ਉਮਰ ਨੂੰ ਮੇਰੀ ਖੋਣ ਨੂੰ ਆਏ, ਸੱਚੀ ਗੱਲ ਐ ਥੱਕ ਗਈਆਂ ਹੁਣ ਓਏ ਬਸ ਮੈਥੋਂ ਕੰਮ ਹੁਣ ਹੋਰ ਨਹੀਂ ਹੁੰਦਾ, ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ, ਹਾਂਜੀ ਟੈਕਸੀ ਕਰਕੇ ਕੰਮ ਹੋ ਨਹੀਂ ਹੁੰਦਾ। ਮੁੰਡਿਓ ਥੈਂਕ ਯੂ। ਕੀ ਬਾਤ ਹੈ, ਵਾਹ ਵਾਹ ਵਾਹ, ਬਹੁਤ ਅੱਛੇ ਬਹੁਤ ਅੱਛੇ। ਥੈਂਕ ਯੂ। ਅੱਛਾ, ਇੱਥੇ ਪਾਕਿਸਤਾਨ ਦੇ ਅੰਦਰ ਤੁਹਾਨੂੰ ਡਰਾਈਵਿੰਗ ਕੈਸੀ ਲੱਗੀ ਹੈ? ਕੋਈ ਕੀਤੀ ਗੜਾਈ ਕਿਤੇ ਗੱਡੀ ਗੁੱਡੀ ਚਲਾਈ? ਉੱਥੇ ਹੀ ਮਸਾਂ ਇੱਕ ਲਾਈਨ 'ਚ ਸਿੱਧੇ ਜਾਈ ਜਾਓ ਤੇ ਚਲਾਈ ਜਾਈਦੀ, ਇੱਥੇ ਬਹੁਤ ਮੁਸ਼ਕਲ ਹੈ। ਵੱਡੇ ਸ਼ਹਿਰਾਂ ਵਿੱਚ ਤੇ ਇੱਥੇ ਹੈ ਕਿ ਚਲੋ ਲਾਈਨ 'ਚ ਰਹਿੰਦੇ ਨੇ, ਪਰ ਹੁਣ ਜੇ ਮੈਂ ਆਪਣੇ ਮੁਹੱਲੇ ਸ਼ੋਹੂਪੁਰਾ ਟੁਰ ਜਾਵਾਂ ਤਾਂ ਉੱਥੇ ਵਿੱਚ ਹੀ ਸਾਈਕਲ ਵਾਲਿਆਂ ਨੇ ਵੜ ਜਾਣਾ, ਵਿੱਚ ਹੀ ਖੋਤੀ ਰੇਹੜੀ ਵਾਲਿਆਂ ਨੇ ਵੜ ਜਾਣਾ, ਤੇ ਫਿਰ ਐਵੇਂ ਇੱਧਰ ਉੱਧਰ ਮਾਰਦੀ ਫਿਰਾਂਗੀ। ਮੈਂ ਨਹੀਂ ਇੱਥੇ ਟਰਾਈ ਕਰਦੀ, ਨਾ ਇੱਥੇ ਟਰਾਈ ਕਰਦੀ ਨਾ ਕੈਨੇਡਾ 'ਚ, ਇਸ ਲਈ ਨਹੀਂ ਕਿ ਉੱਥੇ ਵੈਸੇ ਹੀ ਲੈਫਟ ਹੈਂਡ ਡਰਾਈਵ ਹੈ। ਸਹੀ, ਉਹ ਮੇਰੇ ਬਾਰੇ ਨੇ ਤਾਂ ਮਸਾ ਰਾਈਟ ਹੈਂਡ ਸਿੱਖੀ ਹੈ, ਹਾਂ, ਤੇ ਇਹ ਲੈਫਟ ਹੈਂਡ ਕਿੰਨੇ ਚਲਾਣੀ, ਬੜਾ ਮੁਸ਼ਕਲ ਕਿਸੇ ਹੋਰ ਮੁਲਕ 'ਚ। ਤੇ ਮੈਨੂੰ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਤੁਸੀਂ ਬੜੇ ਐਕਟਿਵ ਹੈਗੇ ਆ, ਤੁਸੀਂ ਲਾਈਵ ਵੀ ਆਉਂਦੇ ਆ, ਇਸ ਟਾਈਮ ਵੀ ਲਾਈਵ ਵੀ ਬੈਠੇ ਹੋਏ, ਬਿਲਕੁਲ ਇਹ ਇੰਟਰਵਿਊ ਵੀ ਸਾਡਾ ਲਾਈਵ ਹੀ ਜਾ ਰਿਹਾ, ਰਿਕਾਰਡਡ ਵੀ ਹੋ ਰਿਹਾ, ਨਾਲ ਲਾਈਵ ਵੀ ਜਾ ਰਿਹਾ। ਤੇ ਮੈਨੂੰ ਇਹ ਦੱਸੋ, ਜਿਹੜਾ ਲਾਈਵ ਦਾ ਤੁਹਾਨੂੰ ਸ਼ੌਕ ਹੈ, ਇਹ ਕਿਦੋਂ ਤੁਹਾਨੂੰ ਚੜਿਆ ਤੇ ਤੁਸੀਂ ਉਸ ਤੋਂ ਬਾਅਦ? ਭਾਜੀ ਘਰੋਂ ਇਜਾਜ਼ਤਾਂ ਹੁੰਦੀਆਂ ਨਾ, ਮੈਂ ਸਟੇਜ ਐਕਟਰੈਸ ਹੋਣਾ ਸੀਗਾ, ਮੈਨੂੰ ਇੰਨਾ ਜ਼ਿਆਦਾ ਚਾਸੇ ਲਾਈਵ ਆਉਣ ਦਾ, ਕਿਉਂਕਿ ਲਾਈਵ ਤੁਹਾਨੂੰ ਉਸੇ ਵਕਤ ਹੀ ਸ਼ਾਬਾਸ਼ੀ ਮਿਲ ਜਾਂਦੀ, ਜਾਂ ਤਾਂ ਪੈਂਦੇ ਨੇ ਟਮਾਟਰ, ਠੀਕ ਹੈ ਨਾ, ਜਾਂ ਪੈਂਦੇ ਨੇ ਨੋਟਾਂ ਦੇ ਹਾਰ, ਠੀਕ ਹੈ। ਤੇ ਮੈਨੂੰ ਬਹੁਤ ਸ਼ੌਕ ਹੈ ਲਾਈਵ ਸਟੇਜ ਦਾ, ਨਾ ਸ਼ੁਰੂ ਤੋਂ ਹੀ। ਆਵਾਂ ਸਟੈਂਡ ਅਪ ਕਮੇਡੀਅਨ ਕਹਿ ਲਓ, ਬੜਾ ਮੈਨੂੰ ਸ਼ੌਕ, ਲੇਕਿਨ ਘਰੋਂ ਇੰਨੀਆਂ ਇਜਾਜ਼ਤਾਂ ਨਹੀਂ। ਇਸ ਤੋਂ ਫਿਰ ਜਿਹੜਾ ਟਿਕਟੋਕ ਹੈ ਨਾ, ਇਹਨੇ ਮੇਰਾ ਸਹੀ ਲਾਈਵ ਦਾ ਸ਼ੌਕ ਪੂਰਾ ਕੀਤਾ ਕਿ ਤੁਸੀਂ ਐਵਰੀ ਡੇ ਲਾਈਵ ਆ ਸਕਦੇ ਹੋ। ਮੁਸ਼ਾਇਰੇ ਮਸ਼ੂਰੇ ਵੀ ਕਰਾਈਦੇ ਆ, ਸਾਡੀ ਆਪਣੀ ਜੀ ਸ਼ੇਰੋ ਸ਼ਾਇਰੀ ਦੀਆਂ ਤਨਜ਼ੀਮਾਂ ਵੀ ਹੈ, ਲੇਕਿਨ ਉੱਥੇ ਤੁਹਾਨੂੰ ਬਾਅਦਬ ਬਾਤਮੀਜ਼ ਰਹਿਣਾ ਪੈਂਦਾ, ਉੱਥੇ ਫਿਰ ਬਾਜੀ ਸ਼ਮਸ਼ਾਦ ਜ਼ਰਾ ਇੰਨਾ ਖੁੱਲ੍ਹ ਕੇ ਨਹੀਂ ਆ ਸਕਦੀ। ਸੋ ਫਿਰ ਜਿਹੜਾ ਲਾਈਵ ਵਾਲਾ ਝਾਸ ਹੈ ਨਾ, ਇਹ ਫਿਰ ਮੇਰਾ ਟਿਕਟੋਕ ਤੇ ਪੂਰਾ ਹੁੰਦਾ। ਸਹੀ ਹੈ। ਤੇ ਇਹਦਾ ਫਾਈਨੈਂਸ਼ੀਅਲ ਫਾਇਦਾ ਵੀ ਹੁੰਦਾ ਤੁਹਾਨੂੰ? ਬਿਲਕੁਲ ਬਿਲਕੁਲ ਜਨਾਬ। ਟਿਕਟੋਕ ਤੇ ਮੈਂ ਵੀਡੀਓ ਐਵਰੀ ਡੇ ਆਪਣੀ ਟੈਕਸੀ 'ਚ ਬੈਠ ਕੇ ਹਰ ਰੋਜ਼ ਮੈਂ ਇੱਕ ਗਾਣਾ ਰਿਕਾਰਡ ਕਰਦੀ ਹਾਂ, ਜਿਹੜੇ ਹੁਲੇ 'ਚ ਵੀ ਨਹੀਂ ਆ, ਸਾਦਾ ਬਿਲਕੁਲ। ਕੋਈ ਟੈਕਸੀ 'ਚ ਤੁਸੀਂ ਇੰਝ ਬਣ ਸਵਰ ਕੇ ਜਾਓਗੇ ਨਾ ਭਾਜੀ, ਜਿਹੜਾ ਪਹਿਲਾ ਬੰਦਾ ਆਏਗਾ ਨਾ, ਉਹਨੇ ਹੀ ਨਹੀਂ ਨਿਕਲਣਾ ਸਾਰਾ ਦਿਨ। ਇਸ ਕਰਕੇ ਸਾਦਾ ਸਾਦਾ ਵੀਡੀਓ ਇੱਕ ਬਣਾਈ ਦੀ ਹੈ, ਉਸ ਤੋਂ ਬਾਅਦ ਉਹਨੂੰ ਡਾਊਨਲੋਡ ਕਰਕੇ ਉਹਨੇ ਮੈਂ ਫੇਸਬੁੱਕ ਤੇ ਚੜਾ ਦਿੰਦੀ ਹਾਂ, ਉੱਥੋਂ ਆਪੇ ਇੰਸਟਾਗ੍ਰਾਮ ਤੇ ਚਲੀ ਜਾਂਦੀ ਹੈ, YouTube ਤੇ ਲਾ ਦਈਏ। ਸੋ ਇੱਕ ਟਿਕਟ ਵਿੱਚ 3-4 ਮਜ਼ੇ। ਸੋ ਸੋਸ਼ਲ ਮੀਡੀਆ ਜ਼ਿੰਦਾਬਾਦ। ਇੱਕ ਚੀਜ਼ ਜਿਹੜੀ ਅਸੀਂ ਹੈਰਾਨਕੁਨ ਦੇਖੀ ਹੈ ਤੁਹਾਡੇ ਅੰਦਾਜ਼ ਦੇ ਵਿੱਚ, ਉਹ ਇਹ ਹੈ ਕਿ ਤੁਹਾਡੇ ਚ ਅੱਲਾਹ ਤਾਲਾ ਨੇ ਇੱਕ ਖਾਸੀਅਤ ਦਿੱਤੀ ਹੋਈ ਹੈ ਕਿ ਤੁਸੀਂ ਯਕਦਮ ਹੀ ਕਿਸੇ ਨੂੰ ਰਵਾ ਵੀ ਦਿੰਦੇ ਹੋ ਤੇ ਯਕਦਮ ਹਸਾ ਵੀ ਦਿੰਦੇ ਹੋ। ਤੇ ਇਹ ਅਸੀਂ ਉੱਥੇ ਤੁਹਾਡਾ ਉਹ ਸਿਲਸਿਲਾ ਵੇਖਿਆ, ਉੱਥੇ ਤੁਸੀਂ ਆ ਕੇ ਲਿਟਰਲੀ ਸਾਨੂੰ ਰਵਾ ਦਿੱਤਾ, ਉੱਥੇ ਜਿਹੜੇ ਗੀਤ ਤੁਸੀਂ ਸੁਣਾਏ। ਤੇ ਮਤਲਬ ਹੁਣ ਤੁਹਾਡਾ ਮਿਜ਼ਾਜ ਅਸੀਂ ਵੇਖਣ ਦੇ ਕਿ ਬਿਲਕੁਲ ਡਿਫਰੈਂਟ ਸਾਡੇ ਸਾਹਮਣੇ ਸ਼ਮਸ਼ਾਦ ਬੈਠੇ ਨੇ। ਤੇ ਇਹ ਕਿਵੇਂ ਕਰ ਲੈਂਦੇ ਹੋ? ਮੈਨੂੰ ਦੱਸੋ ਭਾਜੀ,
ਗੱਲ ਤਾਂ ਇਹੀ ਹੈ ਨਜਮ ਕਿ ਤੁਹਾਡੇ ਅੰਦਰ ਦੁੱਖ ਵੀ ਨੇ ਤੇ ਤੁਹਾਡੇ ਅੰਦਰ ਖੁਸ਼ੀਆਂ ਵੀ ਨੇ, ਉਹ ਤੁਸੀਂ ਆਪੇ ਲੱਭਣੀਆਂ ਹੁੰਦੀਆਂ ਨੇ। ਜਿਸ ਤਰ੍ਹਾਂ ਦਾ ਮਾਹੌਲ ਮਿਲ ਜੇ, ਜਿਸ ਤਰ੍ਹਾਂ ਦਾ ਸਾਹਮਣੇ ਵਾਲਾ ਬੰਦਾ ਹੋਇਆ ਨਾ, ਮੈਂ ਉਸ ਤਰ੍ਹਾਂ ਦੀ ਹੋ ਜਾਂਦੀ ਹਾਂ, ਉਸ ਤਰ੍ਹਾਂ ਦੀ ਹੋ ਜਾਂਦੀ ਹਾਂ। ਤੁਹਾਡੀ ਥਾਂ ਤੇ ਕੋਈ ਸੜੇਲ ਮਜ਼ਾਜ ਬੈਠਾ ਹੋਏਗਾ, ਯਕੀਨ ਕਰੋ ਮੈਂ ਵੀ ਸੜੇਲ ਹੋ ਜਾਵਾਂਗੀ। ਇਹ ਛੂਤ ਦੀ ਬਿਮਾਰੀ ਤਰ੍ਹਾਂ ਹੈ। ਜਿਹੜਾ ਮਾਹੌਲ ਹੈ ਨਾ, ਜਾਂ ਸਾਹਮਣੇ ਬੈਠਾ ਬੰਦਾ ਹੈ ਨਾ, ਉਹ ਤੁਹਾਨੂੰ ਛੂਤ ਦੀ ਬਿਮਾਰੀ ਤਰ੍ਹਾਂ ਲੱਗਦਾ ਹੈ। ਸੋ ਮੇਰਾ ਮੂਡ ਡਿਪੈਂਡ ਕਰੇਗਾ ਕਿ ਮੈਂ ਕਿੱਥੇ ਬੈਠੀ ਹਾਂ। ਜਾਂ ਤਾਂ ਮੈਂ ਉਹਨਾਂ ਨੂੰ ਆਪਣੇ ਵਰਗਾ ਕਰ ਲਾਂਗੀ, ਜਾਂ ਉਹ ਮੈਨੂੰ ਮੇਰੇ ਵਰਗਾ ਕਰ ਲੈਣਗੇ। ਬਿਲਕੁਲ ਸਹੀ। ਜੀ ਮੇਰੇ ਤੇ ਮਾਹੌਲ ਦਾ ਬਹੁਤ ਜ਼ਿਆਦਾ ਅਸਰ ਹੋ ਜਾਂਦਾ। ਜਿਸ ਤਰ੍ਹਾਂ ਦੀ ਮਹਿਫਲ ਹੋਏ ਬਸ ਮੈਂ ਉਸ ਤਰ੍ਹਾਂ ਦੀ ਹੋ ਜਾਂਦੀ ਹਾਂ। ਬਿਲਕੁਲ ਸਹੀ। ਸੋ ਸੈਡ ਗਾਣੇ ਉਹ ਮੇਰੀ ਚੁਆਇਸ ਹੁੰਦੀ ਹੈ ਐਂਡ ਤੇ ਹੀ ਰੱਖਾਂ, ਕਿਉਂਕਿ ਇੱਕ ਵਾਰੀ ਤੁਸੀਂ ਭਾਜੀ ਸੈਡ ਹੋ ਜਾਂਦੇ ਹੋ ਨਾ, ਤੇ ਫਿਰ ਤੁਹਾਨੂੰ ਸ਼ੋਖੀਆ ਹੋਣਾ ਜ਼ਰਾ ਮੁਸ਼ਕਿਲ ਹੁੰਦਾ ਹੈ। ਸ਼ੋਖੀਆਂ ਤੋਂ ਸੈਡ ਹੋਣਾ ਈਜ਼ੀ ਹੈ, ਤੇ ਸੈਡ ਤੋਂ ਸ਼ੋਖੀ ਹੋਣਾ ਮੁਸ਼ਕਿਲ ਹੈ। ਜਦੋਂ ਮੈਨੂੰ ਫਰਮਾਇਸ਼ ਆਉਂਦੀ ਹੈ ਬਾਈ ਸ਼ਮਸ਼ਾਦ ਪਰੋਡੀਆਂ ਸੁਣਾ, ਤਾਂ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਠੀਕ ਹੈ ਪਰੋਡੀਆਂ ਪਹਿਲਾਂ ਸੁਣਾ ਦਾ। ਤੇ ਜਦੋਂ ਇੱਕ ਵਾਰੀ ਤੁਸੀਂ ਸੈਡ ਹੋ ਜਾਂਦੇ ਹੋ, ਉਹਦੇ ਚੋਂ ਨਿਕਲਣਾ ਥੋੜਾ ਮੁਸ਼ਕਿਲ ਹੁੰਦਾ ਹੈ। ਤੇ ਫਿਰ ਬਿਸਮਿਲ੍ਲਾ ਕਰੋ, ਕੁਝ ਸੁਣਾਓ ਪਰੋਡੀਆਂ ਸਾਨੂੰ। ਇੱਕ ਮੈਂ ਪਰੋਡੀ ਲਿਖੀ ਬੁੱਢੇ ਬਾਰੇ ਦਾ ਵਿਆਹ। ਉਹ ਯੂਕੇ ਦੇ ਜਿਹੜੇ ਬਾਬੇ ਨੇ ਨਾ, ਉਹਨਾਂ ਤੇ ਲਿਖੀ ਹੈ। ਜਦੋਂ ਮੈਂ ਕਿਸੇ ਮੁਸ਼ਾਇਰੇ 'ਚ ਵੱਡੀ ਮਹਿਫਿਲ ਸੁਣਾਉਂਦੀ ਹਾਂ ਤਾਂ ਉਹ ਸਾਰੇ ਬਾਬੇ ਵਿਚਾਰੇ ਸੱਜੇ ਖੱਬੇ ਵੇਖਣ ਲੱਗ ਜਾਂਦੇ ਹਨ ਕਿ ਸ਼ਮਸ਼ਾਦ ਸਾਨੂੰ ਕਹਿ ਰਹੀ ਹੈ। ਹਕੀਕਤ ਹੈ ਜੀ, ਜਿਹੜੇ ਯੂਕੇ ਦੇ ਬਾਬੇ ਨੇ ਉਹ ਪੈਸੇ ਦੇ ਜ਼ੋਰ ਤੇ ਪਾਕਿਸਤਾਨ ਆਉਂਦੇ ਨੇ ਨਾ, ਉਹ 80-90 ਸਾਲ ਦੀ ਉਮਰ 'ਚ ਵੀ ਜਵਾਨ ਜਿਹੀਆਂ ਕੁੜੀਆਂ ਨੂੰ ਵਿਆਹ ਕੇ ਲੈ ਜਾਂਦੇ ਨੇ, ਸਿਰਫ ਪੈਸੇ ਦੇ ਜ਼ੋਰ ਤੇ। ਕੁੜੀਆਂ ਵੀ ਮਜਬੂਰ ਹੁੰਦੀਆਂ ਨੇ, ਮਾਂ ਬਾਪ ਵਿਚਾਰੇ, ਉਹ ਕੁੜੀਆਂ ਘਰ ਬੈਠੀਆਂ ਬੁੜੀਆਂ ਹੋ ਰਹੀਆਂ ਹੁੰਦੀਆਂ ਜੇਸਦੇ ਉੱਥੋਂ ਮਜਬੂਰੀ ਤੋਂ। ਉਹ ਕਹਿੰਦੇ ਚਲੋ ਸਾਡੀ ਕੁੜੀ ਰੱਜ ਕੇ ਖਾਏਗੀ। ਇੰਨੇ ਕੁ ਸ਼ੌਕਸ਼ੀ ਲੋਕੀ ਇਤਨੀ ਦੂਰ ਆਪਣੀ ਬੇਟੀਆਂ ਨੂੰ ਭੇਜ ਦਿੰਦੇ ਨੇ, ਬਾਬੇ ਦੀਆਂ ਮੌਜਾਂ। ਪਰੋਡੀ ਲਿਖੀ ਜਨਾਬ ਬੁੱਢੇ ਬਾਰੇ ਦਾ ਵਿਆਹ। ਸਾਨੂੰ ਵੀ ਲੈ ਚੱਲ ਨਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ, ਸਾਨੂੰ ਵੀ ਲੈ ਚੱਲ ਨਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ, ਕਰਦੇ ਮਜ਼ਾਕ ਤੇਰੇ ਨਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ, ਸਾਨੂੰ ਵੀ ਲੈ ਚੱਲ ਨਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ। ਬਾਬਾ ਜੀ ਜੇ ਗੱਲ ਹੁੰਦੀ ਤੇਰੇ ਵੱਸ ਦੀ, ਬਾਬਾ ਜੀ ਜੇ ਗੱਲ ਹੁੰਦੀ ਤੇਰੇ ਵੱਸ ਦੀ, ਇੰਜ ਤੇਰੀ ਪਹਿਲੀ ਬੁੱਢੀ ਛੱਡ ਕੇ ਨਾ ਨੱਸਦੀ, ਇੰਜ ਤੇਰੀ ਪਹਿਲੀ ਬੁੱਢੀ ਛੱਡ ਕੇ ਨਾ ਨੱਸਦੀ, ਉਮਰ ਹੈ ਤੇਰੀ 90 ਸਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ, ਮੱਲੇ ਦੇ ਪਿੱਛੇ ਲੱਗੇ ਬਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ। ਲੋਕਾਂ ਦੇ ਲਾਲਚ ਦਾ ਵੀ ਨਾ ਕੁਝ ਹਾਲ ਏ, ਲੋਕਾਂ ਦੇ ਲਾਲਚ ਦਾ ਵੀ ਨਾ ਕੁਝ ਹਾਲ ਏ, ਯੂਕੇ ਦਾ ਵੀਜ਼ਾ ਨਾਲੇ ਪੌਂਡਾਂ ਦਾ ਕਮਾਲ ਏ, ਯੂਕੇ ਦਾ ਵੀਜ਼ਾ ਨਾਲੇ ਪੌਂਡਾਂ ਦਾ ਕਮਾਲ ਏ, ਕੁੜੀ ਨੂੰ ਕੋਈ ਨਾ ਮਲਾ ਲਵੇ ਬਾਬਾ ਸੋਹਣੀ ਬੁੱਢੀ ਵਾਲਿਆ, ਹੱਸ ਹੱਸ ਕੇ ਆਈ ਉਹਦੇ ਨਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ, ਮੱਲੇ ਦੇ ਪਿੱਛੇ ਲੱਗੇ ਬਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ। ਲੋ ਜੀ ਕੁੜੀ ਦਾ ਲੱਗ ਗਿਆ ਵੀਜ਼ਾ, ਯੂਕੇ ਆ ਗਈ ਹੈ। ਤੇ ਫਿਰ ਦੇਖੋ ਇਸ ਤਰ੍ਹਾਂ ਦੀ ਬੇਜੋੜ ਸ਼ਾਦੀਆਂ ਦਾ ਐਂਡ ਤੇ ਫਿਰ ਕੀ ਨਤੀਜਾ ਨਿਕਲਦਾ ਹੈ, ਮਜਬੂਰੀ ਦੀਆਂ ਸ਼ਾਦੀਆਂ। ਠੀਕ ਹੈ ਜੀ, ਕੁੜੀ ਆ ਗਈ ਹੈ। ਹੁਣ ਦੋਨਾਂ ਦਾ ਕੰਟਰਾਸਟ ਦੇਖੋ। ਕੁੜੀ ਤੇ ਜੂੜਾ ਕਰਕੇ ਬੜਾ ਮੁਸਕਰਾਈ ਏ, ਕੁੜੀ ਤੇ ਜੂੜਾ ਕਰਕੇ ਬੜਾ ਮੁਸਕਰਾਈ ਏ, ਬਾਬਾ ਜੀ ਨੇ ਤੇਲ ਲਾ ਕੇ ਟਿੰਡ ਲਚਕਾਈ ਏ, ਬਾਬਾ ਜੀ ਨੇ ਤੇਲ ਲਾ ਕੇ ਟਿੰਡ ਲਚਕਾਈ ਏ, ਹੂਰ ਤੇ ਲੰਗੂਰ ਦੀ ਮਿਸਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ, ਮੱਲੇ ਦੇ ਪਿੱਛੇ ਲੱਗੇ ਬਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ। ਕੁੜੀ ਬੜੀ ਸ਼ੌਕੀ ਹੈ। ਕੁੜੀ ਨੇ ਡਾਂਸ ਕਰਕੇ ਅੱਤ ਬੜੀ ਚੁੱਕੀ ਏ, ਕੁੜੀ ਨੇ ਡਾਂਸ ਕਰਕੇ ਅੱਤ ਬੜੀ ਚੁੱਕੀ ਏ, ਬਾਬਾ ਜੀ ਨੇ ਮਸਾਂ ਮਸਾਂ ਲੱਤ ਇੱਕ ਚੁੱਕੀ ਏ, ਬਾਬਾ ਜੀ ਨੇ ਮਸਾਂ ਮਸਾਂ ਲੱਤ ਇੱਕ ਚੁੱਕੀ ਏ, ਚੁੱਕ ਪਈ ਰਹੀ ਪੂਰਾ ਸਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ, ਮੱਲੇ ਦੇ ਪਿੱਛੇ ਲੱਗੇ ਬਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ। ਬਾਬਾ ਜੀ ਨੇ ਵਾਈਫ ਨੂੰ ਆਈਫੋਨ ਦਿੱਤਾ ਸੀ, ਬਾਬਾ ਜੀ ਨੇ ਵਾਈਫ ਨੂੰ ਆਈਫੋਨ ਦਿੱਤਾ ਸੀ, ਨਾਲੇ 2000 ਦਾ ਈਜ਼ੀ ਲੋਡ ਕੀਤਾ ਸੀ, ਨਾਲੇ 2000 ਦਾ ਈਜ਼ੀ ਲੋਡ
ਰਿਕਾਰਡ ਕੀਤਾ ਸੀ ਮੁੰਡਿਆਂ ਨੂੰ ਕਰਦੀ ਸੀ ਕਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ ਮੱਲੇ ਦੇ ਪਿੱਛੇ ਲੱਗੇ ਬਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ ਮੁੰਡਿਆਂ ਨੂੰ ਕਰਦੀ ਸੀ ਕਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ ਸਮਝ ਸਕਾ ਨਾ ਉਹਦੀ ਚਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ ਬਾਬੇ ਦਾ ਸਾਂਭ ਲਿਆ ਮਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ ਨੱਸ ਗਈ ਉਹ ਹੋਰ ਕਿਸੇ ਨਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ ਬਾਬਾ ਜੀ ਕਰ ਗਏ ਵਸਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ ਮੱਲੇ ਦੇ ਪਿੱਛੇ ਲੱਗੇ ਬਾਲ ਵੇ ਬਾਬਾ ਸੋਹਣੀ ਬੁੱਢੀ ਵਾਲਿਆ ਵੇ ਵਾਹ 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 ਕੀ ਬਾਤ ਹੈ ਬਾਬੇ ਤਾਂ ਫਿਰ ਨਸਨੇ ਉਹ ਇਹਨਾਂ ਜੀ ਬਾਬੇ ਦਾ ਮਾਲ ਸਾਂਭ ਕੇ ਉਹ ਨੱਸ ਗਈ ਇਹ ਕੁਛ ਹੀ ਹੋਣਾ ਸੀ ਅੱਛਾ ਇਹ ਬੜਾ ਇੱਕ ਵੈਸੇ ਅਸੀਂ ਦੇਖਿਆ ਜਾਏ ਤੁਹਾਡੀ ਇਸ ਪੈਰੋਡੀ ਦੇ ਅੰਦਰ ਬੜਾ ਇੱਕ ਤਲਖ ਪਹਿਲੂ ਵੀ ਮੌਜੂਦ ਹੈ ਬਿਲਕੁਲ ਕਿ ਜਿਹੜੇ ਬਾਬੇ ਨੇ ਉਹ ਮਤਲਬ ਇੱਥੋਂ ਜਾਂਦੀ ਹੈ ਦੁਨੀਆ ਉੱਥੇ ਕਮਾ ਕੇ ਬੁੱਢੇ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਆਉਂਦਾ ਕਿ ਹੁਣ ਅਸੀਂ ਲਾਈਫ ਵੀ ਇੰਜੋਏ ਕਰੀਏ ਜ਼ਿੰਦਗੀ ਕਰੀਏ ਤਾਂ ਫਿਰ ਉਹ ਇੱਧਰਲੀ ਸਾਈਡ ਤੇ ਆਉਂਦੇ ਤੁਹਾਨੂੰ ਉੱਥੋਂ ਦੇ ਬਾਬਿਆਂ 'ਚ ਤੇ ਇੱਥੇ ਦੇ ਬਾਬਿਆਂ 'ਚ ਕੀ ਫਰਕ ਮਹਿਸੂਸ ਹੋਇਆ ਹਾਏ ਸਦਕੇ ਜਾਵਾਂ ਯੂਕੇ ਦੇ ਬਾਬਿਆਂ ਤੋਂ ਮੈਂ ਤੇ ਆਪ ਬੜਾ ਪਸੰਦ ਕਰਦੀ ਭਾਈ ਇਹਨਾਂ ਨੂੰ ਇੱਥੇ ਤੇ ਤੁਸੀਂ 40 ਸਾਲ ਦੇ ਬੰਦੇ ਨੂੰ ਨੁਕਰੇ ਲਾ ਦਿੰਦੇ ਹੋ ਬਾਬਾ ਹੋ ਗਿਆ ਅੱਲਾ ਦੀ ਕਸਮ ਉਸ ਹਿਸਾਬ ਵਿੱਚ ਤਾਂ ਸਾਨੂੰ ਹੁਣ ਮਰ ਜਾਣਾ ਚਾਹੀਦਾ ਹੈ 60 61 ਦੀ ਤੇ ਮੈਂ ਹੋ ਗਈ ਮੇਰੇ ਵੀਰ ਹੈ ਪਾਕਿਸਤਾਨ ਦੇ ਹਿਸਾਬ ਨਾਲ ਤਾਂ ਮੈਂ ਬੜਾ ਟਾਈਮ ਲੰਘਾ ਗਈ ਹਾਂ ਤੇ ਸਾਡੇ ਉੱਥੇ ਹਜੇ ਲਿੱਤਰ ਨੂੰ ਵੀ ਬਰਬਾਦ ਸੀ ਸਿੱਟਾਂ ਦੇ ਅਸੀਂ ਕਹਿੰਦੇ ਲਾਈਫ ਹੁਣ ਸ਼ੁਰੂ ਹੋਈ ਰੌਲਾ ਹੀ ਕੋਈ ਨਹੀਂ ਸੋ ਪਾਕਿਸਤਾਨ ਦੇ ਬੁੱਢੇ ਤੁਹਾਨੂੰ ਨਸੀਬ ਹੋਣ ਸਾਡੇ ਬੁੱਢੇ ਜ਼ਿੰਦਾਬਾਦ ਅਸੀਂ ਵੇਖਿਆ ਉੱਥੇ ਬਾਬੇ ਜਿਹੜੇ ਨੇ ਉਹ ਖੇਡ ਰਹੇ ਹੁੰਦੇ ਨੇ ਬੀਚ ਤੇ ਖੇਡ ਰਹੇ ਹੁੰਦੇ ਨੇ ਬਾਬੇ ਵੀ ਬਾਬੀਆਂ ਵੀ ਵਾਲੀਬਾਲ ਖੇਡ ਰਹੇ ਹੁੰਦੇ ਨੇ ਕੀ ਬਾਤ ਹੈ ਯਾਰ ਮੈਂ ਟੈਕਸੀ ਚਲਾਨੀ ਹੈ ਮੈਂ 85 ਸਾਲ ਦੀਆਂ ਮਾਈਆਂ ਨੂੰ ਕਨਸਰਟ ਤੇ ਛੱਡ ਕੇ ਆਈਆਂ ਅਗਲੀਆਂ ਤਿਆਰ ਸ਼ਾਰ ਹੋ ਕੇ ਬੰਬ ਬਣ ਕੇ ਅਗਲੀਆਂ ਜਾਂਦੀਆਂ ਨੇ ਤੇ ਤੁਸੀਂ ਇੱਥੇ ਨੁਕਰੇ ਲਾ ਦਿੰਦੇ ਹੋ 40 ਸਾਲ ਦੇ ਬੰਦੇ ਨੂੰ ਤੁਸੀਂ ਬੁੱਢਾ ਕਹਿੰਦੇ ਹੋ ਅਸੀਂ ਨਹੀਂ ਕਹਿੰਦੇ ਮੈਂ ਦੱਸਿਆ ਨਾ ਓਨੈਸਟ ਟੂ ਗੋਡ ਨਜਮ 85 ਸਾਲ ਦੀਆਂ ਦੋ ਮਾਈਆਂ ਨੂੰ ਮੈਂ ਛੱਡ ਕੇ ਆਈ ਉਹ ਇੰਗਲੈਂਡ ਜਾ ਰਹੀਆਂ ਸੀ ਯਾਨੀ ਟਰੈਵਲ ਕਰਕੇ ਉਹਨਾਂ ਨੇ ਟ੍ਰੇਨ ਜਾਂ ਕੁਝ ਫੜਨਾ ਸੀ ਉੱਥੇ ਉਹਨਾਂ ਨੇ ਕਨਸਰਟ ਅਟੈਂਡ ਕਰਨੇ ਸੀ ਬੜਾ ਫੁੱਲ ਤਿਆਰ ਸ਼ਿਆਰ ਹੋ ਕੇ ਤੁਸੀਂ ਆਪਣੇ ਆਪ ਨੂੰ ਖੁਦ ਜਵਾਨ ਰੱਖਦੇ ਹੋ ਠੀਕ ਹੈ ਨਾ ਇੱਕ ਗਰੀਬੀ ਤੇ ਇੱਕ ਜਿਹੜਾ ਨਾ ਕੋਈ ਐਪਰੀਸ਼ੀਏਟ ਨਾ ਕਰਦਾ ਹੋਵੇ ਤੁਸੀਂ ਟਾਈਮ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਹੋ ਹਾਂ ਠੀਕ ਹੈ ਜੇ ਅਲਹਮਦੁਲਿਲਾ ਤੁਸੀਂ ਸੌਖਾ ਖਾਂਦੇ ਪੀਂਦੇ ਹੋ ਠੀਕ ਹੈ ਰੌਲਾ ਹੀ ਕੋਈ ਨਹੀਂ ਹੈਗਾ ਕੋਈ ਫਰਕ ਨਹੀਂ ਹੈ ਫਿਰ ਤੁਸੀਂ ਜਵਾਨ ਰਹਿੰਦੇ ਹੋ ਫਿਰ ਮੈਂ ਵੀ ਤੁਹਾਨੂੰ ਇਕਾਠਾਂ ਦੀ ਨਹੀਂ ਲੱਗਦੀਆਂ ਮੁੰਡੇ ਉਹ ਕਿੰਨੇ ਦੀ ਲੱਗਦੀਆਂ ਬਈ ਹਲੇ ਕੋਈ 25 ਹੋਏਗਾ ਠੀਕ ਹੈ ਨਾ ਅੱਧ ਲਾ ਲਓ ਸੋ ਅਲਹਮਦੁਲਿਲਾ ਉਹਦੀ ਵਜ੍ਹਾ ਹੀ ਹੈ ਸ਼ੁਕਰ ਅੱਲਾ ਦਾ ਆਪਣਾ ਕਮਾਈ ਦਾ ਆਪਣਾ ਖਾਈ ਦਾ ਆਜ਼ਾਦੀ ਰੌਲਾ ਕੋਈ ਨਹੀਂ ਐਪਰੀਸੀਏਸ਼ਨ ਕੋਈ ਨਾਮ ਵੀ ਦਾ ਜ਼ਬਰਦਸਤੀ ਲਈ ਦੀ ਐਪਰੀਸੀਏਸ਼ਨ ਠੀਕ ਹੈ ਆਪਣੇ ਨਾਮ ਦਾ ਨਾਲ ਲਿਖਿਆ ਸ਼ਮਸ਼ਾਦ ਜੀ ਕੱਲੇ ਕਿਸੇ ਨੂੰ ਸ਼ਮਸ਼ਾਦ ਨਹੀਂ ਕਹਿਣ ਦੀਦਾ ਕੀ ਬਾਤ ਕਰੋ ਇੱਜ਼ਤ ਹਾਂ ਕਰੋ ਬਈ ਪਹਿਲੇ ਤਾਂ ਘਰੋਂ ਇੱਜ਼ਤ ਕਰਕੇ ਚਲੋਗੇ ਤੇ ਐਗਜ਼ੈਕਟਲੀ ਆਪਣੀ ਇੱਜ਼ਤ ਖੁਦ ਕਰੋ ਤੁਸੀਂ ਆਪਣੇ ਆਪ ਨੂੰ ਖੁਦ ਨਹੀਂ ਪਛਾਣਦੇ ਕੌਣ ਕਹੇਗਾ ਜਨਾ ਮੈਂ ਕਿਸੇ ਨੂੰ ਕੱਲਾ ਸ਼ਮਸ਼ਾਦ ਨਹੀਂ ਕਹਿ ਦਿੰਦੀ ਆਪਣੀ ਔਕਾਤ ਚ ਰਹੋ ਪਿਆਰ ਨਾਲ ਮੁਹੱਬਤ ਨਾਲ ਇੱਜ਼ਤ ਨਾਲ ਸਾਰਿਆਂ ਦੀ ਇੱਜ਼ਤ ਕਰੀਦੀ ਹੈ ਸ਼ਮਸ਼ਾਦ ਜੀ ਖਵਾਈ ਦਾ ਅੱਛਾ ਅਸੀਂ ਇੱਕ ਚੀਜ਼ ਦੇਖੀ ਦੀ ਹੈ ਜਦੋਂ ਉੱਥੇ ਯੂਕੇ ਦੀ ਅਸੀਂ ਗੱਲ ਕਰੀਏ ਤੇ ਉੱਥੇ ਦੇਖਿਆ ਬੜਾ ਲੋਕ ਜਦੋਂ ਕੰਮ ਕਰਦੇ ਨੇ ਤਾਂ 12-12 ਘੰਟੇ ਕੰਮ ਕਰਨਾ ਪੈਂਦਾ ਕਿ ਜਦੋਂ ਉੱਥੇ ਲਾਈਫ ਬੜੀ ਟਫ ਹੈ ਉੱਥੇ ਪੈਸਾ ਕਮਾਉਣਾ ਬੜਾ ਮੁਸ਼ਕਿਲ ਹੈ ਤੇ ਇਹ ਕਿੰਨਾ ਜਿਹੜਾ ਇਹਦੇ ਚ ਸੱਚ ਹੈ ਤੇ ਕਿੰਨੀ ਇਹਦੇ ਚ ਮਿਲਾਵਟ ਹੈ ਬਿਲਕੁਲ ਐਸਾ ਹੀ ਹੈ ਬਿਲਕੁਲ ਐਸਾ ਹੀ ਹੈ ਪਾਕਿਸਤਾਨ ਚ ਜਿਹੜੇ ਨਾ ਕਮਜ਼ੋਰ ਨੇ ਲੋਕ ਕਮਜ਼ੋਰ ਨੇ ਭਾਈਆਂ ਸਾਹਮਣੇ ਸਾਫ਼ ਕਹਿ ਰਹੀ ਹੈ ਕਮਜ਼ੋਰ ਨੇ ਦਿਲ ਕਰਦਾ ਛੁੱਟੀਆਂ ਹੀ ਕਰੀ ਜਾਈ ਤੇ ਤਨਖਾਹ ਸਾਨੂੰ ਮਿਲਦੀ ਰਹੇ ਬਾਈ ਉੱਥੇ ਖੋਤੇ ਤਰ੍ਹਾਂ ਕੰਮ ਲੈਂਦੇ ਨੇ ਗੋਰੇ ਠੀਕ ਹੈ 5-6 ਦਿਨ ਅਗਲੇ ਕੰਮ ਕਰਦੇ ਨੇ 7 ਦਿਨ ਅਗਲੇ ਟੁੰਨ ਪਾਰਟੀਆਂ ਕਰਨੀਆਂ ਨਾ 5 ਦਿਨ ਟਿਕਾ ਕੇ ਕੰਮ ਕਰਦੇ ਨੇ ਵਾਕਈ ਲੌਂਗ ਆਵਰਸ ਕਰਦੇ ਨੇ 12 ਘੰਟੇ 8 ਘੰਟੇ ਤਾਂ ਉੱਥੇ ਮਿਨੀਮਮ ਹੈ ਨਾ 8-10 ਘੰਟੇ ਤੇ 12 ਘੰਟੇ 14 ਘੰਟੇ ਸ਼ਿਫਟਾਂ ਵੀ ਆਮ ਨੇ ਲੋਕ ਟਿਕਾ ਕੰਮ ਕਰਦੇ ਨੇ ਫਿਰ 2 ਦਿਨ ਟਿਕਾ ਕੇ ਇੰਜੋਏ ਕਰਦੇ ਨੇ ਇੱਥੇ ਕੰਮ ਉਹ ਨਹੀਂ ਕਰਦੇ ਉਹੀ ਬੰਦਾ ਜਿਹੜਾ ਇੱਥੇ ਨਖੱਟੂ ਹੈ ਉੱਥੇ ਜਾ ਕੇ ਮਿਹਨਤ ਕਰਦਾ ਉਹ ਬਿਲਕੁਲ ਜਿਹੜੀ ਅਸੀਂ ਰਸਤੇ 'ਚ ਗੱਲ ਕਰ ਰਹੇ ਸੀ ਕਿ ਪਾਕਿਸਤਾਨ 'ਚ ਇੱਕ ਵੀ ਰੌਲਾ ਹੈ ਨਾ ਇੱਥੇ ਤਬਕਾਤੀ ਫਰਕ ਬਹੁਤ ਹੈ ਇੱਥੇ ਸਫਾਈਆਂ ਕਰਨ ਵਾਲੇ ਨੂੰ ਇੱਥੇ ਟੀਚਰ ਨੂੰ ਇੱਥੇ ਨਰਸ ਨੂੰ ਇੱਥੇ ਉਹ ਇੱਜ਼ਤ ਬੁੱਕਤ ਹੈ ਹੀ ਨਹੀਂ ਜਿਹੜੀ ਉੱਥੇ ਹੈ ਉੱਥੇ ਸਫਾਈ ਕਰਨ ਵਾਲੇ ਦੀ ਵੀ ਉਨੀ ਵੇਜ ਹੈ ਬਲਕਿ ਸਾਡੇ ਨਾਲ ਥੋੜੀ ਜ਼ਿਆਦਾ ਹੀ ਹੋਏਗੀ ਤੇ ਹਰ ਕੰਮ ਦੀ ਉੱਥੇ ਇੱਜ਼ਤ ਹੈ ਉਹੀ ਕੰਮ ਜਿਹੜੇ ਇੱਥੇ ਤੁਸੀਂ ਨਹੀਂ ਕਰਦੇ ਠੀਕ ਹੈ ਉੱਥੇ ਤੁਸੀਂ ਹੋਟਲਾਂ 'ਚ ਸਫਾਈਆਂ ਵੀ ਕਰੋਗੇ ਇੱਥੇ ਬਰਸ਼ ਵੀ ਫੇਰੋਗੇ ਟੇਕਵੇ ਤੇ ਤੁਸੀਂ ਆਪਣਾ ਡੋਨਰ ਕਬਾਬ ਵੀ ਲਾ ਰਹੇ ਹੋ ਠੀਕ ਹੈ ਦੁਕਾਨਾਂ ਵਿੱਚ ਗੋਲੀਆਂ ਟਾਫੀਆਂ ਵੀ ਵੇਚ ਰਹੇ ਹੋ ਉਹ ਸਾਰੇ ਕੰਮ ਉੱਥੇ ਕਰੋਗੇ ਕਿਉਂਕਿ ਉੱਥੇ ਫਰਕ ਹੀ ਕੋਈ ਨਹੀਂ ਹੈਗਾ ਉੱਥੇ ਕੋਈ ਤੁਹਾਡਾ ਮਜ਼ਾਕ ਨਹੀਂ ਉਡਾਉਂਦਾ ਉੱਥੇ ਇੱਕ ਸਫਾਈ ਕਰਨ ਵਾਲੇ ਵੀ ਤੁਸੀਂ ਸਰ ਕਹਿ ਕੇ ਬੁਲਾਓਗੇ
ਇੱਥੇ ਕੋਈ ਰੌਲਾ ਨਹੀਂ, ਇੱਥੇ ਠੁੱਡਾ ਮਾਰਦੇ ਨੇ, ਇੱਥੇ ਠੁੱਡਾ ਮਾਰ ਕੇ ਗੱਲ ਕਰਦੇ ਨੇ। ਮੈਂ ਆਪਣੇ ਮਿਊਜ਼ੀਸ਼ੀਅਨ ਕੋਲ ਜਾਂਦੀ ਹਾਂ ਗਾਣੇ ਬਣਾਉਣ, ਤੇ ਬੜੇ ਪਿਆਰ ਨਾਲ ਉਹਨੂੰ ਮੈਂ ਰੱਖਦੀ ਹਾਂ ਮੁੰਡੇ ਨੂੰ, ਉਹ ਬੜਾ ਖੁਸ਼ ਹੁੰਦਾ ਹੈ ਕਿ ਭਾਈ ਸ਼ਮਸ਼ਾਦ ਤੁਸੀਂ ਮੇਰੀ ਇਤਨੀ ਇੱਜ਼ਤ ਕਰਦੇ ਹੋ, ਸਾਨੂੰ ਤਾਂ ਲੋਕੀ ਠੁੱਡਾ ਮਾਰਦੇ ਨੇ, ਓਏ ਓਏ ਲਾ ਗਾਣਾ। ਮੈਂ ਉਹਨੂੰ ਕਹਿੰਦੀ ਹਾਂ ਮੇਰਾ ਪੁੱਤਰ ਲਗਾ ਗਾਣਾ। ਬਸ ਇਹ ਫਰਕ ਹੈ ਭਾਈ ਕਿ ਉੱਥੇ ਇੱਜ਼ਤ ਇਨਸਾਨ ਦੀ ਬਹੁਤ ਹੈ, ਉਹ ਕੁਛ ਅਸੀਂ ਉੱਥੇ ਸਿੱਖਿਆ। ਇੱਜ਼ਤ ਇਨਸਾਨ ਦੀ ਬਹੁਤ ਹੈ, ਬਿਲਕੁਲ ਸਹੀ ਹੈ, ਕਦਰ ਸਭ ਦੀ ਇੱਕ ਬਰਾਬਰ, ਠੀਕ ਹੈ। ਇੱਥੇ ਤੁਸੀਂ ਕਹਿੰਦੇ ਹੋ ਆ ਕਮੀ ਕਮੀਣ, ਉੱਥੇ ਇਹ ਲਫ਼ਜ਼ ਚੱਲਦੇ ਹੀ ਨਹੀਂ। ਕੌਣ ਕਮੀ ਕਮੀਣ ਹੋਏ, ਕਿਹੜਾ ਚੌਧਰੀ? ਉੱਥੇ ਸਾਰੇ ਹੀ ਚੌਧਰੀ ਨੇ। ਜ਼ਾਹਰ ਹੈ ਇੱਜ਼ਤ ਦਿਓਗੇ ਤੇ ਇੱਜ਼ਤ ਮਿਲੇਗੀ। ਉੱਥੇ ਤੁਸੀਂ ਠੁੱਡਾ ਮਾਰੋਗੇ ਤਾਂ ਬੰਦਾ ਤੁਹਾਡੇ ਤੇ ਕੇਸ ਕਰ ਦੇਗਾ ਕਿ ਇਹਨੇ ਮੈਨੂੰ ਠੁੱਡਾ ਮਾਰਿਆ ਨਾ। ਮਤਲਬ ਮੈਂ ਲਾਜ਼ ਦੇ ਹਵਾਲੇ 'ਚ ਗੱਲ ਵੀ ਹੁੰਦੀ ਹੈ ਕਿ ਉੱਥੇ ਲਾਅ ਬੜੇ ਸਖਤ ਨੇ ਔਰ ਮਤਲਬ ਇੰਨੇ ਨੇ ਕਿ ਇਨਸਾਨ ਖੁਦ ਬ ਖੁਦ ਕੰਟਰੋਲ ਹੋ ਜਾਂਦਾ ਹੈ। ਹਾਂਜੀ, ਔਰ ਇੱਥੇ ਲਾਅ ਹੈ ਨੇ ਲੇਕਿਨ ਉਹਨਾਂ ਦੀ ਉਸ ਤਰ੍ਹਾਂ ਇੰਪਲੀਮੈਂਟੇਸ਼ਨ ਨਹੀਂ। ਨਜਮ ਉੱਥੇ ਲਾਅ ਵੀ ਹੈ, ਲਾਅ ਦੇ ਉੱਤੇ ਅਮਲ ਵੀ ਹੁੰਦਾ ਹੈ, ਤਾਂ ਲਾਅ ਸਭ ਵਾਸਤੇ ਇੱਕ ਬਰਾਬਰ 24 ਘੰਟੇ ਦਿਨ ਰਾਤ ਇੱਕ ਬਰਾਬਰ। ਇੱਕ ਬੱਚਾ ਵੀ ਹੈ ਨਾ, ਉਹਦੇ ਕੋਲ ਕਾਗਜ਼ ਪੂਰੇ ਨੇ ਨਾ, ਤੇ ਉਹ ਆਰਾਮ ਨਾਲ ਜਾ ਕੇ ਆਪਣਾ ਕੰਮ ਕਰਾ ਲਏਗਾ, ਜਿਹੜਾ ਵੀ ਉਹਦਾ ਕੰਮ ਹੈ ਨਾ, ਭਾਵੇਂ ਬੱਚਾ ਹੈ, ਭਾਵੇਂ ਵੱਡਾ ਹੈ, ਭਾਵੇਂ ਬੁੜੀ ਹੈ ਬੰਦਾ, ਕੋਈ ਸਿਫਾਰਿਸ਼ ਦੀ ਜ਼ਰੂਰਤ ਨਹੀਂ ਹੈ। ਪਾਕਿਸਤਾਨ ਦਾ ਮੈਂ ਆਪਣੇ ਮੁਲਕ ਨਾਲ ਬਹੁਤ ਮੁਹੱਬਤ ਕਰਦੀ ਹਾਂ। ਪਾਕਿਸਤਾਨ ਲਿਵ ਲੌਂਗ ਲਾਈਫ, ਲੇਕਿਨ ਇੱਥੇ ਭਾਈ ਇਨਸਾਫ ਨਹੀਂ ਹੈ। ਇੱਥੇ ਔਰਤਾਂ ਦੇ ਨਾਲ ਫਰਕ ਕੀਤਾ ਜਾਂਦਾ ਹੈ, ਠੀਕ ਹੈ। ਤੁਹਾਡੇ ਕਾਗਜ਼ ਪੂਰੇ ਵੀ ਨੇ, ਤੁਹਾਨੂੰ ਫਿਰ ਵੀ ਸਿਫਾਰਿਸ਼ ਚਾਹੀਦੀ ਹੈ ਯਾਰ, ਤੁਹਾਨੂੰ ਫਿਰ ਵੀ ਰਿਸ਼ਵਤ ਚਾਹੀਦੀ ਹੈ। ਵਾਈ ਬਟ ਵਾਈ, ਕਿਉਂ, ਵੈਨ, ਹੂ, ਮੈਨੂੰ ਜਿੰਨੀ ਅੰਗਰੇਜ਼ੀ ਆਉਂਦੀ ਮੈਂ ਬੋਲ ਛੱਡੀ ਹੈ। ਸਹੀ ਹੈ, ਇਸ ਲਈ ਕਿ ਵੀ ਇੱਥੇ ਤੁਹਾਨੂੰ ਸਿਫਾਰਿਸ਼ ਚਾਹੀਦੀ ਹੈ, ਕਿਉਂ ਪਤਾ ਨਹੀਂ। ਸਿਸਟਮ ਉੱਤੇ ਤੋਂ ਲੈ ਕੇ ਨੀਚੇ ਤੱਕ ਪੈਸੇ ਦੇ ਕੇ ਹਰ ਕੰਮ ਹੁੰਦਾ ਹੈ। ਤੁਸੀਂ ਸਮਝਦੇ ਹੋ ਕਿ ਜਿਸ ਤਰ੍ਹਾਂ ਤੁਹਾਨੂੰ ਇੱਕ ਖਿਤਾਬ ਉੱਥੇ ਮਿਲ ਗਿਆ ਜਨਾਬ ਫਸਟ ਲੇਡੀ ਡਰਾਈਵਰ, ਇੱਥੇ ਹੁੰਦੇ ਤੇ ਤੁਹਾਨੂੰ ਕਿਸ ਤਰ੍ਹਾਂ ਟਰੀਟ ਹੁੰਦੇ? ਇੱਥੇ ਘਰ ਆਣਾ 2 ਲੀਟਰ ਲਾ ਕੇ ਬਿਠਾਇਆ ਹੋਣਾ ਸੀ ਘਰ, ਨੋ ਇਜਾਜ਼ਤ, ਸਵਾਲ ਹੀ ਨਹੀਂ ਪੈਦਾ ਹੁੰਦਾ ਵਾ ਇੱਥੇ ਪਾਕਿਸਤਾਨ 'ਚ ਟੈਕਸੀ ਡਰਾਈਵਰ ਹੁੰਦੀ। ਈਵਨ ਭਾਈ ਮੈਨੂੰ ਅੱਜ ਮੈਨੂੰ ਤਲਾਹ ਮਿਲੀ ਹੈ ਕਿ ਮੇਰੀ ਫੈਮਿਲੀ 'ਚ ਮੇਰੇ ਭੜੇਵੇਂ ਮਾਈਂਡ ਕਰਦੇ ਨੇ ਕਿ ਉਹ ਸਾਡੇ ਖੋਖਰ ਮਹੱਲੇ 'ਚ, ਸਾਡੇ ਫਲਾਣੇ ਮਹੱਲੇ, ਇਹ ਬਾਜੀ ਸ਼ਮਸ਼ਾਦ ਦੇ ਸਾਰੇ ਫੈਨ ਨੇ ਸਾਡੇ ਵਾਸਤੇ, ਤੇ ਬਹੁਤ ਸ਼ਰਮ ਦੀ ਗੱਲ ਹੈ ਬੜੀ। ਓਨੈਸਟ ਟੂ ਗੋਡ, ਅੱਜ ਸਵੇਰੇ ਮੈਂ ਕਮੈਂਟ ਸੁਣ ਕੇ ਹਟੀਆਂ ਤੇ ਬੜਾ ਦਿਲ ਖਰਾਬ ਵੀ ਹੋਇਆ, ਲੇਕਿਨ ਮੈਂ ਕੀ ਕਰ ਸਕਦੀ ਹਾਂ। ਮੇਰਾ ਵੀ ਇੱਕ ਆਮ ਜੀ ਫੈਮਿਲੀ ਨਾਲ ਤਾਲੁਕ ਹੈ, ਬਿਲਕੁਲ ਅਸੀਂ ਆਮ ਜਿਹੇ ਲੋਕ ਹਾਂ, ਤੇ ਉਹਨਾਂ ਦਾ ਬਣਦੇ ਨੇ ਇਤਰਾਜ਼, ਤੇ ਲੇਕਿਨ ਮੈਂ ਆਪਣਾ ਸ਼ੌਕ ਪੂਰਾ ਕੀਤਾ। ਨਜਮ, ਮੈਂ ਕੁਛ ਵੀ ਗਲਤ ਨਹੀਂ ਕਰ ਰਹੀ, ਐਂਟਰਟੇਨ ਹੀ ਕਰਦੀ ਹਾਂ। ਜ਼ਿੰਦਗੀ ਜੀਣਾ ਤੁਹਾਡੇ ਨਜ਼ਦੀਕ ਕੀ ਹੈ? ਇਹ ਖੁਸ਼ ਰਵੋ, ਖੁਸ਼ ਰਹਿਣ ਦਿਓ। ਉਹ ਯਾਰ ਖੁਦਾ ਦੇ ਵਾਸਤੇ ਦੂਸਰੇ ਦੀ ਲੱਤਾਂ ਨਾ ਖਿੱਚੋ, ਕਿਸੇ ਤੋਂ ਸੜੋ ਨਾ। ਕੋਈ ਅੱਗੇ ਹੋ ਰਿਹਾ ਯਾਰ, ਵੱਧ ਕੇ ਉਹਦੀ ਤਾਰੀਫ ਕਰੋ। ਜੇ ਤੁਸੀਂ ਕਿਸੇ ਨੂੰ ਉੱਪਰ ਕਰਨ 'ਚ ਉਹਦੀ ਹੈਲਪ ਨਹੀਂ ਕਰ ਸਕਦੇ ਤੇ ਉਹਦੀ ਲੱਤ ਖਿੱਚ ਕੇ ਉਹਨੂੰ ਥੱਲੇ ਤਾਂ ਨਾ ਕਰੋ। ਹਰ ਇੱਕ ਨੂੰ ਉਹਦਾ ਸ਼ੌਕ ਪੂਰਾ ਕਰਨ ਦਿਓ, ਠੀਕ ਟਾਈਮ 'ਚ ਕਰਨ ਦਿਓ, ਉਹਦੀ ਨੌਜਵਾਨੀ 'ਚ ਉਹਨੂੰ ਕਰਨ ਦਿਓ। ਯਾਰ ਉਹ ਨੱਸ ਕੇ ਕਿਸੇ ਨਾਲ ਨਹੀਂ ਚੱਲੀ ਹੈਗੀ ਕੁੜੀ, ਉਹਨੂੰ ਉਹਦਾ ਸ਼ੌਕ ਪੂਰਾ ਕਰਨ ਦਿਓ। ਨਹੀਂ ਤੇ ਮੇਰੇ ਵਰਗੇ ਫਿਰ ਬੁੱਢੇ ਬਾਰੇ 'ਚ ਸ਼ੌਕ ਪੂਰਾ ਕਰਦੇ ਨੇ, ਫਿਰ ਘਰ ਵਾਲੇ ਮਾਈਂਡ ਕਰਦੇ ਨੇ। ਹੁਣ ਮੈਂ ਕੀ ਕਰਾਂ, ਮੈਂ ਆਪਣਾ ਸ਼ੌਕ ਪੂਰਾ ਕੀਤਾ। ਤੇ ਮਤਲਬ ਗੱਲ ਇਹਦੀ ਜਦੋਂ ਅਸੀਂ ਕਰੀਦੀ ਹੈ ਕਿ ਇਹ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਫੈਮਿਲੀ ਨੂੰ ਨਾਲ ਲੈ ਕੇ ਚੱਲਣਾ ਔਰ ਸੋਸ਼ਲ ਲਾਈਫ ਨੂੰ ਨਾਲ ਲੈ ਕੇ ਚੱਲਣਾ? ਬਹੁਤ ਮੁਸ਼ਕਲ, ਇਤਨਾ ਮੁਸ਼ਕਲ ਜਿਹਦਾ ਕੋਈ ਹਿਸਾਬ ਹੀ ਨਹੀਂ। ਫਿਰ ਮੇਰੇ ਵਾਂਗੂ ਇੰਤਜ਼ਾਰ ਕਰਨਾ ਪਏਗਾ ਕਿ ਕਮ ਸੇ ਕਮ 50-55 ਦੇ ਹੋਵੋ ਯਾਰ। ਫਿਰ ਘਰ ਵਾਲੇ ਪਤਾ ਹੋ ਗਿਆ ਯਾਰ ਬੁੱਢੀ ਹੋ ਗਈ, ਹੁਣ ਇਹਨੂੰ ਕੋਈ ਨਹੀਂ ਚੁੱਕ ਕੇ ਲੈ ਜਾਣ ਲੱਗਾ, ਠੀਕ ਹੈ, ਫਿਰ ਹੀ ਰੁਕਦੇ ਨੇ ਘਰ ਵਾਲੇ ਲਿੱਤਰ ਮਾਰਨ ਤੋਂ। ਨਹੀਂ ਤੇ ਭਾਈ ਮੈਂ ਖੁਦ ਨਹੀਂ ਸ਼ੌਕ ਪੂਰੇ ਕਰ ਸਕੀ ਪਹਿਲਾਂ। ਮੇਰੀ ਫੈਮਿਲੀ ਵੀ ਬੜੀ ਸਟ੍ਰਿਕਟ ਹੈ। ਰਾਤੀ ਵੀ ਮੈਨੂੰ ਆਰਡਰ ਲੱਗੇ ਨਾ ਕਿ ਹੁਣ ਹੌਲੀ ਹੌਲੀ ਨਾ ਬਸ ਕਰਦੇ ਮਾਈਂਡ ਅਪ। ਅੱਛਾ ਠੀਕ ਹੈ ਭਾਈ, ਓਕੇ ਭਾਈ, ਠੀਕ ਹੈ ਭਾਈ। ਨਾ ਨਹੀਂ ਹੈ। ਮੈਂ ਸ਼ੁਕਰ ਕਰਦੀ ਹਾਂ ਕਿ ਮੇਰੇ ਬ੍ਰਦਰ ਨੇ ਮੈਨੂੰ ਆਰਡਰ ਨਹੀਂ ਦਿੱਤਾ ਬੰਦ ਕਰ। ਮੈਂ ਉਸ ਵਕਤ ਕਰ ਦੇਣੀ ਸੀ। ਮੈਂ ਘਰ 'ਚ ਸਭ ਤੋਂ ਛੋਟੀ ਹਾਂ, ਆਪਣੇ ਭਰਾਵਾਂ ਦੀ ਬੜੀ ਇੱਜ਼ਤ ਕਰਦੀ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਮੁਹੱਬਤ ਨਾਲ ਹੀ ਇੰਝ ਕਿਹਾ ਕਿ ਬਸ ਕਰ ਹੁਣ ਥੋੜ੍ਹਾ ਜਿਹਾ ਲਵੇਟ ਦੇ ਨਿੱਕੀ ਭੈਣ। ਮੈਂ ਕੋਈ ਜਵਾਬ ਹੀ ਨਹੀਂ ਦਿੱਤਾ। ਮੈਂ ਇੰਨੇ 'ਚ ਖੁਸ਼ ਹਾਂ, ਮੈਨੂੰ ਇਹ ਕਿਹਾ ਨਹੀਂ ਆਇਆ ਕਿ ਬੰਦ ਕਰ, ਮੈਂ ਕਰ ਦੇਣੀ ਸੀ। ਹਾਲੇ ਵੀ ਤੁਸੀਂ ਉਹ ਜਿਹੜਾ ਕਿ ਕਹਿੰਦੇ ਉਸ ਰਿਸਪੈਕਟ ਨੂੰ ਤੇ ਉਸ ਮੁਹੱਬਤ ਨੂੰ ਉਸੇ ਤਰ੍ਹਾਂ ਹੀ ਸਾਂਭਿਆ ਹੋਇਆ ਜਿਸ ਤਰ੍ਹਾਂ ਤੁਸੀਂ ਬਿਲਕੁਲ ਕਿਸੇ ਦੇ ਟਾਈਮ ਕਹਿ ਲਓ ਕਿ ਬੰਦਾ ਹੁੰਦਾ ਹੈ 8 ਸਾਲ ਦਾ 9 ਸਾਲ ਦਾ, ਜਦੋਂ ਵੱਡੇ ਭਰਾ ਸਿਰ ਤੇ ਹੁੰਦੇ ਉਹ ਕਹਿੰਦੇ ਅੱਛਾ ਇੱਧਰ ਨਹੀਂ ਜਾਣਾ, ਚੁੰਨੀ ਲੈ ਕੇ ਜਾਣੀ ਹੈ, ਤੈਅ ਕਰਨਾ ਤੇ। ਨਜਮ ਮੈਂ ਕਹਿੰਦੀ ਹਾਂ ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਸਿਰ ਤੇ ਮੇਰੇ ਵੱਡੇ ਭਰਾ ਨੇ, ਅਲਹਮਦੁਲਿਲਾ। ਤੇ ਪਤਾ ਕਿ ਯੂਨੀਵਰਸਿਟੀ ਦਾ ਜ਼ਮਾਨਾ ਸੀ, ਜਦੋਂ ਨੌਜਵਾਨੀ ਦਾ ਜ਼ਮਾਨਾ ਸੀ, ਬੜੀ ਸਖਤੀ ਸੀ ਹੋਸਟਲ 'ਚ। ਬਿਲਕੁਲ ਫੋਨ ਕਰਕੇ ਪਤਾ ਕਰਨਾ ਭੈਣ ਘਰ ਆ ਰਹੀ ਹੈ, ਹੋਸਟਲ 'ਚ ਹੀ ਹੈ, ਬੜਾ ਖਿਆਲ ਰੱਖਦੇ ਸੀ। ਅਸੀਂ ਸੋਚਦੇ ਸੀ ਯਾਰ ਅਸੀਂ ਕੁਛ ਗਲਤ ਨਹੀਂ ਕਰ ਰਹੇ, ਲੇਕਿਨ ਉਹ ਉਹਨਾਂ ਦੀ ਮੁਹੱਬਤ ਸੀ ਇਸ ਚੀਜ਼ ਦਾ ਖਿਆਲ ਰੱਖਣਾ। ਚਾਦਰ ਲਈ ਹੋਈ ਹੈ, ਨਹੀਂ ਲਈ ਹੋਈ ਹੈ, ਬੜਾ ਭਰਾਵਾਂ ਨੇ ਮੇਰੇ 'ਤੇ ਨਜ਼ਰ ਰੱਖੀ। ਤਾਂ ਹੁਣ ਸਾਡੇ ਖੁਦ ਬੱਚੇ ਨੇ, ਕੋਈ ਬੱਚਿਆਂ ਦੇ ਬੱਚੇ ਨੇ, ਅਤੇ ਹੁਣ ਅਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ। ਮੈਂ ਕਹਿੰਦੀ ਹਾਂ ਅਲਹਮਦੁਲਿਲਾ ਸਾਡੇ ਭਰਾਵਾਂ ਨੇ ਸਖਤੀਆਂ ਕੀਤੀਆਂ, ਉਸ ਵਜ੍ਹਾ ਤੋਂ ਅਸੀਂ ਸੁਰਖਰੂ ਹੋ ਕੇ ਉਸ ਨੌਜਵਾਨੀ ਦੇ ਉਸ ਦੌਰ 'ਚੋਂ ਨਿਕਲੇ। ਕਿਉਂਕਿ ਹੁਣ ਅਸੀਂ ਜਦੋਂ ਬੱਚਿਆਂ ਨੂੰ ਮਨਾ ਕਰਦੇ ਆ ਕਿ ਯਾਰ ਰਾਤ ਤੱਕ ਲੇਟ ਬਾਹਰ ਨਹੀਂ ਰਹਿਣਾ ਜਾਂ ਕਿਸੇ ਦੇ ਘਰ ਰਾਤ ਨਹੀਂ ਰਹਿਣਾ,
ਤੇ ਸਾਨੂੰ ਪਤਾ ਕਿ ਸਾਡੀ ਕੀ ਨੀਅਤ ਹੁੰਦੀ ਹੈ। ਇਹ ਤਾਂ ਨਹੀਂ ਨਾ ਹੁੰਦੀ ਕਿ ਅਸੀਂ ਉਹਦੇ ਤੇ ਟਰਸਟ ਨਹੀਂ ਕਰ ਰਹੇ, ਸਿਰਫ ਇਸ ਲਈ ਕਿ ਮੌਕਾ ਨਾ ਦਿਓ ਕਿ ਕਿਸੇ ਹੋਰ ਨੂੰ ਚਾਂਸ ਲੱਗ ਜੇ। ਅਸੀਂ ਖੁਦ, ਸਾਡੇ ਬੱਚੇ ਖੁਦ ਬਹੁਤ ਅੱਛੇ ਨੇ, ਲੇਕਿਨ ਦੁਨੀਆ ਬੜੀ ਜ਼ਾਲਮ ਹੈ। ਅੱਛਾ ਆਪਾ ਜੀ, ਮੈਨੂੰ ਇੱਕ ਗੱਲ ਦੱਸੋ ਕਿ ਜੀ ਤੁਸੀਂ ਜਿਹੜੇ ਮੁਆਸ਼ਰੇ 'ਚ 38 ਸਾਲ ਗੁਜ਼ਾਰ ਕੇ ਆਏ ਹੋ, ਉੱਥੇ ਤਾਂ ਇਸ ਤਰ੍ਹਾਂ ਦਾ ਕਨਸੈਪਟ ਨਹੀਂ ਹੈ। ਉੱਥੇ ਤਾਂ ਜ਼ਾਹਰ ਹੈ ਜਿਹੜਾ ਵੀ ਬੱਚਾ ਪੈਦਾ ਹੋਇਆ ਉਹ ਗੌਰਮੈਂਟ ਦਾ ਬੱਚਾ ਹੈ, ਔਰ ਉਹਨੂੰ ਵਾਲਦੈਨ ਨਹੀਂ ਪੁੱਛ ਸਕਦੇ, ਉਹਨੇ ਕਿਸੇ ਦੇ ਨਾਲ ਰਿਲੇਸ਼ਨਸ਼ਿਪ ਰੱਖਣਾ, ਬॉयਫ੍ਰੈਂਡ ਗਰਲਫ੍ਰੈਂਡ ਦੇ ਰਿਲੇਸ਼ਨਸ਼ਿਪ ਉੱਥੇ ਚੱਲ ਰਹੇ ਹੁੰਦੇ ਨੇ। ਤੇ ਉਸ ਮੁਆਸ਼ਰੇ 'ਚ ਤੁਸੀਂ ਇੰਨਾ ਲਿਵ ਕਰਨ ਤੋਂ ਬਾਅਦ ਵੀ ਇਹ ਸਮਝਦੇ ਹੋ ਕਿ ਇਹ ਚੀਜ਼ ਠੀਕ ਨਹੀਂ ਹੈ? ਹਾਂਜੀ, ਤੇ ਟੂ ਬੀ ਓਨੈਸਟ, ਜਿਹੜੇ ਅੱਛੇ ਗੋਰੇ ਨੇ ਨਾ, ਖਾਨਦਾਨੀ ਗੋਰੇ, ਹਾਂ। ਅੱਛੇ ਪੜ੍ਹੇ ਲਿਖੇ ਗੋਰੇ, ਉਹ ਵੀ ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਨੇ। ਓਕੇ। ਉਹ ਵੀ ਆਪਣੇ ਬੱਚਿਆਂ ਨੂੰ ਕਹਿਣਗੇ, ਠੀਕ ਹੈ, ਯੂ ਕੈਨ ਗੋ, ਯਾ ਯੂ ਕੈਨ ਅਟੈਂਡ ਦ ਬਰਥਡੇ ਪਾਰਟੀ, ਬਟ ਕਮ ਹੋਮ ਬਾਈ 10 o'clock, ਸਲੀਪ ਇਨ ਓਕੇ। ਯੂਰ ਓਨ ਬੈਡ। ਓਕੇ। ਗੋਰੇ ਵੀ, ਅੱਛੇ ਜਿਹੜੇ ਗੋਰੇ ਨੇ ਉਹ ਖਿਆਲ ਰੱਖਦੇ ਨੇ। ਹੂੰ। ਠੀਕ ਹੈ। ਇੱਕ ਗੱਲ ਇਹ ਕਿ ਫਿਰ ਬਾਕੀ ਇਹ ਵੀ ਕਿ ਜਦੋਂ ਜ਼ਰਾ ਵੱਡੇ ਹੋ ਜਾਂਦੇ ਨੇ, ਉਹ ਫਿਰ ਜਿਹੜੀ ਆਪਣੀ ਗਰਲਫ੍ਰੈਂਡ ਹੈ ਨਾ, ਉਹਨੂੰ ਹੀ ਲਈ ਫਿਰਦੇ ਨੇ, ਬਾਕੀ ਸਾਰੀ ਦੁਨੀਆ ਸੇਫ। ਹੂੰ। ਠੀਕ ਹੈ। ਉੱਥੇ ਇਹ ਭੁੰਡੀ ਵਾਲਾ ਤਸੱਵਰ ਕੋਈ ਨਹੀਂ ਹੈਗਾ, ਤੇ ਨਾ ਕੁੜੀਆਂ ਨੂੰ ਛੇੜਨਾ ਛੁੜਨਾ, ਆਪਣੀ ਗਰਲਫ੍ਰੈਂਡ ਉਹਨੂੰ ਲਈ ਫਿਰਦੇ ਨੇ, ਦੈਟਸ ਇਟ। ਬਾਕੀ ਵੱਲ ਅੱਖ ਚੁੱਕ ਵੀ ਨਹੀਂ ਦੇਖਦੇ। ਬਿਲਕੁਲ ਠੀਕ ਹੈ। ਜੀ ਮਤਲਬ ਉਹ ਕਹਿ ਲਓ ਕਿ ਉਹਨਾਂ ਦੀ ਜਿਹੜੀ ਸਕਾਫਤ ਹੈ ਉਹਦੇ ਮੁਤਾਬਕ ਉਹ ਚੀਜ਼ਾਂ ਜਿਹੜੇ ਖਾਨਦਾਨੀ ਤੌਰ 'ਤੇ ਉਹ ਚਲਾ ਰਹੇ ਨੇ ਚੀਜ਼ਾਂ। ਹਾਂਜੀ ਹਾਂਜੀ ਬਿਲਕੁਲ, ਉਹ ਵੀ ਇਸ ਚੀਜ਼ ਦਾ ਖਿਆਲ ਰੱਖਦੇ ਨੇ। ਜਿਹੜੇ ਪੜ੍ਹੇ ਲਿਖੇ ਹੂੰ। ਡੀਸੈਂਟ ਗੋਰੇ ਨੇ, ਉਹ ਵੀ ਇਸ ਚੀਜ਼ ਦਾ ਖਿਆਲ ਰੱਖਦੇ ਨੇ, ਰਿਸ਼ਤਿਆਂ ਦਾ ਖਿਆਲ, ਹਰ ਚੀਜ਼ ਦਾ ਖਿਆਲ ਰੱਖਦੇ ਨੇ। ਜਿਹੜੇ ਡੀਸੈਂਟ ਗੋਰੇ ਨੇ ਰੱਖਦੇ ਨੇ। ਸਹੀ ਹੈ। ਤੇ ਬਾਕੀ ਉਹ ਜਿਹੜਾ ਉਸ ਮੁਆਸ਼ਰੇ ਦਾ, ਜਦੋਂ ਅਸੀਂ ਇੱਥੇ ਬਹੁਤ ਸਾਰੇ ਲੋਕ ਇਹਦੀ ਕੰਪੈਰੀਜ਼ਨ ਕਰ ਰਹੇ ਹੁੰਦੇ ਨੇ ਕਿ ਯਾਰ ਉਹ ਮੁਆਸ਼ਰਾ ਅੱਛਾ ਹੈ, ਇਹ ਮੁਆਸ਼ਰਾ ਸਾਨੂੰ ਇੰਝ ਕਰਨਾ ਚਾਹੀਦਾ, ਸਾਨੂੰ ਇੰਝ ਕਰਨਾ ਚਾਹੀਦਾ, ਉਹ ਨੇਕ ਨੇ, ਉਹ ਜਨਾਬ ਸਿਰਫ ਉਹ ਕਹਿ ਲਓ ਕਿ ਇਸਲਾਮ ਉਹਨਾਂ ਦੇ ਅੰਦਰ ਨਹੀਂ ਮੌਜੂਦ, ਅਦਰਵਾਈਜ਼ ਸਾਰੀਆਂ ਖਸੂਸੀਆਤ ਉਹ ਹੈ ਨੇ, ਇਮਾਨਦਾਰ ਨੇ, ਮਿਲਾਵਟ ਨਹੀਂ ਕਰਦੇ ਨੇ, ਉਹ ਸਾਰਾ ਕੁਛ, ਤੇ ਅਸੀਂ ਮੁਸਲਮਾਨ ਹੋਣ ਦੇ ਬਾਵਜੂਦ ਇਹ ਸਾਰਾ ਕੁਛ ਕਰ ਰਹੇ ਹੁੰਦੇ। ਤੇ ਤੁਸੀਂ ਇਸ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ? ਜਦੋਂ ਉੱਥੇ ਰਹਿ ਕੇ ਆਉਂਦੇ ਹੋ ਤੇ ਇੱਥੇ ਪਾਕਿਸਤਾਨ ਆਉਂਦੇ ਹੋ ਤੇ ਤੁਹਾਨੂੰ ਚੀਜ਼ਾਂ 'ਚ ਫ਼ਰਕ ਨਜ਼ਰ ਆਉਂਦਾ, ਮਿਲਾਵਟ ਨਜ਼ਰ ਆਉਂਦੀ ਹੈ, ਤੇ ਕੈਸਾ ਤਾਸਰ ਆਉਂਦਾ ਹੈ? ਮੈਂ ਸਮਝਦੀ ਹਾਂ ਕਿ ਸਾਡਾ ਮਜ਼ਹਬ ਬਹੁਤ ਪਿਆਰਾ ਹੈ। ਸਾਡਾ ਮਜ਼ਹਬ ਭਰਾ ਸਾਨੂੰ ਬਚਾਉਂਦਾ ਹੈ ਹਰ ਚੀਜ਼ ਤੋਂ ਨਾ। ਤੁਸੀਂ ਬਿਲਕੁਲ ਵੀ, ਇਹ ਲੋਕ ਕਹਿੰਦੇ ਨੇ ਕਿ ਔਰਤਾਂ ਨੂੰ ਆਜ਼ਾਦੀ ਨਹੀਂ, ਮੈਂ ਕਹਿੰਦੀ ਹਾਂ ਇਸਲਾਮ ਨੇ ਸਭ ਤੋਂ ਜ਼ਿਆਦਾ ਔਰਤ ਨੂੰ ਆਜ਼ਾਦੀ ਦਿੱਤੀ ਹੈ। ਸਾਰਾ ਰੌਲਾ, ਸਾਰਾ ਬੋਝ ਮਰਦ ਤੇ ਪਾਇਆ ਹੈ, ਸਿਰਫ ਇਸ ਲਈ ਕਿ ਔਰਤ ਆਰਾਮ ਦਾ ਨਾ ਘਰ ਬੈਠੇ, ਜੇ ਤੁਸੀਂ ਅਫੋਰਡ ਕਰਦੇ ਹੋ, ਤੇ ਉਹ ਸਾਡਾ ਮਜ਼ਹਬ ਨੇ ਤਾਂ ਸਾਰੀ ਜ਼ਿੰਮੇਵਾਰੀ ਮਰਦ ਤੇ ਪਾਈ ਹੈ। ਤੇ ਉਹ ਜਿਹੜੀਆਂ ਔਰਤਾਂ ਕਹਿੰਦੀਆਂ ਨਾ ਮੇਰਾ ਜਿਸਮ ਮੇਰੀ ਮਰਜ਼ੀ, ਮੈਂ ਬਿਲਕੁਲ ਉਹਦੇ ਖਿਲਾਫ ਹਾਂ। ਠੀਕ ਹੈ। ਤੇ ਜਿਹੜੇ ਸਾਡੇ ਲੋਕ ਨੇ, ਇਹ ਗੋਰੇ ਬਣਦੇ ਜਾਂਦੇ ਨੇ। ਜਿਹੜੇ ਗੋਰੇ ਨੇ, ਉਹਨਾਂ ਨੂੰ ਯਕੀਨ ਕਰੋ, ਉਹ ਵਾਪਸ ਇਹਨਾਂ ਰੂਟਸ ਵੱਲ ਆ ਰਹੇ ਨੇ। ਓਕੇ। ਕਿ ਬਗੈਰ ਸ਼ਾਦੀਆਂ ਤੋਂ ਨਾ ਲਈ ਫਿਰੀਏ ਜ਼ਨਾਨੀਆਂ ਨੂੰ, ਨਾ ਸ਼ਾਦੀਆਂ ਤੋਂ ਬਗੈਰ ਬੱਚੇ ਪੈਦਾ ਕਰੀਏ। ਸਾਡੇ ਇੱਥੇ ਉਹ ਮਿਕਸ ਪਾਰਟੀਆਂ ਚੱਲ ਰਹੀਆਂ ਨੇ, ਗੋਰੇ ਜਿਹੜੇ ਨੇ ਉਹ ਵਾਪਸ ਰੂਟਸ ਵੱਲ ਆ ਰਹੇ ਨੇ। ਜਿਹੜੇ ਆਪਣੇ ਲੋਕ ਨੇ ਇਹ ਗੋਰੇ ਬਣ ਰਹੇ ਨੇ, ਗੋਰੇ ਜਿਹੜੇ ਨੇ ਉਹ ਵਾਪਸ ਇੱਧਰ ਆ ਰਹੇ ਨੇ। ਯਾਨੀ ਤੁਸੀਂ ਚੇਂਜ ਵੇਖ ਰਹੇ ਹੋ ਉੱਥੇ? ਜੀ ਬਿਲਕੁਲ ਚੇਂਜ ਦੇਖ ਰਹੇ ਹਾਂ ਕਿ ਲਾਹੌਰ, ਦੁਬਈ, ਕੋਈ ਵੀ ਇਸਲਾਮੀ ਕੰਟਰੀਜ਼, ਉਹ ਜੀ ਗੋਰੇ ਬਣਦੇ ਜਾ ਰਹੇ ਨੇ। ਜਿਹੜੇ ਗੋਰੇ ਨੇ ਉਹ ਥੋੜ੍ਹਾ ਵਾਪਸ ਆ ਰਹੇ ਨੇ। ਸਹੀ। ਕਿ ਜਿਹੜੀਆਂ ਰੂਟਸ ਨੇ, ਜਿਹੜੀਆਂ ਅਕਦਾਰ ਨੇ, ਉਹ ਉਹਨਾਂ ਨੂੰ ਬਚਾ ਲਈਏ, ਸੰਭਾਲ ਲਈਏ। ਮੈਨੂੰ ਤਾਂ ਇਹੀ ਸਮਝ ਲੱਗਦੀ ਹੈ ਕਿ ਗੋਰੇ ਵੀ ਫੈਡਅਪ ਹੋ ਗਏ ਨੇ ਕਿ 12-12 ਸਾਲ, 13-13 ਸਾਲ ਦੀਆਂ ਕੁੜੀਆਂ ਬੱਚੇ ਜੰਮਦੀਆਂ ਫਿਰਦੀਆਂ ਨੇ ਨਾ, ਗੋਰੇ ਵੀ ਫੈਡਅਪ ਹੋ ਗਏ ਨੇ ਕਿ ਕੋਈ ਜਿਹੜਾ ਨਾ ਲਿਮਿਟ ਕਾਇਮ ਕਰ ਲਓ। ਅੱਛਾ, ਹੁਣ ਸਾਨੂੰ ਇੱਕ ਹੋਰ ਪੈਰੋਡੀ ਸੁਣਾਓ, ਫਿਰ ਅੱਗੇ ਵਧਾਉਂਦੇ ਗੱਲਬਾਤ ਨੂੰ। ਬਸ ਐਸੇ ਚਲੋ ਇੱਕ ਦੋ ਸ਼ੇਰ। ਹਾਂ। ਇਮੈਚੋਰ ਜੀ ਮੇਰੀ ਸ਼ਾਇਰੀ, ਪਾਕਿਸਤਾਨ ਮੇਰੇ ਅੰਦਰੋਂ ਨਹੀਂ ਨਿਕਲਦਾ ਨਜਮ। ਹਰ ਗੱਲ ਜਿਹੜੀ ਹੈ ਨਾ, ਯਕੀਨ ਕਰੋ, ਮੈਂ ਉੱਥੇ ਵੀ ਲਿਖਦੀ ਹਾਂ ਨਾ, ਮਜ਼ਾਈਆ ਲਿਖਾ, ਸੀਰੀਅਸ, ਪਾਕਿਸਤਾਨੀ ਹੁੰਦਾ ਮੇਰੇ ਅੰਦਰ। ਗੋਰਿਆਂ ਦਾ ਮੈਂ ਕੀ ਲਿਖਾਂ, ਆਪਣੇ ਲੋਕਾਂ ਦੇ ਬਾਰੇ ਲਿਖਦੀ ਹਾਂ ਕਿ ਇੱਥੇ ਵੀ ਜਿਹੜੇ ਨਕਲੀ ਡਾਕਟਰ ਦੇਤਾ ਹੈ कड़वी दवाई, किसी को रब बीमार ना करे, बड़ी महंगी पड़ेगी ये दवाई, किसी को रब बीमार ना करे। कोई सोया है माटी के नीचे, छुप गया कोई कैंसर के पीछे, रंग लाई है नकली दवाई, किसी को रब बीमार ना करे, डॉक्टर देता है कड़वी दवाई, किसी को रब बीमार ना करे। खेस पे बैठी रोए ये बुढ़िया, औंतरे कैसी दे दिए पुड़िया,
खंग खंग के है रात लंबाई, किसी को रब बीमार ना करे। डॉक्टर देता है कड़वी दवाई, किसी को रब बीमार ना करे। बहुत अच्छे। काम 2 नंबरी कैसे सीखा, सानू लाया तो नकली है टीका, फिर भी फीस हमने भारी चुकाई, किसी को रब बीमार ना करे। बहुत अच्छे। ओ 4 ਲੱਖ ਦੀ ਸਟੰਟ ਮੈਨੂੰ ਪਾਈ, ओ तू है डॉक्टर या है तू कसाई, गैर जरूरी तू सर्जरी कराई, किसी को रब बीमार ना करे। एक दिन तुझको लोड़ पड़ेगी, खींचनी तुझको डोर पड़ेगी, नहीं चलनी ज्यादा ये कमाई, किसी को रब बीमार ना करे। चुक बक्सा ते बार असी सुटना, ओ जिथे लभया ते तेनू असा कुटना, नाई कहंदा ते कहंदा हलवाई, किसी को रब बीमार ना करे। इन दुआओं से कुछ नहीं लभना, ख्याल अपना पड़ेगा खुद ही रखना, शाद खाती है दूध ते मलाई, किसी को रब बीमार ना करे। बड़ी महंगी पड़ेगी ये दवाई, किसी को रब बीमार ना करे। क्यों भी बड़ियो ਬਈ ਬਹੁਤ ਅੱਛੇ, ਬਹੁਤ ਅੱਛੇ। ਅੱਛਾ ਆ ਹੁਣੇ ਤੁਸੀਂ ਇੱਕ ਪੈਰੋਡੀ ਸੁਣਾਈ, ਬੜੀ ਮਹਿੰਗੀ ਪੜੇਗੀ ਇਹ ਦਵਾਈ। ਅੱਛਾ ਲੰਦਨ ਜਿਹੜਾ ਹੈ ਉਹਦੇ ਅੰਦਰ ਜਿਹੜਾ ਮੈਡੀਕਲ ਦਾ ਸਿਲਸਿਲਾ ਹੈ ਉਹ ਕਿਸ ਤਰ੍ਹਾਂ ਦਾ ਹੈ ਔਰ ਕਿਸ ਤਰ੍ਹਾਂ ਚੱਲਦਾ ਹੈ ਉਹ ਸਿਸਟਮ? ਕਿਉਂਕਿ ਇੱਥੇ ਤਾਂ ਕਈ ਤਰ੍ਹਾਂ ਦੇ ਸਿਸਟਮ ਹੈ, ਕਈ ਡਾਕਟਰ ਨਹੀਂ ਵੀ ਹੈ, ਉਹਨਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਨੇ, ਤੇ ਉੱਥੇ ਕਿਸ ਤਰ੍ਹਾਂ ਜਿਹੜਾ ਵਾ ਮੈਡੀਕਲ ਟ੍ਰੀਟਮੈਂਟ ਹੁੰਦੇ ਨੇ? ਬੜਾ ਸਟ੍ਰਿਕਟ ਹੈ ਜਨਾਬ, ਕਿਉਂਕਿ ਤੁਸੀਂ ਇੱਕ ਇਨਸਾਨ ਦੀ ਜ਼ਿੰਦਗੀ ਦੇ ਨਾਲ ਖੇਡ ਰਹੇ ਹੋ, ਤੇ ਉੱਥੇ ਤੇ ਜਨਾਬ ਪੱਕੀਆਂ ਡਿਗਰੀਆਂ ਤੋਂ ਬਗੈਰ ਤੁਸੀਂ ਨਹੀਂ ਕੰਮ ਕਰ ਸਕਦੇ। ਡਿਗਰੀਆਂ ਲੈ ਕੇ ਉਸ ਤੋਂ ਬਾਵਜੂਦ ਵੀ ਫਿਰ ਉਹਨਾਂ ਦੇ ਬੜੇ ਖਾਸ ਐਗਜ਼ਾਮਸ ਹੁੰਦੇ ਨੇ, ਉਹ ਪਾਸ ਕਰੋਗੇ ਤੇ ਤੁਸੀਂ ਉਹ ਪ੍ਰੈਕਟਿਸ 'ਚ ਆਉਂਗੇ। ਜਿਹੜੇ ਪਾਕਿਸਤਾਨ ਤੋਂ ਜਾਂਦੇ ਨੇ ਜਾਂ ਜਿਹੜੇ ਮਰਜ਼ੀ ਮੁਲਕ 'ਚ ਜਾਣ, ਯੂਕੇ ਵਾਲੇ ਬੜੇ ਸਟ੍ਰਿਕਟ ਨੇ, ਉਹਨਾਂ ਨੇ ਆਪਣੇ ਹਿਸਾਬ ਨਾਲ ਤੁਹਾਨੂੰ ਪੜ੍ਹਾਈ ਕਰਾ ਕੇ ਹੀ ਛੱਡਣੀ ਹੈ। ਤੇ ਇਲਾਜ ਕਿੰਨਾ ਕੁ ਮਹਿੰਗਾ ਹੈ ਉੱਥੇ? ਇਲਾਜ ਪ੍ਰਾਈਵੇਟ ਤੇ ਜੀ ਕਾਫੀ ਮਹਿੰਗਾ ਹੈ, ਇੰਨਾ ਕੁ ਅੰਦਾਜ਼ਾ ਹੈ ਕਿ ਇੱਕ ਦਾੜ ਪੜਾਣੀ ਹੈ ਤੇ 300-400 ਪਾਉਂਡ ਉਹਨਾਂ ਨੇ ਲੈ ਲੈਣਾ। ਪ੍ਰਾਈਵੇਟ ਬਹੁਤ ਮਹਿੰਗਾ, ਠੀਕ ਹੈ। ਤੇ ਲੇਕਿਨ ਇਹ ਕਿ ਵੀ ਹਰ ਕੋਈ ਤਾਂ ਹੀ ਯੂਕੇ ਕਰਦਾ, ਭਾਵੇਂ ਯੂਕੇ ਹੁਣ ਖਾਲੀ ਹੋਇਆ ਫਿਰਦਾ, ਲੇਕਿਨ ਇਸ ਤੇ ਯੂਕੇ ਕਰਦੇ ਨੇ ਕਿ ਵੀ ਉੱਥੇ ਜਿਹੜਾ ਨਾ ਮੈਡੀਕਲ ਫ੍ਰੀ ਹੈ, ਬੱਚਿਆਂ ਦੀ ਐਜੂਕੇਸ਼ਨ ਫ੍ਰੀ ਹੈ, ਠੀਕ ਹੈ। ਤੇ ਸੋਸ਼ਲ ਸਿਸਟਮ ਬਹੁਤ ਅੱਛਾ ਹੈ। ਜੇ ਕਿਸੇ ਕੋਲ ਜੌਬ ਨਹੀਂ ਹੈ, ਕਿਸੇ ਕੋਲ ਘਰ ਨਹੀਂ ਹੈ, ਗੌਰਮੈਂਟ ਕਿਸੇ ਨੂੰ ਬਾਹਰ ਨਹੀਂ ਰਹਿਣ ਦਿੰਦੀ, ਗੌਰਮੈਂਟ ਕਿਸੇ ਨੂੰ ਭੁੱਖਿਆ ਨਹੀਂ ਮਰਨ ਦਿੰਦੀ। ਨਜਮ ਬਹੁਤ ਅੱਛਾ ਸਿਸਟਮ ਹੈ। ਅੱਛਾ ਇਹ ਤਾਂ ਉਹਨਾਂ ਲਈ ਹੋਏਗਾ ਜਿਹੜੇ ਸ਼ਹਿਰੀ ਹੈ ਨੇ ਨਾ। ਹਾਂ, ਜਿਹੜਾ ਮਤਲਬ ਇੱਥੋਂ ਆਇਆ ਗਿਆ ਹੈ ਬੰਦਾ, ਮਤਲਬ ਖੁਦਾ ਨਾ ਖਾਸਾ ਇੱਥੋਂ ਪਾਕਿਸਤਾਨ 'ਚ ਗਿਆ, ਉੱਥੇ ਉਹ ਬਿਮਾਰ ਪੈ ਗਿਆ, ਤੇ ਕਿੰਨਾ ਕੁ ਮਹਿੰਗਾ ਇਲਾਜ ਹੈ? ਜਿਹੜਾ ਕੋਈ ਗਿਆ ਨਾ ਜੀ, ਉਹਨੇ ਆਪਣੇ ਰਿਸਕ ਤੇ ਜਾਣਾ। ਅਗਲਿਆਂ ਨੇ ਪਹਿਲਾਂ ਹੀ ਲਿਖਾ ਲੈਣਾ ਕਿ ਵੀ ਤੁਹਾਡਾ ਜ਼ਿੰਮੇਦਾਰ ਕੌਣ ਹੈ, ਹਰ ਕੋਈ ਤਾਂ ਉਹਨਾਂ ਨੂੰ ਸਪਾਂਸਰ ਕਰੇਗਾ, ਜਿਹੜਾ ਸਪਾਂਸਰ ਕਰੇਗਾ ਉਹੀ ਖਰਚਾ ਭਰੇਗਾ। ਆਪਰੇਸ਼ਨ ਦੀ ਜ਼ਰੂਰਤ ਪੈ ਗਈ ਹੈ, ਉਹ ਤੁਹਾਡਾ ਕਰ ਦੇਣਗੇ, ਲੇਕਿਨ ਬਿੱਲ ਉਹਨਾਂ ਨੇ ਘਰ ਭੇਜ ਦੇਣਾ, ਉਹਨਾਂ ਨੇ ਲੈਣਾ ਹੀ ਲੈਣਾ। ਅਲਬੱਤਾ ਇਹ ਵੀ ਕਿ ਇੱਥੇ ਦੇ ਅਗਲੇ ਆਪਰੇਸ਼ਨ ਤੱਕ ਰੋਕ ਦਿੰਦੇ ਨੇ ਕਿ ਨਹੀਂ ਪਹਿਲਾਂ ਪੈਸੇ ਪੂਰੇ ਕਰੋ, ਕਾਊਂਟਰ ਤੇ ਜਾ ਕੇ ਰਸੀਦ ਹੋਏਗੀ ਤੇ ਅਸੀਂ ਆਪਰੇਸ਼ਨ ਕਰਨਾ। ਉੱਥੇ ਇਹ ਨਹੀਂ ਹੈ, ਇਨਸਾਨੀਅਤ ਹੈ ਗੋਰੇ 'ਚ, ਕਿ ਉਹ ਪਹਿਲਾਂ ਆਪਰੇਸ਼ਨ ਕਰ ਦੇਣਗੇ ਕਿ ਨਹੀਂ ਇੱਕ ਬੰਦਾ ਮਰਨ ਦਿਆ ਸੜਕ ਤੇ, ਤੁਹਾਨੂੰ ਲੱਭਾ ਹੈ ਬੰਦਾ ਇੱਕ ਜ਼ਖਮੀ ਹਾਲਤ 'ਚ, ਜਾਂ ਇੱਕਦਮ ਸ਼ਰੀਰ ਕੋਈ ਬਿਮਾਰ ਹੋ ਕੇ ਆ ਗਿਆ ਹੈ ਨਾ, ਉਹਨਾਂ ਨੇ ਇਲਾਜ ਤੁਹਾਡਾ ਕਰ ਦੇਣਾ, ਬਾਅਦ 'ਚ ਦੇਖੀ ਜਾਏਗੀ। ਇਹ ਇਨਸਾਨੀਅਤ ਹੈ ਗੋਰੇ, ਪੈਸੇ ਤਾਂ ਉਹਨਾਂ ਨੇ ਲੈ ਕੇ ਛੱਡਣੇ ਨੇ। ਤੇ ਕਿੰਨਾ ਕੁ ਮਹਿੰਗਾ ਇਲਾਜ ਹੈਗਾ ਕਾਫੀ ਜਿਹੜਾ ਮਹਿੰਗਾ ਮਤਲਬ ਇਹ ਕਹੀਏ ਕਿ ਇੱਕ ਬੰਦਾ ਫੋਰ ਐਗਜ਼ਾਮਪਲ ਉਹਦਾ ਕੋਈ ਵਾਰਿਸ ਨਹੀਂ ਹੈ ਤੇ ਉਹਦਾ ਕੀ ਕਰਨਗੇ? ਵਾਰਿਸ ਨਹੀਂ ਹੈ ਤੇ ਫਿਰ ਜੀ ਚੈਰਿਟੀਜ਼ ਹੈਗੀਆਂ ਨੇ, ਉਹ ਫਿਰ ਖਰਚਾ ਚੁੱਕ ਲੈਂਦੀਆਂ ਨੇ, ਜਾਂ ਗੌਰਮੈਂਟ ਵੀ ਖਰਚਾ। ਜਿਹਦਾ ਕੋਈ ਵਾਰਿਸ ਨਹੀਂ ਹੈ ਉਹਦਾ ਤਾਂ ਫਿਰ ਅੱਲਾ ਹੀ ਵਾਰਿਸ ਹੈ ਨਾ। ਜੇ ਤੇ ਆਪਣੇ ਕੋਈ ਮੁਸਲਿਮ ਪਾਕਿਸਤਾਨੀ ਨੇ ਤੇ ਫਿਰ ਉਹ ਜਿਹੜੇ ਮਸਜਿਦ ਵਾਲੇ ਨੇ ਉਹ ਵੀ ਚੰਦਾ ਕਰ ਦਿੰਦੇ ਆ। ਤਨਜ਼ੀਮਾਂ ਹੈਗੀਆਂ ਜਿਹੜੀਆਂ ਹੈਲਪ ਕਰਦੀ, ਕਿਸੇ ਨੂੰ ਆਖਰ ਕਫਨ ਤੋਂ ਬਗੈਰ ਤੇ ਉਹਨਾਂ ਨੇ ਨਹੀਂ ਦਫਨਾਉਣਾ। ਮਰਨਾ ਵੀ ਬੜਾ ਮਹਿੰਗਾ ਉੱਥੇ, ਅੱਛਾ ਠੀਕ ਹੈ ਨਾ ਜੀ। ਉੱਥੇ ਜ਼ਮੀਨ ਲੈਣੀ ਹੈ, ਤੁਸੀਂ ਖਰੀਦ ਕੇ ਕਬਰ ਬਣਾਉਣੀ ਹੈ, ਉਹਦਾ ਬੜਾ ਖਰਚਾ ਆਉਂਦਾ ਹੈ। ਤਾਬੂਤ ਬਣਾਉਣਾ ਹੈ, ਉਹਨੂੰ ਦਫਨਾਉਣਾ ਹੈ,
ਉਹ ਫਿਰ ਜਿਹੜੇ ਨਾ ਉਹ ਖੈਰਾਤੀ ਇਦਾਰੇ ਹੁੰਦੇ ਆ ਤੇ ਮਸਜਿਦ ਦੀਆਂ ਆਪਣੀਆਂ ਤਨਜ਼ੀਮਾਂ ਵੀ ਹੁੰਦੀਆਂ ਤੇ ਫਿਰ ਕਈ ਅਮੀਰ ਲੋਕ ਜਿਹੜੇ ਨੇ ਮੁਖੱਈਰ ਹਜ਼ਰਾਤ ਤੇ ਉਹ ਵੀ ਕੋਲੋਂ ਮਦਦ ਕਰ ਦਿੰਦੇ ਨੇ। ਬਗੈਰ ਕਫਨ ਤੋਂ ਜਨਾਜ਼ੇ ਤੋਂ ਕਬਰ ਤੋਂ ਕੋਈ ਨਹੀਂ ਮਰਦਾ ਉੱਥੇ। ਬਾਕੀ ਜਿਹੜਾ ਨਾ ਬਿਮਾਰ ਹੋ ਤਾਂ ਭਾਈ ਉਹ ਤੁਸੀਂ ਜਿਹਨੇ ਤੁਹਾਨੂੰ ਸਪਾਂਸਰ ਕੀਤਾ ਉਹ ਜ਼ਿੰਮੇਦਾਰ ਹੈ, ਉਹਨੂੰ ਭਰਨਾ ਪਏਗਾ। ਤੇ ਉੱਥੇ ਵੀ ਅਸੀਂ ਵੇਖਿਆ ਕਿ ਉਹ ਨਾ ਇੰਝ ਨਹੀਂ ਕਿ ਅੱਛਾ ਮੈਂ ਜਾਵਾਂ ਮੈਡੀਕਲ ਸਟੋਰ ਤੇ ਤੁਹਾਨੂੰ ਕਹਾਂਗਾ ਫਲਾਨੀ ਦਵਾਈ ਦੇ ਦੇ, ਤਾਂ ਉਹ ਇੰਝ ਨਹੀਂ ਦਿੰਦੇ। ਨਹੀਂ ਜੀ ਬਿਲਕੁਲ ਨਹੀਂ, ਬੜਾ ਹੀ ਰੌਲਾ ਹੈ ਉੱਥੇ। ਤੁਹਾਨੂੰ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਚਾਹੀਦੀ ਹੈ, ਠੀਕ ਹੈ। ਕਾਊਂਟਰ ਤੇ ਤੁਹਾਨੂੰ ਸਿਰਫ ਪੈਰਾਸੀਟਾਮੋਲ ਹੀ ਲੱਭੇਗੀ, ਜਿਸ ਤਰ੍ਹਾਂ ਐਂਟੀਬਾਇਓਟਿਕ ਤੁਹਾਨੂੰ ਨਹੀਂ ਲੱਭੇਗੀ। ਐਂਟੀਬਾਇਓਟਿਕ ਡਾਕਟਰ ਦੇ ਨੁਸਖੇ ਦੇ ਨਾਲ ਹੀ ਮਿਲੇਗੀ। ਉੱਥੇ ਕਹਿੰਦੇ ਐਂਟੀਬਾਇਓਟਿਕ ਨਹੀਂ ਦਿੰਦੇ, ਨਹੀਂ ਦਿੰਦੇ। ਉਹ ਬੜੀ ਦੇਰ ਟਰਖਾਉਂਦੇ ਰਹਿੰਦੇ ਨੇ, ਇਸ ਲਈ ਕਿ ਉਹ ਕਹਿੰਦੇ ਨੇ ਕਿ ਜਿਹੜੀ ਤੁਹਾਡੀ ਬੋਡੀ ਹੈ ਨਾ, ਨਹੀਂ ਤੇ ਉਹ ਐਵੇਂ ਆਦੀ ਹੋ ਜਾਏਗੀ, ਫਿਰ ਐਂਟੀਬਾਇਓਟਿਕ ਵੀ ਕੰਮ ਨਹੀਂ ਕਰਦੀ। ਜੇ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਐਂਟੀਬਾਇਓਟਿਕ ਲੈਂਦੇ ਹੋ, ਬਗੈਰ ਵਜ੍ਹਾ ਤੋਂ ਲੈਂਦੇ ਹੋ, ਹਰ ਛੋਟੀ ਗੱਲ ਤੋਂ ਲੈ ਲੈਂਦੇ ਹੋ, ਜ਼ਰਾ ਗਲਾ ਖਰਾਬ ਹੈ ਲੈ ਲਈ, ਬੁਖਾਰ ਚੜਿਆ ਲੈ ਲਈ, ਜਦੋਂ ਫਿਰ ਤੁਹਾਨੂੰ ਅਸਲੀ ਜ਼ਰੂਰਤ ਪਏਗੀ ਕਿਸੇ ਹੋਰ ਅੰਦਰ ਵੱਡੀ ਇਨਫੈਕਸ਼ਨ ਲਈ, ਉਦੋਂ ਫਿਰ ਉਹਨੇ ਕੰਮ ਨਹੀਂ ਕਰਨਾ ਕਿ ਤੁਸੀਂ ਪਹਿਲਾਂ ਹੀ ਕਾਫੀ ਬੋਡੀ ਨੂੰ ਯੂਜ਼ ਟੂ ਕਰ ਚੁੱਕੇ ਹੋ। ਇਸ ਤੋਂ ਬਹੁਤ ਅਵਾਇਡ ਕਰਦੇ ਨੇ ਐਂਟੀਬਾਇਓਟਿਕ ਦੇਣ ਤੋਂ। ਕਹਿੰਦੇ ਨੇ ਵਾਇਰਲ ਹੈ, ਖਾਓ ਪੀਓ ਤੇ ਆਪਣਾ ਪੈਰਾਸੀਟਾਮੋਲ ਲਵੋ, ਗਰਮ ਪਾਣੀ ਪੀਓ, ਰੈਸਟ ਕਰੋ, ਠੀਕ ਹੋ ਜਾਓਗੇ। ਤੇ ਹੋ ਜਾਂਦਾ ਬੰਦਾ ਵਾਕਈ। ਅੱਛਾ, ਮੈਂ ਸਕਾਟਲੈਂਡ ਗਿਆ ਔਰ ਮੈਂ ਐਡਿਨਬਰਾ ਫਿਰਿਆ, ਮੈਨੂੰ ਬਹੁਤ ਮਜ਼ੇਦਾਰ ਜਗ੍ਹਾ ਲੱਗੀ। ਔਰ ਮੈਨੂੰ ਜਿੰਨੇ ਵੀ ਮੈਂ ਕੰਟਰੀਜ਼ ਘੁੰਮੇ ਨੇ ਉਹਨਾਂ 'ਚ ਮੈਨੂੰ ਸਭ ਤੋਂ ਮਜ਼ੇਦਾਰ ਜਗ੍ਹਾ ਐਡਿਨਬਰਾ ਲੱਗੀ। ਅੱਛਾ, ਤੁਹਾਨੂੰ ਸਕਾਟਲੈਂਡ 'ਚ ਕੀ ਖੂਬਸੂਰਤ ਲੱਗਦਾ ਹੈ? ਔਰ ਤੁਸੀਂ ਜਿਸ ਤੋਂ ਕਹਿੰਦੇ ਕਿ ਯਾਰ ਮੈਨੂੰ ਸਾਰੀ ਦੁਨੀਆ ਇੱਕ ਪਾਸੇ ਕਰ ਦਿਓ ਤੇ ਮੈਨੂੰ ਇਸ ਜਗ੍ਹਾ 'ਤੇ ਇਸ ਵਜ੍ਹਾ ਤੋਂ ਛੱਡ ਦਿਓ? ਹਾਏ, ਸਾਡਾ ਗਲਾਸਗੋ ਇਜ਼ ਵੈਰੀ ਸੋਸ਼ਲ। ਐਡਿਨਬਰਾ ਵਾਲੇ ਵੀ ਸੋਸ਼ਲਾਈਜ਼ੇਸ਼ਨ ਕਰਨ ਲਈ ਉੱਥੇ ਆਉਂਦੇ ਨੇ। ਐਡਿਨਬਰਾ ਦਾ ਤੇ ਗਲਾਸਗੋ ਦਾ ਇਹ ਫਰਕ ਹੈ, ਜਿਵੇਂ ਇਸਲਾਮਾਬਾਦ ਤੇ ਲਾਹੌਰ ਲਾ ਲਓ। ਲਾਹੌਰ ਦੀਆਂ ਕਿਆ ਬਾਤਾਂ, ਅਸੀਂ ਨਹੀਂ ਜਾਂਦੇ ਭਾਈ ਇਸਲਾਮਾਬਾਦ, ਠੀਕ ਹੈ। ਤੇ ਉਹੀ ਐਡਿਨਬਰਾ ਜਿਹੜਾ ਇਜ਼ ਵੈਰੀ ਪੋਸ਼। ਉਹ ਇਸਲਾਮਾਬਾਦ ਆਪਣਾ ਸਾਡੇ ਸਕਾਟਲੈਂਡ ਦਾ ਦਾਰੁਲ ਖਿਲਾਫਾ ਹੈ। ਸਾਨੂੰ ਉੱਥੇ ਜਾ ਕੇ ਕੋਈ ਨਹੀਂ ਮਜ਼ਾ ਆਉਂਦਾ, ਇੰਝ ਸਾਨੂੰ ਲੰਦਨ ਨਹੀਂ ਜਾ ਕੇ ਮਜ਼ਾ ਆਉਂਦਾ। ਅਸੀਂ ਪੇਂਡੂ ਲੋਕ ਹਾਂ, ਅਸੀਂ ਆਪਣੀ ਪਾਰਟੀਆਂ ਪੂਟੀਆਂ ਕਰਕੇ ਖੁਸ਼ ਹਾਂ। ਤੇ ਉਹ ਫਿਰ ਸਾਰੀ ਸੋਸ਼ਲਾਈਜ਼ਿੰਗ ਜਿਹੜੀ ਉਹ ਗਲਾਸਗੋ ਹੁੰਦੀ ਹੈ। ਇਸ ਤੋਂ ਐਡਿਨਬਰਾ ਵਾਲੇ ਵੀ ਉੱਥੇ ਆਉਂਦੇ। ਐਡਿਨਬਰਾ 'ਚ ਵੀ ਬਥੇਰੀ ਹੁੰਦੀ ਲੇਕਿਨ ਨਹੀਂ ਗਲਾਸਗੋ ਤੋਂ ਘੱਟ। ਸਾਰੇ ਸ਼ਹਿਰ ਚੰਗੇ ਨੇ ਪਰ ਸਾਡੇ ਗਲਾਸਗੋ ਤੋਂ ਥੱਲੇ। ਅੱਛਾ ਜੀ। ਤੇ ਬਾਕੀ ਜਿਹੜੀ ਸਕਾਟਲੈਂਡ ਦੀ ਹਾਈਲੈਂਡਸ ਨੇ ਨਾ ਭਾਈ, ਉਹ 3, 3.5, 4 ਘੰਟੇ ਦੀ ਡਰਾਈਵ ਕਰਕੇ ਤੁਸੀਂ ਹੋਰ ਉੱਤੇ ਜਾਂਦੇ ਹੋ। ਬਹੁਤ ਖੂਬਸੂਰਤ ਕੁਦਰਤੀ ਨਜ਼ਾਰੇ, ਇੰਤਹਾਈ ਖੂਬਸੂਰਤ ਪਹਾੜਾਂ 'ਤੇ ਜਾਂਦੇ ਹੋ ਨਾ, ਉਹਨਾਂ ਨੂੰ ਹਾਈਲੈਂਡਸ ਕਹਿੰਦੇ ਨੇ। ਤੇ ਉਹ ਬਹੁਤ ਹੀ ਪਿਆਰੀ ਜਗ੍ਹਾ। ਅੱਛਾ, ਅਸੀਂ ਉੱਥੇ ਗਏ, ਅਸੀਂ ਤਾਂ ਕੋਈ ਕਹਿ ਲਓ ਕਿ 2-2, 3-3 ਕੋਟੀਆਂ ਚੜ੍ਹਾ ਕੇ ਤੇ ਉੱਥੇ ਜਿਹੜਾ ਕਹਿੰਦੇ ਆ ਘੁੰਮੇ ਆ। ਲੇਕਿਨ ਅਸੀਂ ਵੇਖਿਆ ਕਿ ਉੱਥੇ ਜਨਾਬ ਉਹ ਜਿਹੜੇ ਗੋਰੇ ਤੇ ਗੋਰੀਆਂ ਨੇ, ਉਹਨਾਂ ਨੇ ਉਹ ਕਹਿ ਲਓ ਕਿ ਨਿੱਕਰਸ ਪਾਈਆਂ ਨੇ ਤੇ ਉਹ ਜਨਾਬ ਉੱਥੇ ਦੌੜਦੇ ਫਿਰਦੇ ਨੇ, ਕਦੀ ਉੱਪਰ ਪਹਾੜਾਂ 'ਤੇ ਚੜ੍ਹਦੇ ਫਿਰਦੇ ਨੇ, ਕਦੀ ਥੱਲੇ ਆਉਂਦੇ ਫਿਰਦੇ ਨੇ। ਅਸੀਂ ਉਹਨਾਂ ਨੂੰ ਵੇਖਣ ਡੇ, ਉਹ ਸਾਨੂੰ ਵੇਖਣ ਡੇ ਨੇ। ਉਹਦੀ ਵਜ੍ਹਾ ਇਹੀ ਕਿ ਉਹਨਾਂ ਦੇ ਬਲੱਡ 'ਚ ਸ਼ਾਮਲ ਹੈ ਉਹ ਸਰਦੀ ਨੂੰ ਬਰਦਾਸ਼ਤ ਕਰਨਾ। ਉਹ ਇੱਥੇ ਦੇ ਪੈਦਾਵਾਰ ਨੇ। ਜਦੋਂ ਸ਼ੁਰੂ ਤੋਂ ਬੱਚਿਆਂ ਨੂੰ ਇੰਝ ਟੀ-ਸ਼ਰਟ ਸ਼ਰਟ ਪਾ ਕੇ ਬਾਹਰ ਭੇਜ ਦੇਣਾ, ਗਾਰਡਨ 'ਚ ਖੇਲੋ, ਬੱਚਿਆਂ ਦਾ ਜਿਸਮ ਆਦੀ ਹੁੰਦਾ ਹੈ, ਠੀਕ ਹੈ। ਉਹੀ ਗੋਰੇ ਦੇਖੋ ਨਾ, ਹੁਣ ਇੱਥੇ ਆਪਣੀ ਪਾਕਿਸਤਾਨ ਜਿਹੜੀ ਗਰਮੀਆਂ ਨੇ, ਬਾਹਰ ਕਿਸਾਨ ਵੀ ਕੰਮ ਕਰ ਰਹੇ ਹੁੰਦੇ ਨੇ, ਮੋਢੇ ਉੱਤੇ ਇੱਕ ਪਟਕਾ ਰੱਖਿਆ, ਠੀਕ ਹੈ ਨਾ, ਇੱਕ ਪਟਕਾ ਸਿਰ 'ਤੇ ਰੱਖਿਆ, ਕੰਮ ਕਰ ਰਹੇ ਹੁੰਦੇ ਨੇ। ਉਹ ਗੋਰੇ ਆਉਣਗੇ ਨਾ ਉਨੀ ਗਰਮੀ 'ਚ ਉਹ ਤਾਂ ਮਰ ਜਾਣਗੇ ਗਰਮੀ ਨਾਲ। ਅੱਛਾ, ਨਹੀਂ ਬਰਦਾਸ਼ਤ ਕਰ ਸਕਦੇ। ਉੱਥੇ ਜਦੋਂ ਗਰਮੀਆਂ ਆਉਂਦੀਆਂ ਨਾ, ਜੂਨ ਜੁਲਾਈ 'ਚ ਅਸੀਂ ਤਾਂ ਇੰਜੋਏ ਕਰ ਰਹੇ ਨੇ। ਗੋਰੇ ਜਿਹੜੇ ਉਹ ਨੰਗੇ ਹੋ ਫਿਰਦੇ ਨੇ, ਥੱਲੇ ਚੱਪਲ ਵੀ ਨਾ ਪਾਉਣਗੇ, ਇਤਨੀ ਗਰਮੀ ਉਹਨਾਂ ਨੂੰ ਲੱਗਦੀ ਹੈ। ਤਾਂ ਪਾਕਿਸਤਾਨ ਵਾਲੇ ਲੋਕ ਮਾਸ਼ਾਅੱਲਾ ਉਹ ਗਰਮੀ ਦੇ ਯੂਜ਼ ਟੂ ਨੇ ਤੇ ਉਹ ਖੇਤ ਖਲਿਆਣ ਉਸੇ ਤਰ੍ਹਾਂ ਹੀ ਕੰਮ ਚੱਲ ਰਹੇ ਨੇ, ਸਾਰੇ ਕੰਮ ਚੱਲਦੇ। ਗੋਰੇ ਨਹੀਂ ਉਹ ਬਰਦਾਸ਼ਤ ਕਰ ਸਕਦੇ ਮਈ ਜੂਨ ਜੁਲਾਈ ਦੀ ਗਰਮੀ ਇੱਥੇ। ਇਸੇ ਤਰ੍ਹਾਂ ਤੁਸੀਂ ਉੱਥੇ ਜਾਂਦੇ ਹੋ, ਜੋ ਦਸੰਬਰ ਜਨਵਰੀ 'ਚ ਤੁਹਾਨੂੰ ਬਹੁਤ ਜ਼ਿਆਦਾ ਸਰਦੀ ਲੱਗਦੀ। ਜਿਹੜੇ ਉੱਥੇ ਦੇ ਲੋਕਲ ਨੇ ਉਹ ਟੀ-ਸ਼ਰਟ ਪਾਈ ਫਿਰਦੇ ਨੇ। ਸਨੋ ਦੇ ਵਿੱਚ ਵੀ ਤੁਸੀਂ ਦੇਖੋਗੇ ਕਈ ਇੰਝ ਫਿਰ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਦੀ ਬੋਡੀ ਯੂਜ਼ ਟੂ ਹੈ, ਉਹਨਾਂ ਦੇ ਬਲੱਡ 'ਚ ਸ਼ਾਮਲ ਹੈ ਸਰਦੀ ਬਰਦਾਸ਼ਤ ਕਰਨਾ। ਸਾਡੇ ਬਲੱਡ 'ਚ ਸ਼ਾਮਲ ਹੈ ਇੱਥੇ ਦੀ ਗਰਮੀ ਬਰਦਾਸ਼ਤ ਕਰਨਾ। ਸੋ ਉਹ ਕਿੰਨਾ ਕੁ ਐਡਜਸਟ ਕਰ ਲਿਆ ਤੁਸੀਂ ਇਹਨੂੰ, ਦਰਜਾ ਹਰਾਰਤ ਨੂੰ? ਥੋੜ੍ਹਾ ਬਹੁਤ। ਜਦੋਂ ਗਰਮੀਆਂ ਆਉਂਦੀਆਂ ਮੈਂ ਵੀ ਨੱਸ ਜਾਂਦੀ ਹਾਂ, ਸਪੈਸ਼ਲੀ ਜਦੋਂ ਗਰਮੀਆਂ 'ਚ ਰੋਜ਼ੇ ਆਉਂਦੇ ਆ, ਮੈਂ ਵੀ 11-12 ਵਜੇ ਨੱਸ ਜਾਂਦੀ ਹਾਂ। ਕਿਉਂਕਿ 38 ਸਾਲ ਹੋ ਗਏ ਨੇ ਹੁਣ। ਮੈਂ ਇੱਥੇ ਮੈਂ ਸੀ ਜਦੋਂ 21 ਸਾਲ ਦੀ ਮੈਂ ਗਈ, 21 ਸਾਲ ਦੀ। ਅਤੇ ਫਿਰ ਹੁਣ ਮੈਨੂੰ ਤਾਂ ਉੱਥੇ ਡਬਲ ਟਾਈਮ ਗੁਜ਼ਰ ਗਿਆ ਅਤੇ ਮੈਂ ਵੀ ਗੋਰਿਆਂ ਵਾਂਗੂ ਹੋ ਗਈ ਹਾਂ, ਠੀਕ ਹੈ। ਅਤੇ ਉਹ ਦੁਪਹਿਰ ਆਉਂਦੀ ਹੈ ਅਤੇ ਮੈਂ ਵੀ ਨੱਸ ਜਾਂਦੀ ਹਾਂ। ਗੱਡੀ ਵਿੱਚ ਉਹ ਸ਼ੀਸ਼ੇ ਦੇ ਵਿੱਚੋਂ ਉਹ ਆਉਂਦੀ ਹੈ ਨਾ ਹੀਟ, ਸੂਰਜ ਸਿੱਧਾ ਪੈ ਰਿਹਾ ਹੁੰਦਾ। ਅੱਗੇ ਅਸੀਂ ਪਹਿਲਾਂ ਹੀ ਕਾਲੇ ਹਾਂ, ਅਸੀਂ ਫਿਰ ਜਾਮਨੂ ਹੋ ਜਾਂਦੇ ਹਾਂ, ਪਰਪਲ ਕਲਰ ਹੋ ਜਾਂਦਾ। ਇਸ ਤੋਂ ਖਾਸ ਤੌਰ ਜਦੋਂ ਰੋਜ਼ੇ ਆਉਂਦੇ ਗਰਮੀਆਂ 'ਚ ਦੌੜ ਜਾਈਦਾ ਘਰ ਦਾ ਕੰਮ ਕਰਕੇ। ਮੇਰੇ ਕੋਲ ਵੀ ਹੀਟ ਨਹੀਂ ਬਰਦਾਸ਼ਤ ਹੁੰਦੀ। ਬਿਲਕੁਲ ਸਹੀ ਹੈ ਜੀ। ਤੇ ਸਾਨੂੰ ਹੁਣ ਕੁਛ ਹੋਰ ਸੁਣਾਓ, ਕੋਈ ਗੀਤ, ਕੋਈ। ਅੱਛਾ। ਹਾਏ ਹਾਏ ਜਦੋਂ ਹੌਲੀ ਜਿਹੀ ਲੈਣਾ ਮੇਰਾ ਨਾਂ, ਵੇ ਜਦੋਂ ਹੌਲੀ ਜਿਹੀ ਲੈਣਾ ਮੇਰਾ ਨਾਂ,
मैं था मर जानिया वे, मैं था मर जानिया। हाय वे हाय जदों हौली जई लेना मेरा नाम, खबर की अखा नाल करना सवाल वे, करना सवाल वे। कंबदी जवानी आंदे दिल च भुचाल वे, हुंदा बुरा हाल तेनू वास्ता ही बदना हैगा। मैं था मर जानिया वे, मैं था मर जानिया। हाय वे हाय जदों हौली जई लेना मेरा नाम, होर कोई हुंदा उन्ने छड्ड जाना सी, ਆਹਾ होर कोई हुंदा उन्ने छड्ड जाना सी। ए असियां जो सजना निभाई जानिया, होर कोई हुंदा उन्ने छड्ड जाना सी, होर कोई हुंदा उन्ने छड्ड जाना सी। तेरे उत्ते चन्ना एतबार करके की सानू मिले आई प्यार करके। तेरे उत्ते चन्ना एतबार करके की सानू मिले आई प्यार करके। ए असियां जो सजना निभाई जानिया, होर कोई हुंदा उन्ने छड्ड जाना सी, होर कोई हुंदा उन्ने छड्ड जाना सी। जाइए आप कहाँ जाएंगे, ਹਾਏ ये नजर लौट के फिर आएगी, ਹਾਏ ये नजर लौट के फिर आएगी। दूर तक आपके पीछे पीछे, दूर तक आपके पीछे पीछे मेरी आवाज चली जाएगी। ਕੀ ਬਾਤ जाइए आप कहाँ जाएंगे, ਹਾਏ ये नजर लौट के फिर आएगी, ये नजर लौट के फिर आएगी। आ, आपकी नजरों ने समझा प्यार के काबिल मुझे, दिल की ये धड़कन ठहर जा, मिल गई मंजिल मुझे, आपकी नजरों ने समझा। जी हमें मंजूर है आपका ये फैसला, जी हमें मंजूर है आपका ये फैसला। कह रही है हर नजर बंदा परवर शुक्रिया, हंस के अपनी जिंदगी में कर लिया शामिल मुझे, दिल की
धड़कन ठहर जा, मिल गई मंजिल मुझे, आपकी नजरों ने समझा। माए नी मैं किनू आखा, दर्द बछोड़ दा हाल नी, माए नी मैं किनू आखा। दुखां दी रोटी सूलां दा सालण, आहे दा बालण बालनी, माए नी मैं किनू आखा, माए नी मैं किनू आखा। पेपे 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 सुगंधियां नू फेबन चाननी दे, तावीं साडी पीड़ ना सवे। औखे औखे सावां दी मैं करां जेट कोर माए, औखे औखे सावां दी मैं करां जेट कोर माए, सगों सानू खाण नू पवे। माए नी माए मेरे गीतां दे नैना विच बिरहों दी रड़क पवे। माए नी माए। फिर मैंने लिखा नजम, माए माए नी फिर कदे मुड़ के जे आए, माए नी फिर कदे मुड़ के जे आए, माए नी मैनू शेखूपुरा लेके जाए, माए नी मैनू मेरे महल्ले लेके जाए, माए नी मैनू मेरी गली लेके जाए, माए नी मैनू मेरी गली लेके जाए, माए नी फिर मैनू गोदी तू खड़ाए, माए मैं डिगा मैनू चुप तू कराए, माए नी मल्ले आली हट्टी ते ले जाए, माए नी बाबे आली हट्टी ते ले जाए, माए नी मैनू उत्थे चीजियां खवाए, माए नी मैनू उत्थे चीजियां दवाए, माए शजान दियां बोतलां पलाए, माए नी मैनू तू सीने नाल लाए, माए नी फिर कदे मुड़ के तू आए। माए नी तवे उत्ते अंडा भी बनाए, माए नी मैनू तू पराठा भी खिलाए, माए नी मैनू तू चूरियां खवाए, माए नी मैनू तू कपड़े पवाए, माए नी फिर मेरा मंजा तू बछाए, माए नी सोना जे खेस तू बछाए, माए नी वेखी दो तकिए लवाए, माए नी मैनू तू कहानियां सुनाए, माए नी फिर मैनू गुड्डियां दवाए, ओ वेखी मेरी छोटी तू साइकिली ले आए, नी माए नी फिर तू कहानियां सुनाए, माए नी फिर मेरे नाल लेट जाए, माए नी फिर मेरे नाल सोही जाए, माए नी फिर कदे मुड़ के तू आए, माए नी मैनू मेरे पिंड लेके जाए, माए नी मैनू माना वाला लेके जाए, माए नी मैनू मेरे दादके मलाए, माए नी मैनू मेरे नानके मलाए, माए जी फिर कदे मुड़ के तू आए। माए नी चाचे वाली हट्टी ते ले जाए, माए सलीम दी दुकान ते जाए, माए नी नानी वाली चक्की भी विखाए, माए ओ मिर्चां वाला घर भी विखाए, माए नी मासी घर लेके तू भी जाए, माए नी मामे दे चबारे ते ले जाए, नी माए नी उत्थे मैनू सबक पढ़ाए, माए नी अब्बे दी तू कोट तो बचाए, माए नी उत्थे मैनू लिखना सिखाए, माए नी मैनू फट्टी पूंजना सिखाए, माए नी उत्थे मैनू लिखना सिखाए, ते नाल मैनू कलम दवात भी दवाए, माए नी मैनू मेरे पिंड लेके जाए, माए नी मैनू उत्थे छप्पड़ विखाए, ते उत्तों ओ चिकनी मिट्टी भी कढ़ाए, माए नी मैनू
ਲੇਪ ਕਰਨਾ ਸਿਖਾਏ, ਮਾਏ ਨੀ ਨਾਲੇ ਮੈਨੂੰ ਬੁਣ ਦੇ ਵਿਖਾਏ, ਮਾਏ ਨੀ ਲੋਕੀ ਕੰਮ ਕਰਦੇ ਵਿਖਾਏ, ਮਾਏ ਨੀ ਉੱਥੇ ਮੈਨੂੰ ਸਹੇਲੀਆਂ ਮਿਲਾਏ, ਮਾਏ ਨੀ ਮੈਨੂੰ ਮੇਰੀ ਸਹੇਲੀਆਂ ਮਿਲਾਏ, ਮਾਏ ਜੇ ਫਿਰ ਕਦੇ ਮੁੜ ਕੇ ਤੂੰ ਆਏ, ਹਾਏ ਹਾਏ ਮਾਏ ਤੂੰ ਨਵਾਂ ਮੈਨੂੰ ਬਸਤਾ ਦਵਾਵੇਂ ਤੇ ਨਾਲੇ ਮੈਨੂੰ ਨਵੀਆਂ ਪੈਨਸਲਾਂ ਦਵਾਏ, ਮਾਏ ਨੀ ਸੋਹਣੀ ਜਿਹੀ ਗਾਚੀ ਵੀ ਦਵਾਏ, ਮਾਏ ਨੀ ਫੱਟੀਆਂ ਤੂੰ ਪੂੰਝਣਾ ਸਿਖਾਏ, ਮਾਏ ਨੀ ਮੈਨੂੰ ਤੂੰ ਨਾਸ਼ਤਾ ਕਰਾਏ, ਮਾਏ ਨੀ ਫਿਰ ਤੂੰ ਟਾਂਗਾ ਮੰਗਵਾਏ, ਤੇ ਟਾਂਗਾ ਵੀ ਵੇਖੀ ਤੂੰ ਸਾਲਮ ਮੰਗਾਏ, ਤੇ ਫਿਰ ਮੈਨੂੰ ਅਗਲੀ ਸੀਟ ਤੇ ਬਿਠਾਏ, ਤੇ ਪਿੱਛੇ ਫਿਰ ਮੇਰੀ ਤੂੰ ਬਾਜੀ ਨੂੰ ਬਿਠਾਏ, ਬਾਏ ਬਾਏ ਕਰਕੇ ਸਕੂਲ ਤੂੰ ਪਜਾਏ, ਮਾਏ ਨੀ ਫਿਰ ਕਦੇ ਮੁੜ ਕੇ ਤੂੰ ਆਏ, ਮਾਏ ਨੀ ਫਿਰ ਕਦੇ ਮੁੜ ਕੇ ਤੂੰ ਆਏ, ਮਾਏ ਨਾ ਮੁੜ ਕੇ ਤੂੰ ਦੁਨੀਆ 'ਚ ਆਏ, ਮਾਏ ਨਾ ਕਦੇ ਫਿਰ ਦੁਨੀਆ 'ਚ ਆਏ, ਮਾਏ ਨੀ ਜਨਤਾ 'ਚ ਘਰ ਤੂੰ ਬਣਾਏ, ਮਾਏ ਨੀ ਮੈਨੂੰ ਆਵਾਜ਼ ਮਾਰ ਕੇ ਬੁਲਾਏ, ਮਾਏ ਨਾ ਹੁਣ ਤੂੰ ਦੁਨੀਆ 'ਚ ਆਏ, ਮਾਏ ਨੀ ਜਨਤਾ 'ਚ ਘਰ ਤੂੰ ਬਣਾਏ, ਮਾਏ ਨੀ ਹੁਣ ਆਵਾਜ਼ ਮਾਰ ਕੇ ਬੁਲਾਏ, ਮਾਏ ਨੀ ਹੁਣ ਆਵਾਜ਼ ਮਾਰ ਕੇ ਬੁਲਾਏ। ਆਮੀਨ ਆਮੀਨ ਸੁਮਾ ਮਿਲੀਅਨਸ ਗਿਆ ਜੀ ਕੀ ਗਾਣਾ। ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਇਸ ਇਹਦੇ ਨਾਲ ਤੁਹਾਡੀ ਨਿਸਬਤ, ਇਹਦੇ ਨਾਲ ਤੁਹਾਡਾ ਅੰਦਾਜ਼, ਔਰ ਮੈਂ ਕਹਿੰਦਾ ਕਿ ਤੁਹਾਡਾ ਇੱਕ ਆਪਣਾ ਇੱਕ ਟਹਿਕੇ ਵਾਲਾ ਅੰਦਾਜ਼ ਆ, ਲੇਕਿਨ ਇੱਥੇ ਆ ਕੇ ਜਦੋਂ ਤੁਹਾਨੂੰ ਅਸੀਂ ਸੁਣੀਦਾ ਤੇ ਇੱਕ ਡਿਫਰੈਂਟ ਹੀ ਸਾਨੂੰ ਸ਼ਮਸ਼ਾਦ ਜੀ ਨਜ਼ਰ ਆਉਂਦੇ ਨੇ, ਤੇ ਇਹ ਬੜਾ ਘੱਟ ਲੋਕਾਂ 'ਚ ਹੁੰਦਾ ਕਿ ਉਹ ਬੈਠੇ ਬੈਠੇ ਬੰਦੇ ਨੂੰ ਜਿਹੜਾ ਉਹਦੀ ਫਿਜ਼ਾ ਹੀ ਬਦਲ ਦਿੰਦੇ ਨੇ। ਇਹ ਗਾਣਾ ਮੈਂ ਹਮੇਸ਼ਾ ਫਿਲਮ ਦੀ ਗਾਇਆ ਨਾ, ਕਿਉਂਕਿ ਮੈਂ ਕੀ ਲਿਖਾਂ, ਤੁਸੀਂ ਆਪਣਾ ਬਚਪਨ ਯਾਦ ਕਰ ਰਹੇ ਹੋ, ਬਸ ਜੋ ਮੂੰਹ 'ਚ ਆਉਂਦਾ, ਜੋ ਕੁਝ ਤੁਸੀਂ ਬੀਤਿਆ ਤੁਸੀਂ ਉਹੀ ਗੱਲਾਂ ਕਰਦੇ ਹੋ, ਤਖਤੀ ਕਲਮ ਦਵਾਤ ਤੇ ਅੱਬੇ ਦੀ ਕੋਟ ਤੇ ਉਹ ਛੱਪੜ ਤੇ ਚਿਕਨੀ ਮਿੱਟੀ ਤੇ ਲੇਪ ਕਰਨਾ, ਠੀਕ ਹੈ, ਡਿੱਗ ਪਿਆ ਚੀਜ਼ੀਆਂ, ਹੁਣ ਤੇ ਕੋਈ ਲਫ਼ਜ਼ ਇਸਤੇਮਾਲ ਹੀ ਨਹੀਂ ਕਰਦਾ ਕਿ ਚੀਜ਼ੀਆਂ, ਅਸੀਂ ਕਹਿੰਦੇ ਚੀਜ਼ੀ ਖਾਣੀ, ਉਹ ਨੁਗਦੀ ਤੇ ਉਹ ਮੂੰਗਫਲੀਆਂ ਤੇ ਉਹ ਖੱਖੜ ਪੂਰੇ ਤੇ ਸ਼ਜ਼ਾਨ ਦੀਆਂ ਬੋਤਲਾਂ, ਹਜੇ ਵੀ ਆਉਂਦੀਆਂ ਤੇ ਮੈਂ ਸ਼ਜ਼ਾਨ ਦੀਆਂ ਬੋਤਲਾਂ ਲੱਭਦੀ ਹਾਂ, ਮੈਨੂੰ ਇੰਨੀ ਪਸੰਦ। 38 ਸਾਲ ਹੋ ਗਏ ਨੇ ਤੁਹਾਨੂੰ ਗਿਆ ਨੂੰ, ਕੀ ਫਰਕ ਮਹਿਸੂਸ ਹੋਇਆ 38 ਸਾਲ 'ਚ ਪਾਕਿਸਤਾਨ 'ਚ, ਕੀ ਚੇਂਜਸ ਤੁਹਾਨੂੰ? ਇਹ ਬਿਲਡਿੰਗ ਵਾਈਜ਼ ਬਹੁਤ ਫਰਕ ਹੈ, ਸੜਕਾਂ ਵਾਈਜ਼ ਬਹੁਤ ਫਰਕ ਹੈ, ਸਫਾਈ ਵਾਈਜ਼ ਬਹੁਤ ਫਰਕ ਹੈ, ਬਹੁਤ ਤਰੱਕੀ ਕੀਤੀ ਮਾਸ਼ਾਅੱਲਾ ਪਾਕਿਸਤਾਨ, ਜ਼ਬਰਦਸਤ। ਲੇਕਿਨ ਅਲਹਮਦੁਲਿਲਾ ਲੋਕਾਂ ਦੇ ਦਿਲ ਖਲੂਸ ਪਿਆਰ ਉਸੇ ਤਰ੍ਹਾਂ ਹੀ, ਉਸੇ ਤਰ੍ਹਾਂ ਹੀ, ਸਪੈਸ਼ਲੀ ਤੁਸੀਂ ਆਪਣੇ ਪਿੰਡਾਂ 'ਚ ਜਾਂਦੇ ਹੋ ਬਹੁਤ ਪਿਆਰ ਕਰਦੇ ਨੇ, ਉਸੇ ਤਰ੍ਹਾਂ ਹੀ ਪਿਆਰ, ਉਸ ਤਰ੍ਹਾਂ ਹੀ ਨਜਮ। ਸਿਰਫ ਇਹ ਕਿ ਬਿਲਡਿੰਗਾਂ ਹੋਰ ਅੱਛੀਆਂ ਹੋ ਗਈਆਂ ਨੇ, ਸਹੂਲਤਾਂ ਬਹੁਤ ਅੱਛੀਆਂ ਹੋ ਗਈਆਂ ਨੇ, ਕਿਆ ਬਾਤ ਹੈ, ਪਾਕਿਸਤਾਨ ਨੇ ਬੜੀ ਤਰੱਕੀ ਕੀਤੀ ਹੈ। ਅੱਛਾ, ਸਾਨੂੰ ਜਿਹੜਾ ਅਸੀਂ ਇੱਕ ਚੀਜ਼ ਫਿਤਰੀ ਤੌਰ 'ਤੇ ਸਾਨੂੰ ਮਜ਼ਾ ਦਿੰਦੀ ਉਹ ਇਹ ਹੈ ਕਿ ਇੱਥੇ ਆਜ਼ਾਦੀ ਬਹੁਤ ਹੈ, ਇੰਨੀ ਆਜ਼ਾਦੀ ਸਾਡੇ ਕੋਲ ਹੈ ਕਿ ਅਸੀਂ ਲੋਕਾਂ ਦੀ ਵੀ ਖੋਹ ਲੈਂਦੇ ਹਾਂ ਕਈ ਦਫਾ, ਠੀਕ ਹੈ। ਮਤਲਬ ਤੁਹਾਡਾ ਦਿਲ ਕੀਤਾ, ਤੁਸੀਂ ਜਿੱਥੇ ਦਿਲ ਕੀਤਾ ਗੱਡੀ ਲਾ ਲਈ, ਤੁਸੀਂ ਜਿੱਦਾਂ ਮਰਜ਼ੀ ਉੱਥੇ ਠੇਲੇ ਵਾਲਾ ਖੜਾ ਨਾਲ ਖੜੇ ਨਾਲ ਲਾ ਲਈ ਗੱਡੀ, ਇਹ ਦੇ ਦੀ ਯਾਰ ਭਾਈਆ ਕਿਲੋ ਅਮਰੂਦ ਦੇ ਦੇ, ਕਿਲੋ ਸੇਬ ਦੇ ਦੇ, ਤੇ ਇਸ ਤਰ੍ਹਾਂ ਲੈ ਕੇ ਤੇ ਉੱਥੇ ਤਾਂ ਇਹ ਹਿਸਾਬ ਕਿਤਾਬ ਨਹੀਂ ਹੈ। ਨਹੀਂ, ਉੱਥੇ ਤਾਂ ਬਸ ਸਭ ਕੁਝ ਸੁਪਰ ਮਾਰਕੀਟਾਂ 'ਚ ਪਿਆ ਹੋਇਆ, ਪ੍ਰਾਈਸ ਉੱਪਰ ਲੱਗੀ ਹੈ, ਵਾਰਾ ਖਾਂਦਾ ਲਵੋ, ਨਹੀਂ ਲੈਣਾ ਨਾ ਲਵੋ, ਠੀਕ ਹੈ। ਉੱਥੇ ਉਹ ਝੱਸ ਨਹੀਂ ਆ ਗਈ ਭਾਅ ਕਰਨ ਦੀ, ਠੀਕ ਹੈ। ਖਾਨ ਸਾਹਿਬ ਨੇ 5000 ਤੋਂ ਸ਼ੁਰੂ ਕਰਕੇ ਤੇ 1000 ਤੋਂ ਤੁਹਾਨੂੰ ਦੇਣੀ ਹੈ ਚੀਜ਼। ਕਿੰਨਾ ਕੁ ਮਜ਼ਾ ਆਉਂਦਾ ਬਾਰਗੇਨਿੰਗ ਕਰਨ ਦਾ? ਬਾਰਗੇਨਿੰਗ ਦਾ ਟੂ ਬੀ ਓਨੈਸਟ ਆਈ ਐਮ ਸੋ ਬੈਡ ਇਨ ਬਾਰਗੇਨਿੰਗ, ਮੈਂ ਨਹੀਂ ਕਰ ਸਕਦੀ। ਮੇਰੀ ਭੈਣਾਂ ਮੈਨੂੰ ਕਹਿੰਦੀਆਂ ਨੇ ਤੂੰ ਆਪਣਾ ਮੂੰਹ ਬੰਦ ਹੀ ਰੱਖ ਜੀ, ਇਸ ਤੋਂ ਮੈਂ ਨਹੀਂ ਬਾਰਗੇਨਿੰਗ ਕਰ ਸਕਦੀ। ਮੈਂ ਉਸੇ ਸਿਸਟਮ 'ਚ ਖੁਸ਼ ਹਾਂ, ਟੈਗ ਲੱਗੇ ਨੇ, ਪ੍ਰਾਈਸ ਦੀ ਕਦੀ ਪਰਵਾਹ ਨਹੀਂ, ਜਿਹੜੀ ਚੀਜ਼ ਪਸੰਦ ਹੈ ਉਹ ਲੈ ਲੈਣੀ ਹੈ। ਕਦੀ ਨਾ ਮੈਂ ਸੇਲਾਂ 'ਤੇ ਜਾਂਦੀ ਹਾਂ, ਨਾ ਮੈਂ ਵਿੰਡੋ ਸ਼ਾਪਿੰਗ ਕਰਦੀ ਹਾਂ, ਜ਼ਰੂਰਤ ਦੇ ਮੁਤਾਬਕ ਸ਼ਾਪਿੰਗ ਕਰਦੀ ਹਾਂ, ਮੈਂ ਕਰਦੀ ਹੀ ਨਹੀਂ। ਤੇ ਇੱਥੇ ਦੇਖੀਦਾ ਬੜਾ ਮਜ਼ਾ ਆਉਂਦਾ, ਬੜਾ, ਲੇਕਿਨ ਸਿਰ ਖਪਾਈਏ ਬਾਰਗੇਨਿੰਗ, ਸਿਰ ਖਪਾਈਏ। ਲੇਕਿਨ ਬਾਰਗੇਨਿੰਗ ਦਾ ਫਾਇਦਾ ਹੈ। ਮੈਂ ਹੈਰਾਨ ਹੁੰਦੀ ਹਾਂ ਯਾਰ, ਮੈਨੂੰ ਤਾਂ ਕੁੱਟ ਖਾਣ ਵਾਲੀ ਗੱਲ ਆਉਂਦੀ ਹੈ ਕਿ 5000 ਦੀ ਚੀਜ਼ ਨੂੰ ਤੁਸੀਂ ਕਹੋ ਭਾਈ 1000 ਦੀ ਦੇ ਦੇਂਗੀ, ਉਹ ਅਗਲੀਆਂ ਲੈ ਕੇ ਵਿਖਾਉਂਦੀਆਂ ਨੇ। ਹਾਂ, ਬੜੀ ਗੱਲ ਹੈ, ਟੈਲੈਂਟ ਹੈ, ਟੈਲੈਂਟ ਹੈ, ਦੈਟਸ ਟੈਲੈਂਟ। ਤੇ ਹਦੀਸ ਵੀ ਹੈ ਕਿ ਤੁਸੀਂ ਕਰੋ ਬਾਰਗੇਨਿੰਗ, ਲੇਕਿਨ ਇਹ ਕਿ ਵੀ ਹਰ ਇੱਕ ਚੀਜ਼ ਤੁਹਾਡੇ ਮਜ਼ਾਜ ਦੇ ਨਾਲ ਨਹੀਂ ਵੀ ਮੈਚ ਖਾਂਦੀ, ਮੈਂ ਨਹੀਂ ਕਰ ਸਕਦੀ ਬਾਰਗੇਨਿੰਗ। ਮੇਰੇ ਕੋਲ ਵੀ ਬੜੀ ਮੁਸ਼ਕਲ ਹੁੰਦੀ ਹੈ ਬਾਰਗੇਨਿੰਗ, ਲੇਕਿਨ ਮੈਂ ਦੇਖਿਆ ਕਈ ਮੇਲ ਬਹੁਤ ਅੱਛੀ ਬਾਰਗੇਨਿੰਗ ਕਰਦੇ ਨੇ। ਓਏ ਹੋਏ, ਮੈਂ ਹੈਰਾਨ ਹੁੰਦੀ ਹਾਂ, ਸਹੀ ਗੱਲ ਹੈ, ਬੰਦੇ ਵੀ ਕਰਦੇ ਨੇ। ਹਾਂ, ਮੈਂ ਕਹਿੰਦੀ ਹੋਇਆ ਭਾਈ ਨੂੰ ਕੀ ਹੋ ਗਿਆ, ਕਰਦੇ ਨੇ। ਲੇਕਿਨ ਉਹੀ ਤਾਂ ਮੈਂ ਹੈਰਾਨ ਆ ਕਿ ਉਹ ਜਿਹੜੇ ਦੁਕਾਨਦਾਰ ਨੇ ਨਾ ਨਜਮ, ਉਹ ਵੀ ਯੂਜ਼ ਟੂ ਨੇ। ਉਹਨਾਂ ਨੇ ਪਹਿਲਾਂ ਟਿਕਾ ਕੇ 3 ਟਾਈਮਸ ਮੋਰ ਪ੍ਰਾਈਸ ਦੱਸਣੀ ਹੈ, ਕਿ ਕੱਟ ਕਟਾ ਕੇ ਉਹਨਾਂ ਨੇ ਉਸ ਪ੍ਰਾਈਸ 'ਤੇ ਆਉਣਾ ਕਿ ਜੇ ਉਹ ਪਹਿਲਾਂ ਹੀ ਗਰੀਬ ਉਹ ਪ੍ਰਾਈਸ ਦੱਸਣਗੇ ਉਹਦੇ 'ਤੇ ਵੀ ਨਹੀਂ ਉਹਨਾਂ ਨੇ ਲੈਣੀ। ਜ਼ਨਾਨੀਆਂ ਕਦੀ ਨਹੀਂ ਖੁਸ਼ ਹੋਣਗੀਆਂ। ਤੰਗ ਆ ਕੇ ਕਹੇਗਾ ਨਾ
ਕਿ ਠੀਕ ਹੈ ਲੈ ਲਾ 1000 ਦੀ, ਤੇ ਫਿਰ ਕਹਿਣਗੀਆਂ 2 ਲਊਂਗੀ। ਜ਼ਨਾਨੀਆਂ ਨਾਲ ਤੁਸੀਂ ਜਿੱਤ ਨਹੀਂ ਸਕਦੇ, ਬਾਹਰ ਕੇ ਨਹੀਂ ਗਲੀਆਂ ਜ਼ਨਾਨੀਆਂ ਨਾਲ ਨਹੀਂ ਜਿੱਤ ਸਕਦੇ। ਮੈਂ ਨਹੀਂ ਖਾਦੀ ਬਾਹਰ, ਮੇਰੇ ਤੋਂ ਨਹੀਂ ਆਉਂਦੀ। ਜ਼ਨਾਨੀਆਂ ਨੂੰ ਬੇਸਿਕਲੀ ਹੈਂਡਲ ਕਰਨਾ ਕਿੰਨਾ ਕੁ ਮੁਸ਼ਕਲ ਹੈ? ਤਾਂ ਐਡਾ ਮੁਸ਼ਕਿਲ ਜਿਹਦਾ ਕੋਈ ਹਿਸਾਬ ਨਹੀਂ, ਤੁਸੀਂ ਯਕੀਨ ਕਰੋ। ਮੈਂ ਜ਼ਨਾਨੀਆਂ ਨਾਲ ਪੰਗੇ ਨਹੀਂ ਲੈਂਦੀ ਹੈਗੀ। ਅੱਛਾ। ਇਹ ਥੋੜੇ ਦਿਨ ਹੋਏ ਮੈਨੂੰ ਇਤਫਾਕ ਹੋਇਆ, ਮੇਰੀ ਲਾਈਫ ਤੇ ਆਏ 2 ਲੋਕ ਲੜ ਪਏ ਨਾ, ਉਹਨਾਂ ਦੀ ਲੱਗ ਰਹੀ ਸੀ ਆਪਸ 'ਚ, ਭਲਾ ਗਾਲੀ ਗਲੋਚ ਹੋ ਗਏ। ਮੈਂ ਜ਼ਨਾਨੀ ਨੂੰ ਮੈਂ ਰਹਿਣ ਦਿੱਤਾ, ਬੰਦੇ ਨੂੰ ਮੈਂ ਡਰੋਪ ਕਰ ਦਿੱਤਾ। ਠੀਕ ਹੈ, ਉਹਨੂੰ ਮੈਂ ਰਹਿਣ ਦਿੱਤਾ ਨਾ, ਉਹਨੂੰ ਚੁੱਪ ਕਰਾਇਆ, ਯਾਰ ਗਾਲਾਂ ਨਾ ਕੱਢ, ਲਾਈਫ ਤੇ ਆਏ ਹੋ। ਉਸ ਤੋਂ ਬਾਅਦ ਫਿਰ ਉਹ ਜਦੋਂ ਚਲੀ ਗਈ ਨਾ, ਉਹ ਬੰਦੇ ਨੂੰ ਫਿਰ ਚੁੱਕ ਲਿਆ। ਮੈਂ ਡਰਾਈਵਿੰਗ ਕਰ ਰਹੀ ਸੀ, ਉਹ ਬੰਦੇ ਨੇ ਆ ਕੇ ਇਤਨਾ ਜ਼ਿਆਦਾ ਇਤਰਾਜ਼ ਕੀਤਾ ਕਿ ਬਾਜੀ ਸ਼ਮਸ਼ਾਦ ਨੇ ਉਹਨੂੰ ਬਿਠਾਈ ਰੱਖਿਆ, ਮੈਨੂੰ ਕਿਉਂ ਡਰੋਪ ਕਰ ਦਿੱਤਾ। ਅੱਛਾ। ਜਦੋਂ ਫਿਰ ਮੈਂ ਗੱਡੀ ਰੋਕੀ, ਉਦੋਂ ਤੱਕ ਫਿਰ ਬੰਦਾ ਚਲਾ ਗਿਆ ਸੀ। ਫਿਰ ਮੈਂ ਬੜੀ ਮਾਜ਼ਰਤ ਕੀਤੀ, ਫਿਰ ਮੈਂ ਐਕਸਪਲੇਨ ਕੀਤਾ। ਮੈਂ ਕਿਹਾ ਮੈਨੂੰ ਪਤਾ ਯਾਰ, ਵੀਰ ਭਰਾ ਬਹੁਤ ਚੰਗੇ ਨੇ, ਵੀਰ ਭਰਾ ਨੂੰ ਤੁਸੀਂ ਸੌਰੀ ਕਹੋਗੇ ਨਾ, ਉਹਨਾਂ ਨੇ ਉਸ ਵਕਤ ਐਕਸੈਪਟ ਕਰ ਲੈਣਾ। ਬੰਦੇ ਨਹੀਂ ਬਹਿਸ ਕਰਦੇ। ਔਰਤ ਜਿਹੜੀ ਸੀ ਉਹ ਥੋੜੀ ਜਿਹੀ ਬਦਮਾਸ਼ ਸੀ, ਸਿੱਧੀ ਗੱਲ ਹੈ। ਮੈਂ ਡਰਪੋਕ ਬੰਦਾ ਨਾ, ਮੇਰੇ ਤੋਂ ਬਹਿਸ ਨਹੀਂ ਹੁੰਦੀ ਹੈ। ਮੈਂ ਕਿਹਾ ਮੈਂ ਉਸ ਜ਼ਨਾਨੀ ਨਾਲ ਵਾਰੇ ਨਹੀਂ ਸੀ ਆ ਸਕਦੀ, ਬੰਦੇ ਨਾਲ ਵਾਰੇ ਆ ਲਾਂਗੇ, ਬੰਦੇ ਇੱਜ਼ਤ ਕਰਦੇ ਨੇ ਕਿ ਬੰਦੇ ਨੇ ਨਹੀਂ ਬਹਿਸ ਕਰਨੀ, ਉਸ ਜ਼ਨਾਨੀ ਨੇ। ਮੈਂ ਕਿਹਾ ਮੇਰੀ ਜਾਨ ਨਹੀਂ ਸੀ ਛੱਡਣੀ, ਦੋਨਾਂ ਚੋਂ ਇੱਕ ਨੂੰ ਡਰੋਪ ਕਰਨਾ ਸੀ, ਮੈਂ ਬੰਦੇ ਨੂੰ ਡਰੋਪ ਕਰ ਦਿੱਤਾ। ਸੋ ਔਰਤਾਂ ਦੇ ਨਾਲ ਬਹੁਤ ਮੁਸ਼ਕਿਲ ਹੈ ਭਾਜੀ, ਪੂਰੇ ਆਉਣਾ ਟੰਗ ਦਿੰਦੀਆਂ ਨੇ। ਉੱਥੋਂ ਦੀਆਂ ਵੀ ਔਰਤਾਂ, ਉੱਥੋਂ ਦੀ ਵੀ, ਇੱਥੋਂ ਦੀ ਵੀ, ਸਾਰੀ। ਵੈਸੇ ਨਹੀਂ, ਗੋਰੀਆਂ ਦੇ ਨਾਲ ਮੈਨੂੰ ਦੇ ਡੂ ਮਾਈਂਡ ਦੇਅਰ ਓਨ ਬਿਜ਼ਨਸ। ਉਹ ਇੱਕ ਦੂਜੇ ਦੇ ਵਿੱਚ ਨੱਕ ਫਸਾਉਂਦੇ ਹੀ ਨਹੀਂ। ਆਪਣੇ ਲੋਕ ਆਪਣੀਆਂ ਔਰਤਾਂ ਪਸੰਦੀਆਂ ਨੇ ਤੇ ਉਹ ਤੁਹਾਨੂੰ ਟੰਗ ਦਿੰਦੀਆਂ ਨੇ। ਔਰਤਾਂ ਜ਼ਿਆਦਾ ਖਤਰਨਾਕ ਨੇ ਜਨਾਬ ਬੰਦਿਆਂ ਨਾਲੋਂ। ਤੇ ਅਸੀਂ ਵੇਖਿਆ ਸਾਡੇ ਇੱਥੇ ਜਿਹੜੇ ਖਵਾਤੀਨ ਨੇ, ਉਹ ਜ਼ੇਵਰ ਬੜਾ ਪਸੰਦ ਕਰਦੀਆਂ ਨੇ। ਔਰ ਮਤਲਬ ਜਿਸ ਤਰ੍ਹਾਂ ਤੁਸੀਂ ਬਾਲੀਆਂ ਪਾਈਆਂ, ਉਹ ਬਾਲੀਆਂ ਪਾਈਆਂ, ਉਹਨਾਂ ਨੇ ਹੱਥਾਂ 'ਚ ਉਹਨਾਂ ਨੇ ਚੂੜੀਆਂ ਪਾਈਆਂ ਹੋਈਆਂ, ਸਾਰਾ ਕੁਛ। ਉੱਥੇ ਇਹਨਾਂ ਚੀਜ਼ਾਂ ਦਾ ਕਨਸੈਪਟ ਕਿਸ ਤਰ੍ਹਾਂ ਦੇ ਆ ਜਾਂਦਾ? ਸੋਨਾ ਪਾਉਣ ਦਾ ਕਨਸੈਪਟ ਕਿੱਦਾਂ ਹੈ ਜੀ? ਸੋਨੇ ਵਾਲਾ ਕੋਈ ਰੌਲਾ ਨਹੀਂ ਹੈਗਾ। ਨਹੀਂ, ਸਾਦਗੀ ਪਸੰਦ ਨੇ, ਬਹੁਤ ਜ਼ਿਆਦਾ ਗੋਰੇ ਸਾਦਗੀ ਪਸੰਦ ਨੇ। ਤੇ ਉਹਨਾਂ ਨੂੰ ਵੇਖ ਕੇ ਕੁਛ ਉਹ ਆਦਤ ਹੋ ਗਈ। ਕੁਛ ਬੰਦਿਆਂ ਵਾਲਾ ਕੰਮ ਕਰੀਦਾ ਸੀ, ਬੰਦਿਆਂ ਵਾਲਾ ਕੰਮ ਕਰਦੇ ਕਰਦੇ ਬੰਦਿਆਂ ਵਾਂਗੂ ਭਾਅ ਤੋਂ ਫੈਲ ਕੇ ਸਹੇਲੀਆਂ ਮਜ਼ਾਕ ਨਾਲ ਕਹਿੰਦੀਆਂ ਨੇ। ਤੇ ਇਹ ਯਕੀਨ ਕਰੋ, ਮੈਂ ਐਵੇਂ ਮੰਗ ਕੇ ਚੀਜ਼ਾਂ ਪਾ ਕੇ ਆ ਗਈ ਹਾਂ। ਮੈਨੂੰ ਕੋਈ ਸ਼ੌਕ ਨਹੀਂ ਜੁਲਰੀ ਵਗੈਰਾ ਦਾ। ਅੱਛਾ। ਨਹੀਂ, ਤਾਂ ਕਿ ਸਾਦਗੀ ਹੈ ਉੱਥੇ ਉਸ ਮੁਆਸ਼ਰੇ 'ਚ, ਤੇ ਮੈਨੂੰ ਉਹ ਸੂਟ ਕਰਦੀ ਹੈ। ਮੈਂ ਆਪ ਸਾਦਾ ਬੰਦਾ ਵਾਂ, ਗੋਰੀਆਂ ਵੀ ਬਹੁਤ ਸਾਦਾ ਨੇ। ਉਹਨਾਂ ਦੀ ਜੁਲਰੀ ਵੀ ਭਾਈ ਬੜੀ ਸਾਦਾ ਹੋਏਗੀ ਨਾ, ਕੋਈ ਛੰਗਣ ਮੰਗਣ ਸਾਡੇ ਵਾਰ ਉਹਨਾਂ ਦੀ ਪੂਰੀ ਮਨਿਆਰੀ ਲਾਈ ਫਿਰਦੀਆਂ ਜ਼ਨਾਨੀਆਂ। ਇੱਥੇ ਔਰਤਾਂ ਬਹੁਤ ਸ਼ੌਕੀਨ ਨੇ। ਅੱਛਾ, ਜਦੋਂ ਡਰਾਈਵਿੰਗ ਕਰੀਦੀ ਹੈ, ਖਾਸ ਤੌਰ 'ਤੇ ਜਿਹੜੇ ਡਰਾਈਵਰ ਹੁੰਦੇ, ਉਹਨਾਂ ਦਾ ਤਜਰਬਾ ਆਮ ਬੰਦਿਆਂ ਦੀ ਨਿਸਬਤ ਬਹੁਤ ਜ਼ਿਆਦਾ ਹੋ ਜਾਂਦਾ। ਕਿਉਂ? ਉਹਨਾਂ ਨੂੰ ਬਾਂਧ ਦੇ ਲੋਕ ਮਿਲਦੇ ਨੇ, ਨਵੇਂ ਜਿਹੜੇ ਤਜਰਬਾਤ ਹੁੰਦੇ ਉਹਨਾਂ ਨਾਲ। ਤੁਹਾਡੇ ਨਾਲ ਕਿਸ ਤਰ੍ਹਾਂ ਦੇ ਵਾਕਿਆਤ ਹੁੰਦੇ ਨੇ ਅਮੂਮਨ? ਬੜੇ ਅੱਛੇ, ਕਿਉਂਕਿ ਅੱਗੇ ਹੀ ਮੈਂ ਜ਼ਿਕਰ ਕੀਤਾ ਸੀ ਕਿ ਜਿਹੜੇ ਗੋਰੇ ਨੇ ਨਾ, ਉਹ ਪਾਏ ਨਾ, ਉਹ ਕਰਦੇ ਨੇ ਮਾਈਂਡ ਯੋਰ ਓਨ ਬਿਜ਼ਨਸ। ਠੀਕ ਹੈ, ਉਹਨਾਂ ਨੇ ਮੌਸਮ ਤੋਂ ਗੱਲ ਸ਼ੁਰੂ ਕਰਨੀ, ਮੌਸਮ ਦੀ ਮੁੱਕ ਜਾਂਦੀ ਹੈ। ਨਾਈਸ ਵੈਦਰ, ਯਾ ਗੁੱਡ ਵੈਦਰ, ਯੈਸ ਟੈਰੇਬਲ, ਫੁੱਟਬਾਲ ਲੱਗਿਆ ਕਿ ਨਹੀਂ ਲੱਗਿਆ, ਇੱਕ ਦੋ ਗੱਲਾਂ ਕੀਤੀਆਂ ਤੇ ਬਸ। ਕੋਈ ਟੱਕਰਦੇ ਨੇ ਜਿਨ੍ਹਾਂ ਨਾਲ ਤੁਹਾਡੀ ਕਨਵਰਸੇਸ਼ਨ ਵੱਧਦੀ ਹੈ, ਬੜਾ ਅੱਛਾ ਲੱਗਦਾ। ਬੜੇ ਨੌਲੇਜੇਬਲ ਲੋਕ ਨੇ, ਤੇ ਉਹਨਾਂ ਨਾਲ ਗੁਫ਼ਤਗੂ ਕਰਕੇ ਅੱਛਾ ਲੱਗਦਾ। ਐਜ਼ ਅ ਟੈਕਸੀ ਡਰਾਈਵਰ ਮੈਂ ਤਾਂ ਇਹ ਦੇਖਣਾ ਹੁੰਦਾ ਕਿ ਕਸਟਮਰ ਕਿਸ ਚੀਜ਼ 'ਚ ਖੁਸ਼ ਹੈ। ਉਹ ਗੱਲਬਾਤ ਕਰਨ 'ਚ ਖੁਸ਼ ਹੈ ਤੇ ਤੁਸੀਂ ਉਹਦੇ ਨਾਲ ਗੱਲਬਾਤ ਕਰੋ, ਨਹੀਂ ਤਾਂ ਸਿਰ ਨਾ ਖਾਓ। ਠੀਕ ਹੈ ਨਾ? ਔਰ 5 ਮਿੰਟ ਬਾਅਦ ਤੁਹਾਡਾ ਡਿਫਰੈਂਟ ਬੰਦਾ ਹੋਣਾ। ਮੈਂ ਵੀ ਬਹੁਤੀ ਸਿਰ ਖਪਾਈ ਨਹੀਂ ਕਰਦੀ। ਕੋਈ ਆਪਣੇ ਮਿਜ਼ਾਜ ਦਾ ਬੰਦਾ ਹੈ, ਗੱਲ ਕਰਦਾ, ਠੀਕ ਹੈ। ਨਹੀਂ ਤਾਂ 99% ਤਾਂ ਗੋਰੇ ਹੀ ਨੇ ਨਾ। ਤੇ ਉਹ ਤੁਹਾਨੂੰ ਸਵਾਲ ਜਵਾਬ ਕਈ ਕਰਦੇ ਨੇ, ਤੂੰ ਕਿਹੜੇ ਮੁਲਕ ਦੀ ਹੈ ਤੇ ਕੀ, ਤੇ ਉਹ ਉਹਨਾਂ ਨੂੰ ਜਵਾਬ ਦੇਈਦਾ। ਕਈ ਬੜੇ ਇੰਟਰਸਟਿਡ ਹੁੰਦੇ ਨੇ, ਤੁਹਾਡੇ ਮਜ਼ਹਬ ਦੇ ਬਾਰੇ ਗੁਫ਼ਤਗੂ ਕਰਦੇ ਨੇ। ਅੱਛਾ ਜੀ, ਉਹਨਾਂ ਨੂੰ ਫਿਰ ਕਰ ਦੇਈਦਾ ਗਾਈਡ ਸਹੀ ਤਰ੍ਹਾਂ। ਕਈ ਪੁੱਛਣਗੇ ਕਿ ਤੁਹਾਡੇ ਓਪਨ ਡੇਜ਼ ਮਸਜਿਦ 'ਚ, ਤਾਂ ਉਹਨਾਂ ਦੱਸ ਦੇਈਦਾ ਹਾਂ ਮਸਜਿਦ 'ਚ ਓਪਨ ਡੇਜ਼ ਹੁੰਦੇ ਨੇ, ਤੁਸੀਂ ਅਲਾਊਡ ਹੋ ਤੇ ਤੁਸੀਂ ਸਾਫ਼ ਸੁਥਰੇ ਹੋ ਕੇ ਜਾਓ ਮਸਜਿਦ, ਉੱਥੇ ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲੇਗਾ। ਬਿਲਕੁਲ ਠੀਕ। ਅੱਛਾ, ਤੁਸੀਂ ਲਾਹੌਰ ਆਏ ਹੋ ਤੇ ਤੁਸੀਂ ਇੰਨਾ ਕੰਮ ਕਰਦੇ ਹੋ, ਸਾਰਾ ਕੁਛ, ਇੱਥੇ ਕਿਹੋ ਜਿਹੀ ਮੁਹੱਬਤ ਮਿਲੀਆਂ ਨੇ ਤੁਹਾਨੂੰ? ਬੜਾ ਮਜ਼ਾ ਆ ਰਿਹਾ। ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਇੰਨੀ ਮਸ਼ਹੂਰ ਹੋ ਗਈ ਹਾਂ। ਠੀਕ ਹੈ, ਕਸਮੇ ਵੀ। ਉੱਥੇ ਗਲਾਸਗੋ ਏਅਰਪੋਰਟ ਤੋਂ ਲੈ ਕੇ ਫਿਰ ਐਰੋਪਲੇਨ 'ਚ ਬੈਠੇ ਹੋਏ ਹਾਂ, ਲੋਕ ਆ ਕੇ ਮਿਲ ਰਹੇ, ਸ਼ੇਕ ਹੈਂਡ ਕਰ ਰਹੇ, ਪੂਰੀ ਫੈਮਿਲੀ। ਬਾਅਦ 'ਚ ਮੈਂ ਆਵਾਂ ਤੇ ਇਹ ਮੇਰੀ ਵਾਈਫ ਹੈ, ਤੇ ਅਸੀਂ ਤੁਹਾਨੂੰ ਜਾਣਦੇ ਹਾਂ, ਤੁਹਾਡੇ ਗਾਣੇ ਸੁਣਦੇ ਹਾਂ। ਮੈਂ ਕਿਹਾ ਜੀ ਬੜੀ ਖੁਸ਼ੀ ਹੋਈ। ਕਿਹੜੇ ਗਾਣੇ? ਇੱਕ ਹੋਰ ਆ ਪੰਜਾਬੀ ਗਾਣੇ, ਬਸ ਪੰਜਾਬੀ ਗਾਣੇ ਮੇਰੇ ਬੜੇ ਜ਼ਿਆਦਾਤਰ ਕਹਿਣਗੇ ਮਾਂ ਵਾਲੇ ਗੀਤ। ਮਾਂ ਵਾਲੇ ਗੀਤ ਮੈਂ ਖੁਦ ਵੀ ਲਿਖੇ ਨੇ। ਥਾਣੇਦਾਰ ਵਾਲਾ ਉਹ ਜਿਹੜੇ ਨੇ, ਉਹ ਜਿਹੜੇ ਢੋਲਕੀ ਵਾਲੇ ਗੀਤ ਮੇਰੇ ਬੜੇ ਫੇਵਰੇਟ ਨੇ ਚੈਨਲ ਤੇ। ਮਾਂ ਵਾਲੇ ਗੀਤ, ਢੋਲਕੀ ਵਾਲੇ ਗੀਤ। ਮੈਂ ਆਪਣੇ ਚੈਨਲ ਤੇ ਵੈਰਾਈਟੀ ਬੜੀ ਦਿੱਤੀ ਨਜਮ। ਪੈਰੋਡੀਆਂ ਤੋਂ ਲੈ ਕੇ ਸੈਡ ਗੀਤ ਤੱਕ, ਲੋਕਾਂ ਨੂੰ ਰਵਾ ਮਾਰਿਆ। ਮਾਂ ਬਾਪ ਵਾਲਾ ਟੌਪਿਕ, ਬੱਚੇ ਵਾਲਾ ਟੌਪਿਕ, ਇਹ ਐਸਾ ਹੈ ਕਿ ਹਰ ਇੱਕ ਨੂੰ ਇਮੋਸ਼ਨਲ ਕਰ ਦਿੰਦਾ। ਹਰ ਇੱਕ ਨੂੰ ਆਪਣੀ ਮਾਂ ਯਾਦ ਆਉਂਦੀ ਹੈ, ਹਰ ਇੱਕ ਨੂੰ ਆਪਣੀ ਧੀ ਯਾਦ ਆਉਂਦੀ ਹੈ। ਲੋਕ ਬਹੁਤ ਰੋਂਦੇ, ਫਿਰ ਪਿਓ ਨੂੰ ਯਾਦ ਕਰਦੇ। ਤੇ ਜਿਹੜੇ ਫਨੀ ਨੇ, ਉਹ ਸ਼ਾਦੀ ਵਿਆਹ ਤੇ ਉਹ ਵੀ ਬਹੁਤ ਪਸੰਦ ਕੀਤੇ ਜਾਂਦੇ ਨੇ। ਫਿਰ ਮੈਂ ਜਦੋਂ ਆਪਣਾ ਸਮਾਨ ਉਠਾ ਰਹੀ ਸੀ, ਉੱਥੇ ਜ਼ਨਾਨੀਆਂ ਕਹਿਣ, ਬਾਜੀ ਵੀ ਨੋ ਯੂ, ਅਸੀਂ ਤੁਹਾਡੇ ਗੀਤ ਸੁਣਦੇ ਹਾਂ, ਅਸੀਂ ਸਾਰੀਆਂ ਤੁਹਾਡੀਆਂ ਵੀਡੀਓਜ਼ ਦੇਖਦੇ ਹਾਂ। ਮੈਂ ਕਿਹਾ ਅੱਛਾ ਠੀਕ ਹੋ ਗਏ। ਫਿਰ ਅਸੀਂ ਸੈਰ 'ਤੇ ਗਏ,
ਉੱਥੇ ਸਾਈਕਲ 'ਚ ਫਿਰ ਰਹੇ ਸੀ, ਮੈਨੂੰ ਪਿਆਸ ਲੱਗੀ, ਮੈਂ ਮੁੰਡੇ ਨੂੰ ਕਿਹਾ ਇੱਕ ਮਰਿੰਡਾ ਤੇ ਪਿਲਾ ਦੇ। ਪਾਕਿਸਤਾਨ ਆ ਕੇ ਮਰਿੰਡਾ ਸ਼ਜ਼ਾਨ ਉਹੀ ਲੱਭਦੀ ਹਾਂ ਮੈਂ, ਅੱਛਾ ਬੜਾ ਮਜ਼ਾ ਆਉਂਦਾ। ਮੈਂ ਕਿਹਾ ਮਰਿੰਡਾ ਤੇ ਮੰਗਵਾ, ਮੁੰਡਾ ਆਇਆ ਜਾ ਮੁੰਡਿਆ ਮਰਿੰਡਾ ਲੈ ਕੇ ਆ। ਜਾ ਮੁੰਡਿਆ ਮਰਿੰਡਾ ਲੈ ਗਿਆ। ਮੈਂ ਕਿਹੜਾ ਨੋ ਕਹਿਣੀ ਹੈ। ਅੱਛਾ ਮੇਰੀ ਆਦਤ ਹੈ, ਮੈਂ ਕਿਸੇ ਚੀਜ਼ ਨੂੰ ਨੋ ਨਹੀਂ ਕਹਿੰਦੀ ਕਸਮੇ। ਕੋਈ ਕਹੇਗਾ ਪਾਣੀ ਪੀਣਾ, ਅੱਜ ਪੀ ਲਾਂਗੇ, ਜੂਸ ਪੀਓਗੇ ਜੀ ਪੀਆਂਗੇ, ਚਾਹ ਪੀਓਗੇ ਹਾਂਜੀ ਪੀਓਗੇ, ਮੇਰੇ 'ਚ ਨੋ ਹੈ ਹੀ ਨਹੀਂ। ਓਕੇ। ਕੋਈ ਪੁੱਛੇਗਾ ਕੀ ਸਬਜ਼ੀ ਪਸੰਦ ਹੈ, ਕੀ ਮੈਂ ਗੋਸ਼ਤ ਵੀ ਖਾਣੀ ਹਾਂ, ਮੈਂ ਸਬਜ਼ੀਆਂ ਵੀ ਖਾਣੀ ਹਾਂ, ਦਾਲਾਂ ਵੀ ਖਾਣੀ, ਮੈਂ ਰੋਟੀ ਵੀ ਖਾਣੀ, ਮੈਂ ਨਾਨ ਵੀ ਖਾਣੀ, ਮੈਂ ਚਾਵਲ ਵੀ ਖਾਣੀ। ਮੇਰੇ 'ਚ ਨੋ ਵਾਲੀ ਚੀਜ਼ ਹੈ ਨਹੀਂ। ਓਕੇ ਨਜਮ ਆਮ ਵੈਰੀ ਈਜ਼ੀ ਗੋਇੰਗ, ਠੀਕ ਹੈ। ਉਹ ਆ ਗਿਆ ਮੁੰਡਾ ਮਰੀਡਾ ਲੈ ਕੇ, ਮੈਨੂੰ ਕਹਿੰਦਾ ਵੇ ਥਾਣੇਦਾਰ? ਮੈਂ ਕਿਹਾ ਹਾਂਜੀ। ਕਹਿੰਦਾ ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ। ਮੈਂ ਕਿਹਾ ਹਾਂ ਬਿਲਕੁਲ ਉਹੀ ਆ। ਬੜਾ ਖੁਸ਼, ਤੇ ਮੈਂ ਵੀ ਬੜਾ ਖੁਸ਼ ਹੋ ਕੇ ਆਪਣੇ ਭਣੇਵੇਂ ਨੂੰ ਦੱਸਣ ਦੀ। ਮੈਂ ਕਿਹਾ ਵੇਖਿਆ ਹੀ ਮੁੰਡੇ ਨੂੰ, ਮੈਨੂੰ ਪਛਾਣਿਆ। ਅੱਛਾ ਫਿਰ ਜ਼ਰਾ ਅੱਗੇ ਗਏ, ਬਾਦਸ਼ਾਹੀ ਮਸਜਿਦ ਦੇ ਕੋਲੋਂ ਲੰਘਣ ਦੇ, ਕੁੜੀਆਂ ਸੈਲਫੀਆਂ ਖਿੱਚਣ ਦੀਆਂ। ਮੈਨੂੰ ਵੇਖ ਕੇ ਉਹ ਆਂਟੀ ਸ਼ਮਸ਼ਾਦ, ਆਂਟੀ ਸ਼ਮਸ਼ਾਦ ਸਿੰਗਰ ਪਲੀਜ਼ ਇੱਕ ਸੈਲਫੀ। ਮੈਂ ਕਿਹਾ ਕੋਈ ਮੇਰੇ ਵੱਲ ਇੱਕ ਹੱਥ ਕਰਦਾ, ਮੈਂ ਜੱਫੀ ਪਾ ਲੈਣੀ। ਮੈਨੂੰ ਬੜਾ ਅੱਛਾ ਲੱਗਦਾ ਜਿੱਥੇ ਲੋਕ ਮੈਨੂੰ ਪਛਾਣਨ। ਮੈਂ ਕਹਿੰਦਾ ਤੁਹਾਨੂੰ ਇੱਜ਼ਤ ਰਾਸ ਨਹੀਂ। ਤੇ ਮੈਂ ਉਸ ਤੋਂ ਵੀ ਵੱਧ ਕੇ ਲੋਕੀ ਹੱਥ ਮਿਲਾਉਣਾ ਚਾਹੁੰਦੇ ਹੋਣ, ਮੈਂ ਤਾਂ ਜੱਫੀ ਪਾ ਲੈਂਦੀ ਹਾਂ ਪਿਆਰ ਨਾਲ। ਮੈਨੂੰ ਬੜਾ ਅੱਛਾ ਲੱਗਦਾ ਆਪਣੇ ਫੈਨਸ ਦੇ ਨਾਲ ਮਿਲਣਾ। ਤੇ ਕੁੜੀਆਂ ਨੇ ਸੈਲਫੀ ਖਿੱਚੀ, ਤੇ ਮੇਰੀ ਬੇਟੀ ਵੀ ਨਾਲ ਸੀ। ਮੇਰੀ ਬੇਟੀ ਉਹਨਾਂ ਨੂੰ ਕਹਿ ਰਹੀ ਦੈਟਸ ਮਾਈ ਮਮ, ਆਮ ਹਰ ਡਾਟਰ। ਤੇ ਫੀਲ ਪ੍ਰਾਊਡ, ਬੱਚੇ ਵੀ ਖੁਸ਼ ਹੋ ਰਹੇ ਸੀ। ਇਹ ਗਾਣਾ ਹੋ ਜਾਵੇ। ਅੱਛਾ ਹਾਂ, ਬੜਾ ਮਜ਼ੇ ਦਾ ਗਾਣਾ। ਅੱਧਾ ਕੁ ਮੈਂ ਆਪ ਰਲਾਇਆ, ਅੱਧਾ ਕੁ ਪੁਰਾਣਾ ਹੈ। ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ, ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ, ਵੇ ਹੈਗੀ ਬਚ ਦੋ ਮੰਜਿਆਂ ਦੀ ਥਾਂ, ਵੇ ਮੈਂ ਗਿਆ ਦੋ ਮੰਜਿਆਂ ਦੀ ਥਾਂ, ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ। ਤੂੰ ਵੀ ਸੌਵੇਂ ਮੈਂ ਵੀ ਸੌਵਾਂ, ਤੂੰ ਵੀ ਸੋਵੇਂ ਮੈਂ ਵੀ ਸੋਵਾਂ, ਪੁੰਜੇ ਸੋਵੇਗੀ ਤੇਰੀ ਮਾਂ। ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ, ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ। ਵੇ ਥਾਣੇਦਾਰ ਸਿਨੇਮਾ ਲੈ ਕੇ ਜਾ, ਵੇ ਥਾਣੇਦਾਰ ਸਿਨੇਮਾ ਲੈ ਕੇ ਜਾ, ਵੇ ਮੈਂ ਕਿਹਾ ਸਿਨੇਮਾ ਲੈ ਕੇ ਜਾ, ਵੇ ਵੇਖੀ 2 ਟਿਕਟਾਂ ਲੈ ਕੇ ਆ। ਤੂੰ ਵੀ ਵੇਖੇ ਮੈਂ ਵੀ ਵੇਖਾਂ, ਤੂੰ ਵੀ ਵੇਖੇ ਮੈਂ ਵੀ ਵੇਖਾਂ, ਦਾਣੇ ਭੁੰਨੇਗੀ ਤੇਰੀ ਮਾਂ। ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ, ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ। ਵੇ ਥਾਣੇਦਾਰ ਹੌਲੀਡੇ ਬੁੱਕ ਕਰਾ, ਵੇ ਥਾਣੇਦਾਰ ਹੌਲੀਡੇ ਬੁੱਕ ਕਰਾ। ਤੂੰ ਵੀ ਜਾਵੇਂ ਮੈਂ ਵੀ ਜਾਵਾਂ, ਤੂੰ ਵੀ ਜਾਵੇਂ ਮੈਂ ਵੀ ਜਾਵਾਂ, ਘਰ ਸਾਂਭੂਗੀ ਤੇਰੀ ਮਾਂ। ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ, ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ। ਵੇ ਥਾਣੇਦਾਰਾ ਮੈਨੂੰ ਜ਼ਰਾ ਹਸਾ, ਵੇ ਵੇਖੀ ਮੈਨੂੰ ਪਰੋਡੀਆਂ ਜ਼ਰਾ ਸੁਣਾ। ਵੇ ਥਾਣੇਦਾਰਾ ਮੈਨੂੰ ਜ਼ਰਾ ਹਸਾ, ਵੇ ਵੇਖੀ ਜ਼ਰਾ ਸ਼ਾਦੋ ਨੂੰ ਜ਼ਰਾ ਬੁਲਾ, ਤੇ ਉਹਨੂੰ ਕਿਹਾ ਪਰੋਡੀਆਂ ਜ਼ਰਾ ਸੁਣਾ। ਮੈਂ ਵੀ ਹੱਸਾਂ ਤੂੰ ਵੀ ਹੱਸੇ, ਮੈਂ ਵੀ ਹੱਸਾਂ ਤੂੰ ਵੀ ਹੱਸੇ, ਸੜੇ ਪੁੱਜੇਗੀ ਤੇਰੀ ਮਾਂ। ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ, ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ। ਵੇ ਥਾਣੇਦਾਰ ਠੰਡੀਆਂ ਬੋੜਾਂ ਦੀਆਂ ਛਾਵਾਂ, ਵੇ ਥਾਣੇਦਾਰ ਠੰਡੀਆਂ ਬੋੜਾਂ ਦੀਆਂ ਛਾਵਾਂ। ਤੂੰ ਵੀ ਬੈਠੇ ਮੈਂ ਵੀ ਬੈਠਾ, ਤੂੰ ਵੀ ਬੈਠੇ ਮੈਂ ਵੀ ਬੈਠਾ, ਪੁੰਜੇ ਬੈਠੇਗੀ ਤੇਰੀ ਮਾਂ। ਵੇ ਥਾਣੇਦਾਰ ਵੇ ਥਾਣੇਦਾਰਾ ਟਿਕਟੋਕ ਲਾਈਵ ਕਰਾ, ਵੇ ਥਾਣੇਦਾਰਾ ਮੈਚ ਤੂੰ ਮੇਰੇ ਨਾਲ ਲਾ, ਵੇ ਥਾਣੇਦਾਰਾ ਟਿਕਟੋਕ ਲਾਈਵ ਕਰਾ, ਵੇ ਮੈਂ ਕਿਹਾ ਮੈਚ ਤੂੰ ਮੇਰੇ ਨਾਲ ਲਾ। ਤੂੰ ਵੀ ਖੇਡੇ ਮੈਂ ਵੀ ਖੇਡਾਂ, ਤੂੰ ਵੀ ਖੇਡੇ ਮੈਂ ਵੀ ਖੇਡਾਂ, ਗਿਫਟਿੰਗ ਕਰੇਗੀ ਤੇਰੀ ਮਾਂ। ਵੇ ਥਾਣੇਦਾਰ ਦੋ ਮੰਜਿਆਂ ਦੀ ਥਾਂ। ਬਸ ਜਨਾਬ ਇਸ ਤਰ੍ਹਾਂ ਬਈ ਬਹੁਤ ਅੱਛੇ, ਬਹੁਤ ਅੱਛੇ, ਵਾਹ 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 ਵਾਹ। ਮਿਲੀਅਨਸ ਜਾਂਦੇ ਜਿੱਥੋਂ ਮੈਂ ਗਾਵਾਂ। ਕੀ ਬਾਤ ਹੈ, ਲੋਕ ਪਸੰਦ ਕਰਦੇ ਜੀਓ ਆਪਾ ਜੀਓ। ਥੈਂਕ ਯੂ ਪੁੱਤਰ। ਲੋਕ ਪਸੰਦ ਕਰਦੇ ਹੱਸਣਾ ਬੋਲਣਾ। ਬਹੁਤ ਡਿਪਰੈਸ਼ਨ ਹੈ ਹਰ ਇੱਕ ਦੀ ਲਾਈਫ 'ਚ, ਦੁੱਖ, ਸਪੈਸ਼ਲੀ ਟਿਕਟੋਕ ਤੇ ਯਕੀਨ ਕਰੋ ਹਰ ਬੰਦਾ ਦੁਖੀ ਹੈ। ਦੁਖੀ ਲੋਕ ਆਏ ਪਏ ਨੇ, ਖੁਸ਼ ਹੋ ਕੇ ਜਾਂਦੇ ਨੇ, ਮੇਰੇ ਕੋਲ ਆਉਂਦੇ ਨੇ। ਕਿੰਨੇ ਕੁ ਗਿਫਟ ਕਰਦੇ ਨੇ ਟਿਕਟੋਕ ਵਾਲੇ? ਬਥੇਰੇ, 400-500 ਫੰਡ ਮੈਂ ਮਹੀਨੇ ਦਾ ਬਣਾਉਂਦੀ ਸੀ ਜੀ, ਗਿਫਟਿੰਗ ਵੀ ਤੇ ਕੰਟੈਂਟ ਵੀ ਰਲਾ ਕੇ। ਹੁਣ ਥੋੜਾ ਜਿਹਾ ਪਾਕਿਸਤਾਨ ਦੇ ਵਿਊਜ਼ ਨੂੰ ਮੋਨੀਟਾਈਜ਼ ਨਹੀਂ ਕਰ ਰਹੇ, ਥੋੜੇ ਘਟ ਗਏ। ਅਦਰਵਾਈਜ਼ ਮੈਂ ਸ਼ੌਕ ਨਾਲ ਹੀ ਕਾਫੀ ਪੈਸੇ ਬਣਾਏ ਟਿਕਟੋਕ ਤੋਂ। ਅੱਛਾ ਜੀ। ਤੇ ਜਦੋਂ ਤੁਹਾਡੇ ਨਾਲ ਕੋਈ ਗੈਸਟ ਵਗੈਰਾ ਬਹਿੰਦਾ ਹੈ ਤੇ ਮਤਲਬ ਸਵਾਰੀ ਵਗੈਰਾ ਬਹਿੰਦੀ ਹੈ, ਤੇ ਉਹ ਲਾਈਵ ਤੋਂ ਇਤਰਾਜ਼ ਨਹੀਂ ਕਰਦੇ ਕਿ ਲਾਈਵ ਤੇ? ਨਹੀਂ ਮੈਂ ਨਹੀਂ ਲਾਈਵ ਕਰਦੀ, ਗੋਰਿਆਂ ਸਾਹਮਣੇ ਤੇ ਅਸੀਂ ਮੋਬਾਈਲ ਨੂੰ ਹੱਥ ਵੀ ਨਹੀਂ ਲਾਉਂਦੇ। ਅੱਛਾ। ਨਹੀਂ ਗੋਰਿਆਂ ਸਾਹਮਣੇ ਨਹੀਂ।
ਇੱਥੇ ਆਪਣੇ ਜਦੋਂ ਮੈਂ ਬ੍ਰੇਕ ਟਾਈਮ ਤੇ ਆ ਬ੍ਰੇਕਫਾਸਟ ਦੀ ਬ੍ਰੇਕ ਕੀਤੀ ਹੈ, ਓਕੇ, ਘੰਟਾ ਆਫ ਕੀਤਾ ਸਾਰਾ ਸਿਸਟਮ, ਫਿਰ ਲਾਈਵ ਹੋਣਾ। ਇੱਕ ਮੈਂ ਸੁਣਿਆ ਬੜੀ ਕੁਝ ਸਹੀ। ਉਹਨਾਂ ਦੀਆਂ ਇਹਤਿਆਤਾਂ ਵੀ ਆ, ਤੁਸੀਂ ਮਤਲਬ ਅਗਰ ਡਰਾਈਵ ਕਰਦੇ ਹੋਏ ਲਾਈਵ ਆਏ ਤੇ ਉਹ ਤੁਹਾਨੂੰ ਬੈਨ ਕਰ ਦਿੰਦੇ ਆ, ਬੈਨ ਵੀ, ਹਾਂਜੀ ਹਾਂਜੀ ਹਾਂਜੀ, ਡਰਾਈਵਿੰਗ ਵੈਸੇ ਹੀ ਬੈਨ ਹੈ। ਚਮਚ ਵਿਖਾ ਦਿੱਤਾ ਜਾਂ ਇਸ ਤਰ੍ਹਾਂ ਦੀ ਕੋਈ ਸ਼ੈ ਵਿਖਾ ਮੈਟਲ ਦਿੱਤੀ, ਚੀਜ਼, ਹਾਂਜੀ ਜੀ ਬਿਲਕੁਲ ਇਸ ਤਰ੍ਹਾਂ ਹੀ ਹੈ, ਕੋਈ ਛੁਰੀ ਵਿਖਾਤੀ ਉਹਨਾਂ ਇਸ ਤਰ੍ਹਾਂ ਨੇ, ਹੀ ਬਿਲਕੁਲ ਬੈਨ ਹੈ, ਇਸ ਤਰ੍ਹਾਂ ਬਹੁਤ ਹੀ। ਸਟ੍ਰਿਕਟ ਉਹਨਾਂ ਦੇ ਰੂਲ ਨੇ ਇਸ Yeah. ਮਾਮਲੇ 'ਚ। ਜੀ ਜੀ ਸਟ੍ਰਿਕਟ ਹੈ। ਹਾਂ, ਇਸ ਤੋਂ ਅਸੀਂ ਨਹੀਂ ਫੋਨ ਨੂੰ ਨਹੀਂ ਹੱਥ ਲਾਉਂਦੇ। ਹਾਂ, ਲੇਕਿਨ ਅਸੀਂ ਵੇਖ ਲਓ ਤੁਹਾਨੂੰ ਪੂਰੀ ਆਜ਼ਾਦੀ ਦਿੱਤੀ ਇੱਕ ਗੱਲ ਹੈ ਨਾ, ਜਾਣ ਦੀ। ਕਿਉਂਕਿ ਮੈਨੂੰ ਗੋਰੇ ਵੀ ਪਛਾਣਦੇ ਨੇ ਨਾ, ਅੱਛਾ, ਗੋਰੇ ਵੀ ਜਦੋਂ ਤੁਸੀਂ ਵਾਇਰਲ ਹੁੰਦੇ ਹੋ ਉਹ ਹਰ ਕਿਸਮ ਦੇ ਲੋਕਾਂ ਅੱਗੇ ਤੁਸੀਂ ਜਾਂਦੇ ਹੋ। ਸੋ ਗੋਰੇ ਵੀ ਜਦੋਂ ਯੰਗਸਟਰਸ ਤੇ ਜਾਂ ਲੋਕ ਕਹਿਣਗੇ ਨਾ, ਉਹ ਦੈਟਸ ਯੂ ਸ਼ਿਵਸ਼ਾਜੀ ਸਿੰਗਰ ਦਾ ਪੰਜਾਬੀ ਸਿੰਗਰ, ਯਾ ਆਈ ਗੋਰੇ ਜਦੋਂ ਕਹਿੰਦੇ ਨੇ ਉਦੋਂ ਮੈਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਆਪਣੀ ਜ਼ਬਾਨ ਵਾਲੇ ਤਾਂ ਮੈਨੂੰ ਜਾਣਦੇ ਹੀ ਨੇ। ਜਦੋਂ ਗੋਰੇ ਕਹਿੰਦੇ ਕਿਸੇ ਗੋਰੇ ਨੇ ਕਦੀ ਫਰਮਾਇਸ਼ ਕੀਤੀ ਗਾਣਾ ਯੈਸ, ਸੁਣਾ? ਹਾਂ, ਹਾਂ ਸ਼ੁਗਰ ਮੇਲਾ ਲਾ ਦਈਦਾ ਮੈਂ। ਅੱਛਾ, ਮੈਨੂੰ ਤਾਂ ਬਾਣਾ ਚਾਹੀਦਾ, ਉਹ ਨਹੀਂ ਉਹਨੂੰ ਮਿਲਾ ਦੇ। ਭਾਵੇਂ ਸਮਝ ਨਹੀਂ ਆਉਂਦੀ ਤੁਸੀਂ ਫਿਰ ਵੀ ਭਾਵੇਂ ਨਹੀਂ ਸੁਣਾ ਸਮਝ ਦਿੰਦੇ। ਆਉਂਦੀ, ਮੇਰਾ 뮤직 ਆਲ ਦਾ ਟਾਈਮ ਕਨੈਕਟਡ ਹੁੰਦਾ ਹੈ ਆਪਣੀ ਗੱਡੀ ਦੇ ਸਪੀਕਰਾਂ ਦੇ ਨਾਲ, ਬਲੂਟੂਥ ਨਾਲ। ਮੈਨੂੰ ਤਾਂ ਮੌਕਾ ਚਾਹੀਦਾ, ਮੈਂ ਤਾਂ ਉੱਥੇ ਸ਼ੁਰੂ ਉੱਥੇ ਜਿਹੜਾ ਬਸ ਥੋੜਾ ਜਿਹਾ ਕੀ ਕਹਿੰਦੇ ਆ, ਨਜ਼ਰ ਆਇਆ ਕਿ ਇਧਰੋਂ ਥੋੜਾ ਜਿਹਾ ਇਸ਼ਾਰਾ ਮਿਲਿਆ। ਜੀ ਜੀ, ਗੋਰਿਆਂ 'ਚ ਵੀ ਬੜੇ ਬੜੇ ਸਿੰਗਰ ਹੁੰਦੇ ਨੇ ਨਾ। ਹਾਂ, ਉਹ ਤਾਂ ਹੈ। ਉਹ ਆਪ ਗਾਣਾ ਗਾਣ ਲੱਗ ਜਾਂਦੇ, ਮੈਨੂੰ ਪਤਾ ਲੱਗ ਜਾਂਦਾ ਸਿੰਗਰ ਹੈ, ਮੈਂ ਕਹਾਂਗੀ ਓਕੇ ਰਾਈਟ ਦੈਟਸ ਮਾਈ ਟਰਨ ਨਾਓ, ਮੈਂ ਚਲੋ ਜੀ ਮੈਂ ਵੀ ਸ਼ੁਰੂ ਹੋ ਜਾਵਾਂਗੀ, ਮੈਂ ਵੀ ਸੁਣਾ ਦਿੰਦੀ। ਅੱਛਾ, ਇੰਤਾਕਸ਼ਰੀ ਖੇਲਣਾ ਸ਼ੁਰੂ ਕਰ ਦਿੰਦੇ ਉਹਨਾਂ। ਹਾਂ, ਸ਼ੁਗਰ ਲਾ ਤੂੰ ਇੰਗਲਿਸ਼ 'ਚ ਗਾ ਤੇ ਮੈਂ ਤੇ ਪੰਜਾਬੀ, ਮੈਂ ਪੰਜਾਬੀ 'ਚ ਗਾਣੀ। ਬਿਲਕੁਲ ਇਸ ਤਰ੍ਹਾਂ ਹੀ। ਤੇ ਉਹ ਦੋਵਾਂ ਦਾ ਮੁਕਾਬਲਾ ਚੱਲ ਰਿਹਾ ਹੁੰਦਾ। ਅੱਛਾ, ਪੰਜਾਬੀ ਜ਼ੁਬਾਨ ਜਿਹੜੀ ਹੈ ਇਹ ਤੁਹਾਨੂੰ ਪਤਾ ਇੰਡੀਆ 'ਚ ਵੀ ਬਹੁਤ ਬੋਲੀ ਜਾਂਦੀ, ਸੋ ਜਿਹੜੇ ਸਿੱਖ ਲੋਕ ਨੇ ਨਾ ਕਮਿਊਨਿਟੀ, ਉਹ ਵੀ ਬੜੀ ਸਾਰੀ ਫੈਨ ਹੈ, ਸਾਰਾ ਕੈਨੇਡਾ, ਸਾਰਾ ਇੰਡੀਆ ਫੈਨ ਹੈ। ਪਾਕਿਸਤਾਨ ਤੇ ਹੈ ਹੀ ਆਪਣਾ, ਬਿਲਕੁਲ। ਯੂਕੇ ਸਾਰਾ, ਬਰਮਿੰਗਮ। ਤੇ ਤੁਹਾਡੀ ਜ਼ਿਆਦਾ ਵੀਅਰਸ਼ਿਪ ਵੀ ਉਹ ਮੇਰੇ ਹਾਲ ਚੜ੍ਹਦੇ ਪੰਜਾਬ ਦੀ ਆਂਦੀ ਹੋਣੀ ਹੈ ਨਾ? ਇੰਡੀਆ ਦੀ ਬਹੁਤ, ਹਾਂਜੀ ਇੰਡੀਆ ਦੀ ਜ਼ਿਆਦਾ ਤੁਹਾਡੀ ਵੀਅਰਸ਼ਿਪ ਆਂਦੀ ਹੈ? ਹਾਂਜੀ ਆਂਦੀ, ਬਿਲਕੁਲ। ਪਾਕਿਸਤਾਨ ਤਾਂ ਸਾਰਾ ਹੀ ਆਪਣਾ। ਪਾਕਿਸਤਾਨ ਜਦੋਂ ਮੈਂ ਟੈਗਸ ਲਗਾਉਂਦੀ ਹਾਂ, ਮੈਂ ਲਿਖਦੀ ਹਾਂ ਨਾ ਪੰਜਾਬ, ਪੰਜਾਬੀ, ਪਾਕਿਸਤਾਨ, ਇੰਡੀਆ, ਉਹ ਟਿਕਟੋਕ ਬੜਾ ਸਿਆਣਾ, ਇੱਕ ਵਾਰੀ ਵੇਖ ਲੈਂਦਾ ਕਿ ਇਹ ਵੀਡੀਓ ਮਿਲੀਅਨ 'ਚ ਗਈ ਹੈ, ਕਿਹੜੇ ਟਾਈਪ ਦੇ, ਕਿੱਥੋਂ ਕਿਹੜੇ ਲੋਕਾਂ ਨੇ ਦੇਖੀ ਜ਼ਿਆਦਾ, ਤਾਂ ਉਹ ਫਿਰ ਦੁਬਾਰਾ ਉਹ ਵੀ ਉਹਨਾਂ ਸਾਹਮਣੇ ਸੁੱਟਦੇ। ਇਸ ਤੋਂ ਇਸ ਤਰ੍ਹਾਂ ਚੈਨਲ ਵਾਇਰਲ ਹੁੰਦੇ, ਜਦੋਂ ਤੁਹਾਡੀ ਆਡੀਅנס ਡਿਫਾਈਨ ਹੋ ਜਾਂਦੀ ਹੈ ਨਾ, ਪਤਾ ਲੱਗ ਜਾਂਦਾ ਹੈ ਕਿ ਪੰਜਾਬੀ ਸਪੀਕਿੰਗ ਦੇ ਅੱਗੇ ਸੁੱਟੋਗੇ ਫਿਰ ਕਾਮਯਾਬ ਰਹਿਣੀ। ਸਾਡੀ ਵੀ ਇਹ ਜਿਹੜੀ ਪੋਡਕਾਸਟ ਹੈ ਜ਼ਿਆਦਾ ਜਿਹੜਾ ਕਹਿੰਦੇ ਉਧਰ ਵੇਖੀ ਜਾਂਦੀ ਹੈ। ਅੱਛਾ, ਹਾਂਜੀ, ਠੀਕ। ਬੜੇ ਮਜ਼ੇ ਨਾਲ ਲੋਕ ਗਾਣੇ ਸੁਣ ਰਹੇ, ਕਮੈਂਟ ਆਉਂਦੇ ਨੇ ਸਾਡੇ ਸਿੱਖ ਭਰਾਵਾਂ ਦੇ, ਤੇ ਉਹ ਬੜਾ ਅੱਛਾ ਲੱਗਦਾ ਹੈ ਔਰ ਬੜਾ ਇੰਜੋਏ ਕਰਦੇ ਨੇ। ਹਾਂ, ਬੈਸਟ ਫਿਰ ਇਹੀ, ਜਦੋਂ ਤੁਸੀਂ ਟੈਗਸ ਲਗਾਉਂਦੇ ਹੋ ਤਾਂ ਉਹ ਤੁਸੀਂ ਜ਼ਰੂਰ ਲਿਖੋ। ਬਿਲਕੁਲ ਇਸੇ ਤਰ੍ਹਾਂ ਇੰਡੀਆ ਲਿਖੋ। ਤੁਸੀਂ ਇਹ ਕਿਤਾਬਾਂ ਚੁੱਕੀ ਫਿਰਦੇ ਹੋ, ਕਿਹੜੀਆਂ ਕਿਹੜੀਆਂ ਕਿਤਾਬਾਂ? ਕਿਤਾਬ ਜੀ, ਇੱਕ ਮੈਂ ਆਪਣੀ ਅੰਮੀ ਦੀ ਲਾਈਫ ਸਟੋਰੀ ਲਿਖੀ ਹੋਈ ਹੈ, ਹਿਜਰਤ ਕੀ ਕਹਾਣੀ, ਬੀਬੀ ਜੀ ਕੀ ਜ਼ੁਬਾਨੀ। ਅੱਛਾ, ਇਹਦਾ ਟ੍ਰਾਂਸਲੇਸ਼ਨ ਵੀ ਇੰਗਲਿਸ਼ ਕੀਤਾ ਮੇਰੇ ਬੇਟੇ ਨੇ। ਓਕੇ, ਠੀਕ ਹੈ। ਇਹ ਮੈਂ ਆਪਣੀ ਮਾਂ ਦੀ ਕਹਾਣੀ ਸਾਰੀ ਲਿਖੀ, ਕਿਸ ਤਰ੍ਹਾਂ ਉਹਨਾਂ ਨੇ ਜਦੋਂ ਪਾਰਟੀਸ਼ਨ ਹੋਈ ਕਿਵੇਂ ਖੂਹਾਂ 'ਚ ਛਲਾਂਗਾਂ ਲਗਾਈਆਂ, ਆਪਣੇ ਬੱਚਿਆਂ ਨੂੰ ਖੁਦ ਆਪਣੇ ਹੱਥਾਂ ਦੇ ਨਾਲ ਸੁੱਟਿਆ। ਓਕੇ, ਇਹ ਮਾਂ ਦੀ ਕਹਾਣੀ। ਮਾਂ ਜੀ ਫਿਰ ਆਏ ਹੋਏ ਸੀ ਯੂਕੇ 6 ਮਹੀਨੇ, ਉਹਨਾਂ ਦੇ ਸਾਹਮਣੇ ਫਿਰ ਕਿਤਾਬ ਦੀ ਓਪਨਿੰਗ ਹੋਈ, ਬਹੁਤ ਵੱਡਾ ਗ੍ਰੈਂਡ ਫੰਕਸ਼ਨ ਕੀਤਾ, ਮੇਰੀ ਮਾਂ ਨੂੰ ਬੜਾ ਸਾਰੀ ਦੁਨੀਆ ਨੇ ਅਪਰੀਸ਼ੀਏਟ ਕੀਤਾ। ਇਹ ਮੇਰੀ ਪੈਰੋਡੀਆਂ ਦੀ ਕਿਤਾਬ, ਸ਼ਮਸ਼ਾਦ ਜੀ ਕੀ ਪੈਰੋਡੀਆਂ। ਇਹ ਜਨਾਬ ਮੇਰੇ, ਤੇ ਇਹਦੇ ਪਿੱਛੇ 3 ਉਹ ਕਿਤਾਬਾਂ ਵੀ ਲਿਖੀਆਂ ਜਿਹੜੀਆਂ ਕਦੀ ਆਈਆਂ ਹੀ ਨਹੀਂ, ਨਾ ਆਉਣੀਆਂ ਨੇ, ਬਸ ਹੁਣ ਦਿਲ ਨਹੀਂ, ਬਸ ਟਿਕਟੋਕ ਜ਼ਿੰਦਾਬਾਦ। ਇਹ ਜਨਾਬ ਲਿਖੀ ਮਤਾਈ ਯੂਸਫ, ਇਹ ਮੇਰੇ ਅੰਕਲ ਆਂਟੀ, ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਜ਼ਿੰਦਗੀ ਦੀ ਕਹਾਣੀ। ਸੋ ਇੱਕ ਮੈਂ ਜਨਾਬ, ਇੱਕ ਮੈਂ ਲਿਖੀ ਹਾਲੇ ਦਿਲ। ਇਹਦੇ 'ਚ ਪੂਰਾ ਪ੍ਰੋਸੀਜਰ ਹਜ ਉਮਰੇ ਦਾ ਨਾ, ਡੇ 1 ਤੋਂ ਲੈ ਕੇ ਐਂਡ ਤੱਕ, ਬਹੁਤ ਪਿਆਰਾ। ਅੱਛਾ, ਜਿਹੜਾ ਹਿਜਰਤ ਦਾ ਮੌਜੂ ਹੈ ਤੁਹਾਡਾ, ਵੰਡ ਦਾ ਮੌਜੂ ਹੈ, ਬੜੇ ਲੋਕਾਂ ਨੇ ਉਹਦੇ ਤੇ ਲਿਖਿਆ, ਬੜੀਆਂ ਗੱਲਾਂ ਬਾਤਾਂ ਹੋਈਆਂ, ਬੜੀਆਂ ਕਹਾਣੀਆਂ ਉਹਦੇ ਤੇ ਸ਼ੇਅਰ ਹੋਈਆਂ, ਤੇ ਬੀਬੀ ਜੀ ਕੀ ਜਿਹੜਾ ਕਿ ਕਹਿੰਦੇ ਨੇ ਕਹਾਣੀਆਂ ਦੱਸਦੇ ਨੇ ਇਸ ਦੇ ਮੁਤਲਕ? ਬੀਬੀ ਜੀ ਇੱਕ ਲਫ਼ਜ਼ ਮੈਂ ਆਪਣੀ ਮਾਂ ਦੇ ਨਾਲ ਡਿਸਕਸ ਕਰਕੇ ਲਿਖਿਆ ਸੀ। ਅੱਛਾ, ਹਾਂ, ਤੇ ਉਹ ਇਹੀ ਕਹਾਣੀ ਦੱਸਦੇ ਨੇ ਜਿਹੜੀਆਂ ਬਾਕੀ ਸਾਰੀ ਦੁਨੀਆ ਦੱਸਦੀ ਹੈ, ਬਹੁਤ ਜ਼ੁਲਮ ਦੀ ਦਾਸਤਾਨ, ਕਿ ਕਿਸ ਤਰ੍ਹਾਂ ਉਹਨਾਂ ਨੇ ਖੂਦ ਛਾਲਾਂ ਮਾਰੀਆਂ, ਸਿੱਖਾਂ ਨੇ ਫੇਰ ਕੱਢ ਲਿਆ ਉਹਨਾਂ ਨੂੰ, ਲੈ ਕੇ ਗੁਲਾਮ ਬਣਾ ਕੇ, ਪਤਾ ਨਹੀਂ ਕਿੰਨੇ ਮਹੀਨੇ ਉੱਥੇ ਹੀ ਰਹੇ। ਫਿਰ ਜਦੋਂ ਜ਼ਰਾ ਹਾਲਾਤ ਠੀਕ ਹੋਏ, ਫਿਰ ਵਾਲਦ ਸਾਹਿਬ ਲੱਭਦੇ ਲਭਾਉਂਦੇ ਉਹਨਾਂ ਨੂੰ, ਫਿਰ ਵਾਪਸ ਲੈ ਗਏ। ਬਹੁਤ ਦੁੱਖ ਦੀਆਂ ਕਹਾਣੀਆਂ, ਕੋਈ ਉੱਥੇ ਹੀ ਰਹਿ ਗਏ, ਕੋਈ ਆ ਗਏ ਨਾਲ, ਕਿਸੇ ਦੇ ਈਵਨ ਬੱਚੇ ਵੀ ਪੈਦਾ ਹੋ ਗਏ। ਮੈਂ ਜੀ ਇਹ ਮੈਂ ਇਹਦੇ 'ਚ ਫਿਰ ਮੈਂ ਨਜ਼ਮ ਲਿਖੀ, ਬੀਬੀ ਜੀ ਕਾ ਪੈਗਾਮ, ਬੜੀ ਪਿਆਰੀ। ਇਹਦੇ ਵਿੱਚ ਵੀ ਉਹ ਸਾਰੀ ਸਟੋਰੀ ਆ ਜਾਂਦੀ ਹੈ। ਮੈਂ 14 ਅਗਸਤ ਤੇ ਲਿਖੀ ਸੀ ਬੀਬੀ ਜੀ ਵੱਲੋਂ ਨਾ, ਬੀਬੀ ਜੀ ਕਾ ਪੈਗਾਮ। ਮੈਂ ਜਿੰਨਾ ਫਨੀ ਲਿਖਦੀ ਹਾਂ ਉਨਾ ਹੀ ਸੈਡ ਵੀ ਲਿਖਦੀ ਹਾਂ ਨਜਮ, ਟਰੂ ਸਟੋਰੀਆਂ। ਮੈਂ ਵੈਸੇ ਨਾਜ਼ਰੀਨ ਲਈ ਠੀਕ ਹੋਇਆ ਸੀ, ਤਾਂ ਦੋਵੇਂ ਦੇਖੇ ਨੇ, ਦੋਨੇ ਐਂਗਲ ਦੇਖੇ ਨੇ ਨਾ। ਅੱਜ ਵੀ ਜਿਹੜੇ ਮੇਰੇ ਦੋਸਤ ਨੇ ਰੈਗੂਲਰ, ਸਭ ਮੈਨੂੰ ਜਾਣਦੇ ਨੇ ਕਿ ਮੈਂ ਓਨਾ ਹੀ ਸੈਡ ਪਰਸਨ ਹਾਂ, ਮੈਂ ਓਨਾ ਹੀ ਫਨੀ ਪਰਸਨ ਹਾਂ। ਬੀਬੀ ਜੀ ਕਾ ਪੈਗਾਮ 14 ਅਗਸਤ ਤੇ ਮੈਂ ਲਾਜ਼ਮੀ ਸੁਣਾਣੀ ਹੁੰਦੀ ਸਟੇਜ ਤੇ।
ਅੱਖ ਦੱਸਦੀ ਰੋ ਪਈਏ, ਕੀ ਦੱਸਾਂ ਢਿੱਡ ਵਿੱਚ ਖੋ ਪਈਏ, ਸਿਰ ਚੁੰਨੀ ਪੈਰ ਨਾ ਜੁੱਤੀ ਸੀ, ਜਦ ਘੂਰ ਦੇ ਵਿੱਚ ਲੁਕੀ ਸੀ। ਹਾਏ। ਖੂਹ ਆਪਣੀ ਬੱਚੀ ਸੂਟੀ ਸੀ, ਉਹ ਕਹਿੰਦੀ ਮੁੱਕੀ ਸੀ, ਇਹ ਲੰਮੀਆਂ ਜੁਦਾਈਆਂ ਕਿਉਂ ਆਈਆਂ, ਮੈਂ ਕਦੇ ਨਾ ਤੈਥੋਂ ਰੁੱਸੀ ਸੀ। ਉਹ ਤੁਸੀਂ 14 ਅਗਸਤ ਮਨਾਉਂਦੇ ਹੋ, ਉਹ ਹਰ ਪਾਸੇ ਝੰਡੀਆਂ ਲਾਉਂਦੇ ਹੋ, ਉਹ ਮੇਰੇ ਜ਼ਖਮ ਹਰੇ ਹੋ ਜਾਂਦੇ ਨੇ, ਮੇਰੀ ਜਾਨ ਨੂੰ ਮੁੜ ਕੇ ਖਾਂਦੇ ਨੇ। ਹਾਏ ਹਾਏ ਹਾਏ। ਹੁਣ ਜਾਨ ਦੀ ਸਖਤ ਰਹੀ ਤੇ ਨਾ ਹੱਡਿਆਂ ਦੇ ਵਿੱਚ ਸਖਤ ਰਹੀ, ਉਹ ਮੈਂ ਗੱਲਾਂ ਹੁਣ ਭੁੱਲ ਜਾਨੀਆਂ, ਜਿਹੜਾ ਹੱਸੇ ਬਸ ਡੁੱਲ ਜਾਨੀਆਂ। ਹਾਏ। ਹਰ ਇੱਕ ਨੂੰ ਜ਼ਖਮ ਵਿਖਾਉਂਦੀ ਨੇ, ਉਹ ਗੱਲ ਟੱਲੀ ਗਮ ਦੀ ਪਾਉਂਦੀ ਨਹੀਂ, ਉਹ ਅੱਗੇ ਤਗੜੀ ਸੀ ਸਭ ਸਹਿ ਗਈਆਂ, ਹੁਣ ਗੋਡੇ ਗਿੱਟੇ ਰਹਿ ਗਈਆਂ, ਉਹ ਅੱਗੇ ਤਗੜੀ ਸੀ ਸਭ ਸਹਿ ਗਈਆਂ, ਉਹ ਹੁਣ ਗੋਡੇ ਗਿੱਟੇ ਰਹਿ ਗਈਆਂ, ਉਹ ਜੋ ਕਹਿਣਾ ਸੀ ਉਹ ਕਹਿ ਗਈਆਂ, ਹੁਣ ਕਰਨ ਦੋਵਾਂ ਬਹਿ ਗਈਆਂ। ਇਸ ਮੁਲਕ ਦੇ ਪਿੱਛੇ ਰੁਲ ਗਈ ਸੀ, ਉਹ ਇਸ ਮੁਲਕ ਨੂੰ ਵੇਖੀ ਰੋਲੀ ਨਾ, ਉਹ ਕੁਰਬਾਨੀਆਂ ਦੀ ਕੁਝ ਲਾਜ ਰੱਖੀ, ਹੁਣ ਮੁੜ ਕੇ ਨੂੰ ਤੋੜੀ ਨਾ, ਉਹ ਇਸ ਮੁਲਕ ਦੀ ਕੁਰਸੀ ਵਿਕ ਗਈ ਹੈ, ਉਹ ਬਸ 2 ਬੰਦਿਆਂ ਤੇ ਟਿਕ ਗਈ ਏ, ਉਹ ਸ਼ਮਸ਼ਾਦ ਕਹਾਣੀ ਲਿਖ ਗਈ ਏ, ਮੈਂ ਖੁਸ਼ ਹਾਂ ਕੁਝ ਤੇ ਸਿੱਖ ਗਈ ਏ, ਸ਼ਮਸ਼ਾਦ ਕਹਾਣੀ ਲਿਖ ਗਈ ਏ, ਉਹ ਮੈਂ ਖੁਸ਼ ਹਾਂ ਕੁਝ ਤੇ ਸਿੱਖ ਗਈ ਏ, ਸ਼ਮਸ਼ਾਦ ਕਹਾਣੀ ਲਿਖ ਗਈ ਏ, ਮੈਂ ਖੁਸ਼ ਹਾਂ ਕੁਝ ਤੇ ਸਿੱਖ ਗਈ ਏ। ਵਾਹ। ਮੇਰੀ ਮਾਂ ਕਹਿੰਦੀ ਮੈਂ ਤੇ ਮਰ ਗਈ ਸੀ, ਤੂੰ ਮੈਨੂੰ ਮੁੜ ਕੇ ਜਿੰਦਿਆ ਕਰਤਾ ਮੇਰੀ ਕਹਾਣੀ। ਹਾਏ ਹਾਏ ਹਾਏ। ਮਾਂ ਬੜੀ ਖੁਸ਼ ਗਈ ਮੇਰੇ ਤੋਂ। ਕੀ ਬਾਤ ਹੈ, ਕੀ ਬਾਤ ਹੈ। ਸ਼ੁਕਰੀਆ। ਔਰ ਜਿੱਡੇ ਖਲੂਸ ਤੇ ਇਖਲਾਸ ਦੇ ਨਾਲ ਤੁਸੀਂ ਯਾਦ ਕਰਦੇ ਹੋ ਤੇ ਉਹਨਾਂ ਦੀ ਰੂਹ ਨੂੰ ਵੀ ਜਿਹੜਾ ਸਕੂਨ ਮਿਲਦਾ। ਮੇਰੀ ਮਾਂ ਮੇਰੇ ਤੋਂ ਬੜੀ ਖੁਸ਼ ਗਈ। ਇੱਕ ਵਾਕਿਆ ਤੁਸੀਂ ਉੱਥੇ ਸੁਣਾਇਆ ਸੀਗਾ, ਐਡਿਨਬਰਾ 'ਚ ਅਸੀਂ ਬੈਠੇ ਸੀ, ਉਹ ਹਿਜਰਤ ਦੇ ਮੌਜੂ ਤੇ ਹੀ ਸੀਗਾ, ਆਪਣੀ ਭੈਣ ਦੇ ਬਾਰੇ 'ਚ ਕੁਝ ਸੁਣਾਇਆ ਸੀਗਾ, ਇੱਕ ਗੀਤ ਵੀ ਤੁਸੀਂ ਉਹਨਾਂ ਦੇ ਨਾਂ ਲਿਖਿਆ ਸੀ। ਜੀ, ਬਾਜੀ ਤੇ ਮੈਂ ਗੀਤ ਲਿਖਿਆ। ਮੇਰੀ ਬਾਜੀ ਮੇਰੇ ਨਾਲੋਂ 20 ਸਾਲ ਬੜੇ ਸੀਗੇ। 11 ਸਾਲ ਹੋ ਗਏ ਬਾਜੀ ਦਾ ਇੰਤਕਾਲ ਹੋਇਆ। ਬਾਜੀ ਦੇ ਬੱਚੇ ਵੀ ਮੇਰੇ ਨਾਲੋਂ ਵੱਡੇ ਨੇ, ਕਿਉਂਕਿ 20 ਸਾਲ ਦਾ ਫਰਕ ਸੀ, ਤੇ ਮੈਨੂੰ ਤਾਂ ਮੇਰੀ ਭੈਣ ਬਿਲਕੁਲ ਬੱਚਿਆਂ ਤਰ੍ਹਾਂ ਹੀ ਟਰੀਟ ਕਰਦੇ ਸੀ। ਤਾਂ ਮੈਂ ਗੀਤ ਲਿਖਿਆ ਮਾਂ, ਤੇ ਉਹ ਮੈਂ ਆਪਣੀ ਭੈਣ ਵਾਸਤੇ ਲਿਖਿਆ ਸੀ। ਹੁਣ ਤੇ ਵਾਲਦਾ ਦਾ ਵੀ ਇੰਤਕਾਲ ਹੋ ਚੁੱਕਿਆ ਹੈ 6 ਸਾਲ ਪਹਿਲਾਂ, ਲੇਕਿਨ ਇਹ ਗੀਤ ਮਾਂ ਮੈਂ ਆਪਣੀ ਭੈਣ ਵਾਸਤੇ ਲਿਖਿਆ ਸੀ। ਹੂੰ। ਮਾਂ
मैं तुझको ढूंढूं कहाँ प्यारी माँ, मैं तुझको ढूंढूं कहाँ मेरी माँ, मैं तुझको ढूंढूं कहाँ, लगता नहीं तेरे बिन दिल यहाँ मेरी माँ, मैं तुझको ढूंढूं कहाँ प्यारी माँ, मैं तुझको ढूंढूं कहाँ। चांद से लेकर अख्तर मुझे दुनिया की हर शय मुयस्सर मुझे, चांद से लेकर अख्तर मुझे दुनिया की हर शय मुयस्सर मुझे, तेरी कमी रहे दिल में नेहा मेरी माँ, मैं तुझको ढूंढूं कहाँ प्यारी माँ, मैं तुझको ढूंढूं कहाँ मेरी माँ, मैं तुझको ढूंढूं कहाँ। गले डाल बाहें मनाऊंगी मैं, तेरे पीछे एक रोज आऊंगी मैं, गले डाल बाहें मनाऊंगी मैं, तेरे पीछे एक रोज आऊंगी मैं, चल कर तेरे कदमों के निशान मेरी माँ, मैं तुझको ढूंढूं कहाँ प्यारी माँ, मैं तुझको ढूंढूं कहाँ मेरी माँ, मैं तुझको ढूंढूं कहाँ। किसको है परवाह रूठे कोई, शमशाद जी को न पूछे कोई, किसको है परवाह रूठे कोई, शमशाद जी को न पूछे कोई, मैं छोड़ दूंगी खुद ये जहां मेरी माँ, मैं तुझको ढूंढूं कहाँ प्यारी माँ, मैं तुझको ढूंढूं कहाँ, लगता नहीं तेरे बिन दिल यहाँ मेरी माँ, मैं तुझको ढूंढूं कहाँ प्यारी माँ, मैं तुझको ढूंढूं कहाँ मेरी माँ। भाई वाह 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 वाह, क्या कहने क्या कहने। दिल कर रहा है कि आपके साथ पूरी रात ही गुफ्तगू चलती रहे, आपसे गीत सुनते रहें, गुफ्तगू करते, लेकिन अब जाहिर है वक्त की कैद है, हमें ये प्रोग्राम भी समेटना है, तो मेरा ख्याल है कि हम यहीं पे इसको जो है इतने खूबसूरत गीत के ऊपर इसको इख्तिताम करते हैं। नजम, एक जिक्र किए बगैर मेरा इंटरव्यू मुकम्मल नहीं होगा, जरूर। वो है एक्टिंग, अदाकारी का मुझे बड़ा ही शौक, बड़ा ही शौक। ओके। कोई मुझसे पूछे कि सिंगिंग ज़्यादा पसंद है कि हम्म। एक्टिंग ज़्यादा पसंद है, तो आप ओके। यकीन करें मैं कहूँगी दोनों बराबर बराबर, मुझे इतना शौक है एक्टिंग का। ओके। जो मेरा चैनल है वो सबसे पहले मेरी एक्टिंग की एक वीडियो से वायरल हुआ है। एक ओके। गीत था, उसमें मैंने एक्टिंग की, एक एक दरख्त के पास पीछे चर्च है, बड़ा सैड सा, माँ को जहन में रख के ना कि जब भी तन्हाई में आहट सी कोई पाती हूँ, ये समझ कर मैं हवाओं से लिपट जाती हूँ, जैसे मेरे लिए खोले हुए
बाजू तुम हो जैसे मेरे लिए खोले हुए बाजू तुम हो प्यार एक फूल है उस फूल की खुशबू तुम हो मेरा चेहरा मेरी आँखें मेरे गेसू तुम हाय, हाय, हो मेरा चेहरा मेरी आँखें मेरे गेसू तुम हो। फिर मैं दौड़ के गाड़ी में बैठ गई और खूब रोई। तो उस वक्त वो जो 1 मिनट का क्लिप था उसमें जो मैंने आंसू रोके और वो जो एक्सप्रेशन थे फेस के उसने मेरे चैनल को वायरल कर दिया। तो मैं एक्टिंग से वायरल हुई। बीबी जी की वफात को 2 हफ्ते गुजरे थे। मैं वापस आई कनाडा से। मुझे फिल्म वालों ने कास्ट कर लिया। मैंने अक्षय कुमार की फिल्म बेल बॉटम में काम किया है। अच्छा जी, उसमें मैं एक सिखनी का किरदार अदा किया। बहन की वफात हुई तो हफ्ते बाद मैं स्टेज पे खड़ी गाने गा रही थी। वायरल 50 ईयर ओल्ड शमशाद जी गा रही। ये बताना चाह रही हूँ कि दुख भी जो है ना वो आपके अंदर का आर्टिस्ट निकाल देते हैं नजम। हाय दुख में ना आप या तो बिल्कुल टूट गए, रह गए, गाँव तुझसे भी गए मगर ही, या फिर आप खुद को संभालते हो और आप उठ कैथारसिस जाते। का कैथारसिस, हाँ दैट्स द राइट वर्ड ब्रदर। हाँ कि आपने उस दुख को जो है ना वो किसी तरह निकालना है, वरना फिर आप भी मर जाओगे। तो मेरा दुखों से निपटने का यही तरीका है। खूब खाती हूँ, खूब सोती हूँ, खूब गाती हूँ। हाय तो उस चीज़ ने मुझे वो मुझे इंडिया की फ़िल्मों में पहुँचा दिया। क्या बात है। तो मुझे एक्टिंग भी बड़ी पसंद है। तो मैं जनाब एक शायरा हूँ, मैं कंपोज़र हूँ, मैं गीत खुद लिखती हूँ, उनकी कंपोज़िंग करती हूँ और मैं एक्टिंग करती हूँ और मैं टैक्सी ड्राइवर हूँ, मैं दुकानदार हूँ, मैं शायरा हूँ, मैं सिंगर हूँ, मैं पैरोडी राइटर हूँ, मैंने टीवी के शोज़ किए हैं, मैं उसको क्या कहते हैं कंपोज़र कह लें। और मैं स्टैंड अप कॉमेडी भी करती हूँ। बस सारा कुछ एक चीज़ भूल करती हूँ। गई हैं, जी, आप एक बहुत खूबसूरत रूह क्या बात! तरीफ़ां कर भैन दियां तरीफ़ां लिया डाला। है। जीती रहें। बहुत बहुत मज़ा आता है आपसे गुफ्तगू करके और यकीनन ये मेरी कह लें कि खुशबख्ती है और खुशबख्ती हाँ, कह लो। राइटर भी भूल गई, राइटर हूँ मैं, 4 किताबां लिखियां। हाँ हाँ, बिल्कुल इसे तरह शुरू तीन से ही। जड़ियां मार्केट चाहिए नहीं वो भी बेचा है मैंने। पाइपलाइन्स तो बड़ियां पई हैं। ऑनेस्ट टू गॉड मैंने दिया हुआ डिपॉज़िट 5वीं किताब के लिए, मैंने कहा छड्डो भाई खा जाओ, नो हाँ प्रॉब्लम, मैं नहीं हुण करनियां होर किताबां। कई लख ला के किताबां लिखो, उस तो बाद फ्री च दोस्तां नूं वंडो। मैं क्या नहीं, टिकटॉक ज़िंदाबाद, हर रोज़ मुशायरा लगा लेते हो आप, हाँ नहीं बिल्कुल मज़ा सही आ रहा है। और ਜਿੰਨੀ ਤੁਹਾਡੀ ਆਡੀਅנס ਹੈ ਔਰ ਜਿੰਨੇ ਤੁਹਾਡੇ ਨਾਲ ਮੁਹੱਬਤ ਕਰਨ ਵਾਲੇ ਨੇ ਉਹ ਤੁਹਾਡੇ ਨਾਲ ਜੁੜੇ ਨੇ ਔਰ ਪੂਰੀ ਮੁਹੱਬਤ ਤੁਸੀਂ ਦੇਖੋ ਮੈਂ 2 ਬੰਦੇ ਲੈ ਕੇ ਗਿਆ ਤੇ ਉਹ ਵੀ ਤੁਹਾਡੇ ਫਾਲੋਅਰ ਬਣ ਗਏ ਨੇ हाँ, बहुत ਔਰ शुक्रिया। ਤੁਸੀਂ ਦੇਖੋ ਸਾਡੀ ਮੁਲਾਕਾਤ ਦਾ ਕਿ ਜ਼ਰਾ ਮੈਨੂੰ ਨਹੀਂ ਪਤਾ ਕਿ ਤੁਸੀਂ ਪਾਕਿਸਤਾਨ ਆਏ ਹੋਏ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਆਏ ਹੋਏ ਹੋ ਤੇ ਤੁਹਾਨੂੰ ਕਾਬੂ ਕਰ ਲਓ ਔਰ ਅੱਜ ਮੁਲਾਕਾਤ ਦੀ ਵੀ ਇੰਝ ਹੀ ਹੋਈ सही, ਕਿ ਯਕਦਮ ਉਹਨਾਂ ਦੱਸਿਆ ਜੀ ਆਏ ਮੈਂ ਕਾਲ ਕੀਤੀ ਨੰਬਰ ਲਿਆ ਤਾਹਿਰ ਭਾਈ ਕੋ ਤੁਹਾਨੂੰ ਕਾਲ ਕੀਤੀ ਔਰ ਉਸੇ ਟਾਈਮ शुक्रिया। ਜਿਹੜਾ ਕਹਿੰਦਾ ਤੁਸੀਂ नजम ਰੱਬ ਵੱਲੋਂ ਅੱਜ ਹੀ नजम ਵਿਹਲੇ ਸੀਗੇ नजम तरीफां हमेशा दूसरे लोग करते ने। ਹਾਂ घर वालिਆਂ ਦੇ ਸਾਹਮਣੇ ਟਿਕਟੌਕ ਦਾ ਨਾਮ ਲਓ ਝਾੜਾਂ ਪੈਂਦੀਆਂ ਨੇ। ਘਰ ਵਾਲੇ ਮੇਰੇ ਟਿਕਟੌਕ ਤੋਂ ਇੰਨੇ ਤੰਗ ਸੀ ਉਹਨੇ ਕਿ ਕੁੜੀ ਨੂੰ ਡਾਕਟਰ ਨੂੰ ਵਿਖਾਓ। ਡਾਕਟਰ ਨੂੰ ਵਿਖਾਇਆ, ਹੁਣ ਖੈਰ ਨਾਲ ਡਾਕਟਰ ਵੀ ਮੇਰਾ ਫਾਲੋਅਰ ਹੈ। ਅੱਲਾ ਨੇ ਸੇਧ ਦੇਤੀ, ਇੱਕ ਹੋਰ ਫਾਲੋਅਰ ਮਿਲ ਗਿਆ। ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਬੜਾ ਇੰਜੋਏ ਕੀਤਾ ਗੱਲਾਂ ਇੰਨੀਆਂ ਸਨ ਦਿਲ ਕਰਦਾ ਸੀ ਮੁੱਕੀਆਂ ਨਾ ਲੇਕਿਨ ਕੀ ਕਰੀਏ प्रोग्राम ਨੂੰ वाइंड अप करना है ਤੁਹਾਡਾ बहुत बहुत शुक्रिया थैंक यू सो मच भाई नजम एंड टीम। इतना खूबसूरत माहौल, इतनी बातें की, मज़े मज़े की। आपने मेरे अंदर के शायर को, खट्टे मीठे इंसान को जगाया। हमने सैड बातें भी की, हैप्पी बातें भी की। बड़ा मज़ा आया, बड़ा मज़ा आया दोनों ਜਿਉਂ- तरह से। ਜਿਉਂਦੇ ਵਾਸਤੇ ਰਹੋ ਸੱਜਣੋ ਤੇ ਮਿੱਤਰੋ ਇਹ ਸ਼ਨ ਸ਼ਮਸ਼ਾਦ ਜੀ ਜ਼ਿੰਦਾ ਦਿਲ ਖੂਬਸੂਰਤ ਔਰ ਹਮੇਸ਼ਾ ਦੀ ਤਰ੍ਹਾਂ ਰੰਗ ਭਰਨ ਵਾਲੇ ਔਰ ਤੁਸੀਂ ਉਹਨਾਂ ਦੀ ਗਾਇਕੀ ਵੀ ਸੁਣੀ ਉਹਨਾਂ ਦੀ ਗੱਲਬਾਤ ਵੀ ਸੁਣੀ ਔਰ ਮੈਨੂੰ ਅੱਜ ਪੋਡਕਾਸਟ ਕਰਦੇ ਹੋਏ ਬਹੁਤ ਮਜ਼ਾ ਆਇਆ ਔਰ ਮੈਂ ਬਹੁਤ ਇੰਜੋਏ ਕੀਤਾ ਦਿਲ ਕਰਦਾ ਸੀ ਮੁੱਕੇ ਨਾ ਮਹਾਰਾਜ ਸਾਨੂੰ ਇਜਾਜ਼ਤ ਦਿਓ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਅੱਲਾ ਹਾਫਿਜ਼